ਸ਼ੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। ਹਰਜੀਤ ਸਿੰਘ ਗਿੱਲ ਸ਼ੋਅ ਤੁਹਾਡੀ ਸੇਵਾ 'ਚ ਲੈ ਕੇ ਹਾਜ਼ਰ ਹਾਂ। ਵੀਰਵਾਰ ਦਾ ਦਿਨ ਹੈ, 9:11 ਹੋਏ ਨੇ ਤੇ 31 ਦਸੰਬਰ ਵਰਾ 2020 ਦਾ ਆਖਰੀ ਦਿਨ ਹੈ ਤੇ 18 ਪੋ ਨਾਨਕ ਸ਼ੇ ਸੰਮਤ 552 ਨਿੱਘਾ ਹਾਰਦਿਕ ਸਵਾਗਤ ਹੈ ਜੀ। ਅਹਲਨ व सहलन। ਅੱਜ ਦੇ ਹਰਜੀਤ ਸਿੰਘ ਗਿੱਲ ਸ਼ੋਅ ਦੇ ਵਿੱਚ ਪਹਿਲੇ ਹਿੱਸੇ ਦੇ ਵਿੱਚ ਦੇਸ਼ ਪੰਜਾਬ ਦੇ ਝਰੋਖੇ ਦੇ ਵਿੱਚੋਂ ਨਵਕਿਰਨ ਸਿੰਘ ਪੱਤੀ ਗੱਲਬਾਤ ਕਰਨਗੇ। ਫਿਰ ਕੁਝ ਖਬਰਾਂ ਸੁਣਾਉਣਾ ਹੈ। ਖਬਰਾਂ ਤੋਂ ਬਾਅਦ 2020 ਦਾ ਲੇਖਾ ਜੋਖਾ ਕਰਾਂਗੇ, ਕੀ ਹੋਇਆ, ਤੁਸੀਂ ਸ਼ਾਮਲ ਹੋਣਾ। ਤੇ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਉਸਤਤ ਦੇ ਵਿੱਚ 4 ਜਿਹੜੇ ਸ਼ਬਦ ਮੈਂ ਤੁਹਾਨੂੰ ਸੁਣਾਉਣਾ ਚਾਹੁੰਦਾ, ਜਿਹੜੇ ਲਿਖੇ ਹਰਮਨਜੀਤ ਨੇ ਤੇ ਬਹੁਤ ਭਾਵ ਦੇ ਨਾਲ ਲਿਖੇ ਹੋਏ ਨੇ, ਤੁਹਾਡੇ ਸਨਮੁਖ ਕਰਾਂਗਾ। ਪਹਿਲਾਂ ਮੇਰਾ ਮਨ ਸੀ ਅੱਜ ਤੁਹਾਨੂੰ ਕਹਾਣੀ ਸੁਣਾ ਦਿਆਂ, ਕਿਉਂਕਿ ਦੂਜੇ ਬੰਨੇ ਫੇਰ ਅੱਜ ਛੁੱਟੀ ਹੈ। ਕਹਾਣੀ ਕੱਲ੍ਹ ਦੀ ਰਹਿ ਗਈ, ਪਰ ਕਹਾਣੀ ਹੁਣ ਅਗਲੇ ਸਾਲ ਇਹ ਸੁਣਾਵਾਂਗਾ। ਇਸ ਸਾਲ ਦੇ ਅਖੀਰ ਦੇ ਵਿੱਚ ਸਾਹਿਬ ਆਲਮ ਦੀ ਸੇਵਾ ਦੇ ਵਿੱਚ ਕੁਝ ਸ਼ਬਦ ਜਿਨ੍ਹਾਂ ਨੂੰ ਤਰਤੀਬ ਬਹੁਤ ਵਧੀਆ ਹਰਮਨਜੀਤ ਨੇ ਦਿੱਤੀ ਹੈ ਤੇ ਉਹ ਕੋਸ਼ਿਸ਼ ਕਰਾਂਗਾ ਕਿ ਉਨੀ ਸ਼ਿੱਦਤ ਨਾਲ ਤੁਹਾਡੇ ਸਨਮੁਖ ਕਰਾਂ। 6042040600 ਨੰਬਰ ਹੈ, 6042040600 ਔਨ 에ਅਰ ਤੇ 604242 ਤੇ 6047291224 ਮੇਰਾ WhatsApp ਤੇ ਟੈਕਸਟ ਹੈ ਜਿਹੜਾ ਸਦਾ ਤੁਹਾਨੂੰ ਦੇਈਦਾ। ਇਹ ਨੰਬਰ ਤੇ ਤੁਸੀਂ ਸੁਨੇਹਾ ਭੇਜਦੇ ਹੋ ਤਾਂ ਬਹੁਤ ਸੌਖ ਹੈ। WhatsApp ਜਾਂ ਟੈਕਸਟ ਤੁਸੀਂ ਲਿਖਦੇ ਹੋ ਤਾਂ ਉਹਦਾ ਮੈਨੂੰ ਜਵਾਬ ਦੇਣਾ। ਮੋੜਵੀਂ ਚਿੱਠੀ ਪਾਉਣੀ ਸੌਖੀ ਹੈ। ਤੇ ਵਪਾਰਕ ਵਾਅਦਿਆਂ ਲਈ ਵੀ ਹਰਜੀਤ ਸਿੰਘ ਗਿੱਲ ਸ਼ੋਅ ਨੂੰ ਸਪਾਂਸਰ ਕਰਨਾ ਤਾਂ ਇਸੇ ਨੰਬਰ ਤੇ ਸੁਨੇਹਾ ਭੇਜ ਸਕਦੇ ਹੋ। ਮੈਂ ਟੀਮ ਨੂੰ ਕਹਿ ਦਿਆਂਗਾ, ਜਿਹੜੀ ਸਾਡੀ ਸੇਲਸ ਡਿਪਾਰਟਮੈਂਟ ਹੈ, ਤਾਂ ਉਹ ਤੁਹਾਡੇ ਨਾਲ ਗੱਲਬਾਤ ਕਰ ਸਕਦੇ ਨੇ। 6042040600 ਔਨ 에ਅਰ ਨੰਬਰ ਹੈ। ਤੇਰੇ ਰਾਹਾਂ 'ਚ ਨੱਚਾਂਗੀ ਭਰੇ ਅਸਮਾਨ ਦੇ ਥੱਲੇ, ਤੇਰੇ ਰਾਹਾਂ 'ਚ ਨੱਚਾਂਗੀ ਭਰੇ ਅਸਮਾਨ ਦੇ ਥੱਲੇ, ਸ਼ਣਕ ਦੀ ਵੰਗ ਤੋਂ ਚੋਰੀ ਮੈਂ ਆਪਣੀ ਸੰਗ ਤੋਂ ਚੋਰੀ। ਵੇ ਮੈਂ ਆਵਾਜ਼ ਵਰਗੀ ਹਾਂ ਤੇਰੇ ਬੁੱਲਾਂ 'ਚੋਂ ਕਿਰਦੀ ਹਾਂ, ਜੋ ਆਪਣੀ ਬਾਤ ਪਾਉਂਦੇ ਆਪਣੇ ਪ੍ਰਸੰਗ ਤੋਂ ਚੋਰੀ। ਜਹਾਂ ਵਿੱਚ ਸ਼ੋਰ ਕਿੰਨਾ ਹੈ ਪਤਾ ਨਹੀਂ ਹੋਰ ਕਿੰਨਾ ਹੈ, ਸਮੇਂ ਦੀ ਅੱਖ ਤੋਂ ਛੁਪ ਕੇ ਹਵਾ ਦੇ ਰੰਗ ਤੋਂ ਚੋਰੀ। ਵੇ ਤੈਨੂੰ ਵੇਖ ਕੇ ਜਲ ਪੈਂਦੀਆਂ, ਵੇ ਤੈਨੂੰ ਵੇਖ ਕੇ ਜਲ ਪੈਂਦੀਆਂ ਮੱਥੇ 'ਚ ਫੁੱਲ ਝੜੀਆਂ, ਗੁਲਾਬੀ ਪੋਸ਼ ਵੀ ਹੱਸਦਾ ਮਰਮਰੀ ਅੰਗ ਤੋਂ ਚੋਰੀ। ਸੁਲਗਦੇ ਚੇਤਿਓਂ ਕੱਢ ਕੇ ਤੁਰਾਂਗੀ ਤਪਦੀਆਂ ਕਿਰਨਾਂ, ਵੇ ਮੈਂ ਕਕਰੀਲੀਆਂ ਪੌਣਾ ਦੇ ਪੋਹੀ ਡੰਗ ਤੋਂ ਚੋਰੀ। ਦਮਾਂ ਦੀ ਢੱਡ ਪਈ ਬੱਜੇ ਤੇ ਮੁੱਠੀ ਜਾਨ ਆ ਜਾਵੇ, ਸ਼ਣਕ ਦੇ ਘੁੰਗਰੂ ਖੜਤਾਲ ਤੇ ਮਰਦੰਗ ਤੋਂ ਚੋਰੀ। ਪਹਾੜੀ ਖੁੱਡ ਦੇ ਵਿੱਚੋਂ ਜਦੋਂ ਸੁਬਕੀਲੀਆਂ ਕੂੰਜਾਂ ਨੇ ਬਚ ਕੇ ਆਉਂਦੀਆਂ ਯਾਰਾ, ਚਰਗ ਦੇ ਫੰਗ ਤੋਂ ਚੋਰੀ। ਮਿਲਾਂਗੇ ਆਬਸ਼ਾਰੀ ਮੱਸਿਆ ਦੀ ਗੋਦ ਵਿੱਚ ਆਪਾਂ, ਤੂੰ ਆਪਣੇ ਤਖਤ ਤੋਂ ਚੋਰੀ ਮੈਂ ਆਪਣੇ ਝੰਗ ਤੋਂ ਚੋਰੀ। ਤੂੰ ਆਪਣੇ ਤਖਤ ਤੋਂ ਚੋਰੀ ਮੈਂ ਆਪਣੇ ਝੰਗ ਤੋਂ ਚੋਰੀ। ਤੇਰੇ ਰਾਹਾਂ 'ਚ ਨੱਚਾਂਗੀ ਭਰੇ ਅਸਮਾਨ ਦੇ ਥੱਲੇ, ਸ਼ਣਕ ਦੀ ਸ਼ਣਕ ਦੀ ਸ਼ਣਕ ਦੀ ਵੰਗ ਤੋਂ ਚੋਰੀ ਮੈਂ ਆਪਣੀ ਸੰਗ ਤੋਂ ਚੋਰੀ। ਹਰਮਨਜੀਤ ਹਰਮਨਜੀਤ ਹੀ ਹੈ। ਵੀਰਵਾਰ ਦਾ ਦਿਨ ਹੈ, 31 ਦਸੰਬਰ ਹੈ। ਜ਼ਿਆਦਾਤਰ ਤੁਸੀਂ ਅੱਜ ਛੁੱਟੀ 'ਤੇ ਹੋ, ਕੱਲ੍ਹ ਦੀ ਵੀ ਛੁੱਟੀ ਹੈ ਤੇ ਫਿਰ ਬਾਰ ਐਤਵਾਰ ਤੁਹਾਨੂੰ 4 ਦੇ ਕਰੀਬ ਤੁਹਾਡੀਆਂ ਛੁੱਟੀਆਂ ਹੋ ਜਾਣੀਆਂ ਨੇ। ਜੇ ਅੱਜ ਕੰਮ 'ਤੇ ਹੋ ਤਾਂ ਕੱਲ੍ਹ ਦੀ ਤਾਂ ਛੁੱਟੀ ਜ਼ਰੂਰ ਕਰਿਓ। ਇਹ ਘਰ-ਬਾਰ ਮਹਿਲ ਮਾੜੀਆਂ, ਇਹ ਲੋਡ ਜਿਹੜੇ ਨੇ ਇਹ ਲੱਗਦੇ ਰਹਿਣੇ ਨੇ। ਆਪਣੇ ਲਈ ਆਰਾਮ ਚਾਹੀਦਾ। ਵਾਰ ਐਤਵਾਰ ਨਾਲ ਲਾ ਕੇ ਕੱਲ੍ਹ ਦੇ ਤੇ 3 ਦਿਨ ਜ਼ਰੂਰ ਆਫ ਕਰਿਆ ਕਰੋ। ਇਹ ਜਿਹੜੀਆਂ ਕੁਝ ਕੁ ਦੇਸ਼ਾਂ ਨੇ ਸੈਟਅਪ ਕੀਤਾ ਹੈ ਸਿਸਟਮ ਛੁੱਟੀਆਂ ਦਾ, ਉਹ ਛੁੱਟੀਆਂ ਦਾ ਮਤਲਬ ਇਹ ਹੈ। ਅਸਲ ਤਾਂ 5 ਦਿਨ ਦਾ ਹਫ਼ਤਾ ਸੀ, ਆਪਣਾ ਪੰਜਾਬੀਆਂ ਦਾ 7 ਦਿਨ ਦਾ ਹਫ਼ਤਾ ਹੁੰਦਾ ਹੈ, ਪਰ ਫਿਰ ਵੀ ਜਿੱਦਣ ਲੋਕ ਆਰਾਮ ਕਰਦੇ ਹੁੰਦੇ ਆ ਉਸ ਦਿਨ ਤੁਸੀਂ ਵੀ ਆਪਾਂ ਵੀ, ਤੁਸੀਂ ਨਹੀਂ ਆਪਾਂ ਸਾਰੇ ਆਰਾਮ ਕਰੀਏ। ਇਸ ਤਰ੍ਹਾਂ ਹੀ ਚਾਹੀਦਾ। ਸਰ ਨਵਕਿਰਨ ਸਿੰਘ ਪੱਤੀ ਜੀ, ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ। ਸਭ ਤੋਂ ਪਹਿਲਾਂ ਤੁਹਾਨੂੰ
ਤੇ ਰੇਡੀਓ ਸ਼ੇਰੇ ਪੰਜਾਬ ਦੇ ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਗਿੱਲ ਸਾਹਿਬ ਧੰਨਵਾਦ ਜੀ। ਤੇ ਦੇਸ਼ ਪੰਜਾਬ ਦੇ ਵਿੱਚ ਤਾਂ ਘੰਟਾ ਖੰਡ ਰਹਿ ਗਿਆ, ਨਵਾਂ ਸਾਲ ਤੁਹਾਡਾ ਚੜ੍ਹਨ ਵਾਲਾ ਹੈ ਤੇ ਘਰੇ ਬੈਠੇ ਹੋ। ਧੰਨਵਾਦ ਬਹੁਤ ਬਹੁਤ। ਤੇ ਯੋਧੇ ਜਿਹੜੇ ਡਟੇ ਹੋਏ ਨੇ ਰਾਜਧਾਨੀ ਦੀਆਂ ਸਰਹੱਦਾਂ ਤੇ, ਮਾਵਾਂ ਤੇ ਉਹ ਭੈਣਾਂ, ਬੱਚੇ, ਬਜ਼ੁਰਗ, ਸਾਰਿਆਂ ਨੂੰ ਸਿਰ ਝੁਕਦਾ ਤੇ ਉਹਨਾਂ ਦੀ ਪਹਿਲਾਂ ਖਬਰਸਾਰ ਦਿਓ ਜੀ। ਜੀ ਗਿੱਲ ਸਾਹਿਬ, ਦੇਖੋ ਪੂਰਾ ਦੇਸ਼ ਆਪਣਾ ਜਿਹੜਾ ਭਾਰਤ ਆ, ਉਹ ਅੱਜ ਕੱਲ ਪੂਰਾ ਧਿਆਨ ਸਾਰਾ ਗਾ ਜਿਹੜਾ ਉਹ ਦਿੱਲੀ ਦੇ ਆਸ-ਪਾਸ ਲੱਗਿਆ ਹੋਇਆ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਸਾਡੀ ਪੰਜਾਬੀ ਕੌਮ, ਸਾਡੀ ਸਿੱਖ ਕਮਿਊਨਿਟੀ ਆ ਜਿਹੜੀ, ਉਹ ਅਗਵਾਈ ਕਰ ਲਈ ਹੈ ਇੱਕ ਕੌਮੀ ਸੰਘਰਸ਼ ਦੀ। 1947 ਤੋਂ ਬਾਅਦ ਭਗਤ ਸਿੰਘ, ਰਾਜਗੁਰੂ ਸੁਖਦੇਵ ਹੋਰਾਂ ਤੋਂ ਬਾਅਦ, ਉਦੋਂ ਤੋਂ ਬਾਅਦ ਪਹਿਲੀ ਵਾਰ ਭਾਰਤ ਦੇ ਵਿੱਚ ਇੱਕ ਵੱਡਾ ਕੌਮੀ ਅੰਦੋਲਨ ਜਿਹੜਾ ਉਹ ਬਣਿਆ ਗਾ, ਜਿਹਦੀ ਅਗਵਾਈ ਸਾਨੂੰ ਬੜਾ ਮਾਣ ਹੈ ਕਿ 1947 ਦੀ ਤਰ੍ਹਾਂ ਫਿਰ ਸਾਡੇ ਪੰਜਾਬੀ ਵੀਰਾਂ ਨੇ ਕੀਤੀ ਹੈ। ਔਰ ਇਹ ਅੰਦੋਲਨ ਦੇ ਵਿੱਚ ਅੱਜ ਨਵਾਂ ਸਾਲ ਵੀ ਉੱਥੇ ਹੀ ਚੜ੍ਹਨਾ ਗਿੱਲ ਸਾਹਿਬ, ਔਰ ਉੱਥੇ ਜਿੰਨੇ ਵੀ ਸਾਡੇ ਕਿਸਾਨ ਆਗੂ ਨੇ ਸਾਰੇ ਉੱਥੇ ਹਾਜ਼ਰ ਨੇ। ਸਾਡੇ ਪੰਜਾਬ ਦੀ ਜਵਾਨੀ, ਜਿਹੜੇ ਜਵਾਨੀ ਨੂੰ ਨਸ਼ਿਆਂ 'ਚ ਗਲਤਾਨ, ਫੁਕਰੇ ਗਹਿਕਾਂ ਮਗਰ ਲੱਗਣ ਵਾਲੀ ਕਿਹਾ ਜਾਂਦਾ ਸੀ, ਅੱਜ ਸਾਰੇ ਪੰਜਾਬ ਦੀ ਜਵਾਨੀ ਉੱਥੇ ਅੱਖਾਂ ਅੱਡੀ ਬੈਠੀ ਹੈ। ਔਰ ਇਹ ਅੰਦੋਲਨ ਦੇ ਵਿੱਚ 50 ਦੇ ਲਗਭਗ ਸਾਡੇ ਕਿਸਾਨ ਆਗੂ ਸ਼ਹੀਦ ਹੋ ਚੁੱਕੇ ਨੇ। ਉਹਨਾਂ ਦੀਆਂ ਸ਼ਹਾਦਤਾਂ ਦੀ ਕੁਰਬਾਨੀ ਹੈ ਜਿਹੜੀ, ਉਹ ਸਿਜਦਾ ਕਰਦੇ ਹਾਂ ਅਸੀਂ ਉਹਨੂੰ। ਔਰ ਨਵਾਂ ਸਾਲ ਵੀ ਕੋਈ ਬਹੁਤਾ ਵਧੀਆ ਆਪਣੇ ਭਾਰਤ ਦੇ ਵਿੱਚ ਇਸ ਵਾਰ ਨਹੀਂ ਮਨਾਇਆ ਜਾ ਰਿਹਾ, ਕਿਉਂਕਿ ਦੋ ਕਾਰਨ ਨੇ ਉਹਦੇ। ਇੱਕ ਤਾਂ ਪਹਿਲਾਂ ਕਰੋਨਾ ਵਾਇਰਸ ਦੀ ਮਹਾਮਾਰੀ ਪੂਰੀ ਦੁਨੀਆ ਦੇ ਵਿੱਚ ਚੱਲੀ, ਔਰ ਉਸ ਮਹਾਮਾਰੀ ਦੇ ਕਰਕੇ ਪੂਰੀ ਦੁਨੀਆ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਕੋਈ ਬਹੁਤੇ ਸੁਖਾਵੇਂ ਨਜ਼ਰ ਨਹੀਂ ਆ ਰਹੇ। ਉਹਦੇ ਕਰਕੇ ਆਰਥਿਕ ਮੰਦੀ ਵੀ ਆਈ, ਸਮਾਜਿਕ ਤੌਰ ਦੇ ਉੱਤੇ ਵੀ ਕਾਫੀ ਲੋਕਾਂ ਨੂੰ ਪੀੜਾ ਝੱਲਣੀ ਪਈ। ਦੂਸਰਾ ਜਿਹੜਾ ਵੱਡਾ ਕਾਰਨ ਆ ਉਹ ਇਹ ਹੈਗਾ ਕਿ ਅਸੀਂ ਇੱਕ ਕੌਮੀ ਮੁਕਤੀ ਸੰਘਰਸ਼ ਆ ਜਿਹੜਾ ਉਹ ਲੜ ਰਹੇ ਹਾਂ, ਔਰ ਉਸ ਸੰਘਰਸ਼ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਸਾਡੇ 50 ਦੇ ਲਗਭਗ ਜਿਹੜੇ ਕਾਰਕੁਨ ਨੇ ਉਹ ਸ਼ਹੀਦ ਹੋ ਚੁੱਕੇ ਨੇ। ਔਰ ਇਹ ਸਾਡੀ ਗਿਣਤੀ ਆ ਜਿਹੜੀ ਲਗਾਤਾਰ ਵੱਧਦੀ ਜਾ ਰਹੀ ਆ, ਜਿਸ ਕਰਕੇ ਸਾਨੂੰ ਅੱਜ ਕੱਲ੍ਹ ਜਿਹੜਾ ਉਹ ਪੂਰਾ ਕੰਸਨਟਰੇਟ ਇਸ ਗੱਲ ਦੇ ਉੱਤੇ ਕਰਨਾ ਚਾਹੀਦਾ ਕਿ ਕੇਂਦਰੀ ਹਕੂਮਤ ਕਦੋਂ ਝੁਕਦੀ ਹੈ। ਸੋ ਬੜਾ ਵਧੀਆ, ਬੜਾ ਸੋਹਣਾ ਗਿੱਲ ਸਾਹਿਬ ਐਜੀਟੇਸ਼ਨ ਚੱਲ ਰਿਹਾ। ਅੱਜ ਬੜਾ ਸੋਹਣਾ ਨਗਰ ਕੀਰਤਨ ਜਿਹੜਾ ਉਹ ਉੱਥੋਂ ਸਟਾਰਟ ਕੀਤਾ ਗਿਆ ਸਿੰਘੂ ਬਾਰਡਰ ਤੋਂ। ਸਿੰਘੂ ਬਾਰਡਰ ਦੇ ਉੱਤੇ ਬੜਾ ਅਲੌਕਿਕ ਦ੍ਰਿਸ਼ ਸੀਗਾ। ਮੈਨੂੰ ਮੇਰੇ ਮਿੱਤਰਾਂ ਨੇ ਉੱਥੋਂ ਨਾਲ ਦੀ ਨਾਲ ਤਸਵੀਰਾਂ ਖਿੱਚ ਕੇ ਭੇਜੀਆਂ, ਔਰ ਉਹਨਾਂ ਨੇ ਦੱਸਿਆ ਵੀ ਜਿਹੜਾ ਇਸ ਵਕਤ ਨਗਰ ਕੀਰਤਨ ਸੱਜ ਰਿਹਾ। ਮੈਂ ਡਾਕਟਰ ਰਸ਼ਨਪਾਲ ਨਾਲ ਵੀ ਗੱਲ ਕੀਤੀ, ਉਹ ਵੀ ਬੜਾ ਇਸ ਗੱਲ ਨੂੰ ਲੈ ਕੇ ਜਿਹੜੇ ਸਹਿਰਦ ਸੀਗੇ ਕਿ ਨਵਾਂ ਵਰ੍ਹਾ ਐਤਕੀ ਜਿਹੜਾ ਉਹ ਸਿੰਘੂ ਬਾਰਡਰ ਦੇ ਉੱਤੇ ਚੜ੍ਹ ਰਿਹਾ ਗਾ, ਔਰ ਬੜੀਆਂ ਸੋਹਣੀਆਂ ਕਿਰਨਾਂ ਕਹਿੰਦੇ ਸਾਨੂੰ 2021 ਦੀਆਂ ਲੱਗਣਗੀਆਂ ਕਿ ਅਸੀਂ ਜਿੱਤ ਵਾਲੇ ਪਾਸੇ ਨੂੰ ਵੱਧ ਰਹੇ ਹਾਂ। ਇਹ ਗੱਲ ਸਾਹਿਬ। ਅੱਛਾ, ਜਿਹੜੀ ਹੁਣ ਸੁਨੇਹਾ ਆ ਰਿਹਾ ਜਿਹਦੇ ਤੇ ਜਿਹੜੇ ਰਾਜਨੀਤੀ ਨੂੰ ਨੇੜੇ ਵੇਖਦੇ ਉਹ ਇਸ ਗੱਲ ਤੇ ਨਵਕਿਰਨ ਖੜੇ ਹੈ ਕਿ ਪਰਾਲੀ ਵਾਲੀਆਂ ਗੱਲਾਂ, ਇੱਧਰ ਉੱਧਰ ਵਾਲੀਆਂ ਗੱਲਾਂ ਜਿਹੜੀਆਂ, ਦੇਖੋ ਪਤਾ ਨਹੀਂ, ਮੈਂ ਜੇ ਸੁਣਦਾ, ਜਿਵੇਂ ਅੱਜ ਸਵੇਰੇ ਸਾਡੇ ਮਾਰਨਿੰਗ ਸ਼ੋਅ ਸਮੀਰ ਕੌਸ਼ਲ ਹੋਰਾਂ ਦੇ ਸ਼ੋਅ ਦੇ ਵਿੱਚ ਮਹੇਸ਼ਿੰਦਰ ਸਿੰਘ ਗਰੇਵਾਲ ਬੋਲ ਰਹੇ ਸੀ, ਜਿਹੜੇ ਸਪੋਕਸ ਪਰਸਨ ਨੇ ਅਕਾਲੀ ਦਲ ਦੇ। ਉਹਨਾਂ ਦੀ ਗੱਲਬਾਤ ਇਹ ਸੀ ਕਿ ਸੈਂਟਰ ਨੇ ਸੁਨੇਹਾ, ਕਿਉਂ ਵਕੀਲ ਨੇ, ਰਾਜਨੀਤਿਕ ਨੇ, ਬਹੁਤ ਸੁਘੜ ਉਹਨਾਂ ਦੀ ਸੋਚ ਹੈ। ਉਹ ਕਹਿੰਦੇ ਵੀ ਮੈਂ ਦੇਖ ਲਿਆ, ਇਹ ਸਾਨੂੰ ਪਰਾਲੀਆਂ ਪਰੂਲੀ ਵਾਲੀਆਂ ਗੱਲਾਂ ਤਾਂ ਮੰਨ ਲੀਆਂ, ਜਿਹੜਾ ਕਾਨੂੰਨ ਬਣ ਗਿਆ MSP ਵਾਲਾ, MSP ਤੋਂ ਸਰਕਾਰ ਨੇ ਕਹਿ ਦਿੱਤਾ, ਸੁਨੇਹਾ ਦਿੱਤਾ ਕਿ ਉਹਨਾਂ ਨੇ ਇਹ ਜਿਹੜਾ ਕਾਨੂੰਨ ਹੈ ਇਹ ਨਹੀਂ ਰੱਦ ਕਰਨਾ। ਅੱਛਾ, ਦੂਜੇ ਬੰਨੇ ਕੱਲ੍ਹ ਮੈਂ ਪ੍ਰੋਫੈਸਰ ਮਨਜੀਤ ਸਿੰਘ ਨੂੰ ਸੁਣ ਰਿਹਾ ਸੀ। ਪ੍ਰੋਫੈਸਰ ਮਨਜੀਤ ਸਿੰਘ ਤੁਸੀਂ ਜਾਣਦੇ ਹੋ, ਉੱਘੇ ਚਿੰਤਕ ਨੇ, ਤੇ ਉਹ ਗੱਲਬਾਤ ਕਰ ਰਹੇ ਸੀ। ਉਹ ਕਹਿੰਦੇ ਨਾ ਇਹ ਤਾਂ ਬੇਗਮਪੁਰਾ ਵਸਾਈ ਬੈਠੇ ਨੇ, ਇਹ ਸਾਡਾ ਰਵਿਦਾਸ ਭਗਤ ਜੀ ਦੇ ਦਿਨ ਜਿਹੜੇ ਅਸੀਂ ਬੇਗਮਪੁਰਾ ਸ਼ਹਿਰ ਦੀ ਗੱਲ ਹੈ, ਸਭ ਗਿਵਰ ਨੇ, ਸਭ ਖੁਸ਼ ਨੇ, ਹਰ ਇੱਕ ਚੜ੍ਹਦੀ ਕਲਾ 'ਚ ਹੈ, ਕੁਦਰਤ ਬਲਿਹਾਰ ਹੈ, ਗੁਰੂ ਪ੍ਰਤੱਖ ਉੱਥੇ ਨਾਲ ਹੈ, ਲੋਕ ਖੁਸ਼ ਨੇ। ਉਹਦਾ ਨਾਂ ਕੁਛ ਕਰ ਲਓ, ਉਹਨਾਂ ਨੂੰ ਤੁਸੀਂ ਜਿਹੜਾ ਮਰਜ਼ੀ ਨਾਂ ਇਸ ਜਗ੍ਹਾ ਨੂੰ ਦੇ ਲਓ ਜਿੱਥੇ ਸਰਬੱਤ ਦੇ ਲੋਕ ਖੁਸ਼ ਹੋਣ, ਗਰੀਬ ਹੋਣ, ਅਮੀਰ ਹੋਣ। ਮੇਰੇ ਦੋਸਤ ਇੱਥੇ ਉੱਘੇ ਵਕੀਲ ਨੇ, ਸਿਮਰਨ ਸਿੰਘ ਰੰਧਾਵਾ, ਇੱਥੋਂ ਗਏ ਨੇ ਮਾਝੇ ਤੋਂ, ਚੌਂਕ ਮਹਿਤੇ ਤੋਂ, ਉਹ ਤੇ ਅਜੇਪਾਲ ਸਿੰਘ ਰੰਧਾਵਾ ਦੋਨੇ ਹੀ। ਉਹਨਾਂ ਨਾਲ ਮੈਂ ਰਾਤ ਪੌਣਾ ਘੰਟਾ ਗੱਲ ਕੀਤੀ। ਉਹ ਕਹਿੰਦੇ ਜੇ ਕੋਈ ਆ ਸਕਦਾ, ਕਹਿੰਦੇ ਅਸੀਂ ਤਾਂ ਆ ਗਏ, ਜੇ ਕੋਈ ਆ ਸਕਦਾ ਤੇ ਇੱਥੇ 10 ਦਿਨ ਰਹਿ ਸਕਦਾ। ਦੇਖ ਲਓ ਆ ਕੇ ਜ਼ਿੰਦਗੀ ਦੇ ਵਿੱਚ, ਸ਼ਾਇਦ ਆਪਾਂ ਨੂੰ ਦੁਬਾਰਾ ਫੇਰ ਅਜਿਹਾ ਬੇਗਮਪੁਰਾ ਨਾ ਵੇਖਣ ਨੂੰ ਮਿਲੇ।
ਵੀ ਇੰਨੀ ਉਹ ਮੈਂ ਕਿਹਾ ਹੈ ਕੀ ਰੋਟੀ ਪਾਣੀ ਤਾਂ ਹਰ ਲੰਗਰਾਂ ਦੀ ਜਗ੍ਹਾ ਹਰ ਇਕੱਠਾਂ 'ਚ ਉਹ ਕਹਿੰਦਾ ਨਾ 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 ਰੋਟੀ ਪਾਣੀ ਵਾਲੀ ਕਹਾਣੀ ਨਹੀਂ ਹੈ। ਆ ਕੇ ਵੇਖਿਓ ਤੁਸੀਂ ਲੋਕ ਖੁਸ਼ ਕਿਵੇਂ ਨੇ, ਲੋਕ ਦੁੱਖਾਂ ਤੋਂ ਉੱਪਰ ਉੱਠ ਕੇ ਇੱਕ ਦੂਜੇ ਦਾ ਭਲਾ ਕਿਵੇਂ ਲੋਚਦੇ ਆ, ਕਿਵੇਂ 50-60 ਹਜ਼ਾਰ ਗਰੀਬ ਲੋਕ ਆ ਕੇ ਪ੍ਰਸ਼ਾਦਾ ਛਕਦੇ ਆ। ਉਹ ਕਹਿੰਦੇ ਸਰਦਾਰੋ ਜੇ ਇੱਥੋਂ ਚਲੇ ਗਏ ਅਸੀਂ ਫੇਰ ਭੁੱਖੇ ਮਰਨ ਲੱਗ ਜਾਣਾ। ਮੈਂ ਕਿਹਾ ਆਹੀ ਤਾਂ ਸਰਬੱਤ ਦਾ ਭਲਾ, ਆਹੀ ਤਾਂ ਬੇਗਮਪੁਰਾ, ਇਹੀ ਤਾਂ ਵਸਾਉਣਾ ਚਾਹੁੰਦੇ ਆ ਕਿ ਇਹੋ ਜਿਹਾ ਦਿਨ ਹੋਵੇ ਜਿੱਥੇ ਇਹੋ ਜਿਹੇ ਸਾਰਿਆਂ ਦੇ ਭਲੇ ਦੀ ਗੱਲ ਹੋਵੇ। ਸੋ ਦੋ ਧਿਰਾਵਾਂ ਨੇ ਨਵਕਿਰਨ, ਇੱਕ ਧਾਰਾ ਕਹਿੰਦੀ ਆ ਉਹ ਕਹਿੰਦੇ ਕਦੇ ਵੀ ਹੈ ਨਹੀਂ ਬਈ ਇਹ ਕਾਨੂੰਨ ਕਦੇ ਵੀ ਰੱਦ ਹੋ ਜਾਣ। ਇੱਕ ਧਾਰਾ ਕਹਿੰਦੀ ਆ ਉਹ ਕਹਿੰਦੇ ਨਾ 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 ਇਹ ਤਾਂ ਮੰਨੇ ਲਓ। ਕੀ ਤੁਸੀਂ ਸੋਚਦੇ ਹੋ, ਤੁਹਾਡਾ ਮੁਲਾਂਕਣ ਕੀ ਹੈ? ਦੇਖੋ ਗਿੱਲ ਸਾਹਿਬ, ਗੱਲ ਇਹ ਹੈ ਕਿ ਨਰਿੰਦਰ ਮੋਦੀ ਹੋਰਾਂ ਦੀ ਹਕੂਮਤ ਆ ਜਿਹੜੀ, ਕਿਉਂਕਿ ਹੁਣ ਫਰਕ ਬਹੁਤ ਪੈ ਗਿਆ। ਜਿਹੜੀ ਇਹ ਰਾਜ ਕਰਿੰਦੇ ਨੇ ਨਾ, ਜਿਹੜੇ ਅੱਜ ਤੋਂ ਪਹਿਲਾਂ ਰਾਜੇ ਹੁੰਦੇ ਸੀ ਉਹ ਸਿੱਧੇ ਤੌਰ ਦੇ ਉੱਤੇ ਜਿਵੇਂ ਅੰਦਰੋਂ ਹੁੰਦੇ ਸੀ ਉਵੇਂ ਬਾਹਰੋਂ ਹੁੰਦੇ ਸੀ। ਲੇਕਿਨ ਹੁਣ ਜਿਹੜਾ ਰਾਜਾ ਹੈਗਾ ਨਾ, ਇਹ ਬਲ ਵੀ ਹੈ ਛਲ ਵੀ ਹੈ, ਇਹ ਕਪਟ ਵੀ ਹੈ, ਹਰ ਤਰ੍ਹਾਂ ਦੀ ਨੀਤੀ ਨਾਲ ਜਿਹੜਾ ਇਹ ਚੱਲ ਰਿਹਾ ਹੈਗਾ। ਇਹ ਨਾਲ ਐਂ ਵੀ ਕਹਿੰਦਾ ਹੈ ਵੀ ਇਹ ਤਾਂ ਦੇਸ਼ ਦਾ ਅੰਨਦਾਤਾ ਹੈ, ਮੇਰਾ ਸਿਰ ਝੁਕਦਾ ਇਹਦੇ ਮੂਹਰੇ, ਜਿਵੇਂ ਕੱਲ ਰਾਜਨਾਥ ਸਿੰਘ ਕਹਿ ਰਿਹਾ ਸੀ ਬੈਠਾ, ਉਵੇਂ ਨਰਿੰਦਰ ਮੋਦੀ ਕਹਿ ਰਿਹਾ। ਔਰ ਦੂਜੇ ਬੰਨੇ ਉਹ ਕੋਈ ਕਸਰ ਨਹੀਂ ਛੱਡਦਾ, ਕੋਈ ਜਿਹਾ ਤੀਰ ਨਹੀਂ ਛੱਡਦਾ ਜਿਹੜਾ ਇਸ ਅੰਦੋਲਨ ਨੂੰ ਜਿਹੜਾ ਢਾਹ ਲਾਉਣ ਦੇ ਲਈ ਹੋਵੇ, ਜਿਹੜਾ ਅੰਬਾਨੀਆਂ ਅਡਾਨੀਆਂ ਦੇ ਘਰ ਭਰਨ ਦੇ ਲਈ ਹੋਵੇ, ਜਿਹੜਾ ਇੱਥੋਂ ਦੀ ਹਕੂਮਤ ਦਾ ਕੰਜੂਬਰ ਕੱਢਣ ਲਈ ਹੋਵੇ। ਇੱਕ ਬੰਨੇ ਉਹ ਵੀ ਕਰਦਾ, ਦੂਜੇ ਬੰਨੇ ਬਲਸ਼ਾਲੇ ਵੀ ਚੱਲਦਾ ਵੀ ਇਹ ਤਾਂ ਜੀ ਅੰਨਦਾਤਾ ਦੇਸ਼ ਦਾ, ਮੇਰਾ ਸਿਰ ਝੁਕਦਾ ਇਹਦੇ ਮੂਹਰੇ। ਤਾਂ ਅਜਿਹੇ ਹੁਕਮਰਾਨ ਦੇ ਨਾਲ ਲੜਨਾ ਜਿਹੜਾ ਉਹ ਬਹੁਤ ਔਖਾ ਹੁੰਦਾ ਹੈ। ਤਾਂ ਲੇਕਿਨ ਇਹ ਜਿਹੜੀਆਂ 32 ਕਿਸਾਨ ਜਥੇਬੰਦੀਆਂ ਐਜੀਟੇਸ਼ਨ ਕਰ ਰਹੀਆਂ ਨੇ, ਇੱਕ ਅਜਿਹੀ ਸੰਘਰਸ਼ ਲੜ ਰਹੀਆਂ ਨੇ, ਉਹਨਾਂ ਨੂੰ ਆਪ ਨੂੰ ਨਹੀਂ ਪਤਾ ਕਿ ਉਹ ਕੌਮੀ ਮੁਕਤੀ ਦਾ ਕਿਹੜਾ ਐਜੀਟੇਸ਼ਨ ਲੜ ਰਹੀਆਂ। ਪੂਰੀ ਦੁਨੀਆ 'ਚ ਤਰਥੱਲੀ ਮਚ ਚੁੱਕੀ ਹੈ। ਜਿਹੜੇ ਕੈਪੀਟਲਿਸਟ ਮੁਲਕ ਨੇ, ਜਿਹੜੇ ਆਲਰੇਡੀ ਇਹ ਕਾਨੂੰਨ ਲਾਗੂ ਕਰ ਚੁੱਕੇ ਨੇ, ਉਹ ਭਾਰਤ ਸਰਕਾਰ ਦੇ ਖਿਲਾਫ ਬੋਲ ਰਹੇ ਨੇ। ਇਹ ਸਾਡੇ ਪ੍ਰਵਾਸੀ ਪੰਜਾਬੀਆਂ ਦਾ ਦਬਾਅ ਆ। ਗਿੱਲ ਸਾਹਿਬ, ਐਜੀਟੇਸ਼ਨ ਇੰਨੀ ਸੋਹਣੀ ਲੜੀ ਜਾ ਰਹੀ ਆ ਵੀ ਜਿੱਥੇ ਇੱਕ ਬੰਨੇ ਉੱਥੇ ਲੋਕ ਹਾਜ਼ਰ ਹੋ ਕੇ ਲੜ ਰਹੇ ਨੇ ਨਾ, ਸਿੰਘੂ ਬਾਰਡਰ ਹੋ ਗਿਆ, ਟੀਕਰੀ ਬਾਰਡਰ ਹੋ ਗਿਆ, ਚਾਹੇ ਬਾਕੀ ਬਾਰਡਰ ਹੋ ਗਏ, ਹਰਿਆਣੇ ਵਾਲਾ ਹੋ ਗਿਆ, ਰਾਜਸਥਾਨ ਵਾਲਾ ਹੋ ਗਿਆ, ਯੂਪੀ ਵਾਲਾ ਹੋ ਗਿਆ, ਤੇ ਚਾਹੇ ਤਾਮਿਲਨਾਡੂ 'ਚ ਬਿਹਾਰ 'ਚ ਲੋਕਾਂ ਨੂੰ ਛੱਲੀਆਂ ਵਾਂਗ ਕੁੱਟਿਆ ਜਾ ਰਿਹਾ ਹੋਵੇ, ਫਿਰ ਵੀ ਜਿਹੜਾ ਪ੍ਰਵਾਸੀ ਭਾਰਤੀਆਂ ਦਾ ਯੋਗਦਾਨ ਹੈ, ਜਿਹੜੇ ਕੌਂਸਲੇਟ ਦਫ਼ਤਰਾਂ ਮੂਹਰੇ ਜਾਂਦੇ ਨੇ, 50-50, 100-100 ਗੱਡੀਆਂ ਦਾ ਕਾਫਲਾ ਲੈ ਕੇ ਆ ਜਾਂਦੇ ਨੇ ਪੂਰੀ ਦੁਨੀਆ 'ਚ। ਨੈਸ਼ਨਲ ਨਿਊਜ਼ ਬਾਅਦ 'ਚ ਬਣੀ, ਇੰਟਰਨੈਸ਼ਨਲ ਨਿਊਜ਼ ਪਹਿਲਾਂ ਬਣਾਤੀ ਸੀ ਕੈਨੇਡਾ ਵਾਲਿਆਂ ਨੇ। ਔਰ ਇਹ ਜਿਹੜੀ ਐਜੀਟੇਸ਼ਨ ਲੜੀ ਜਾ ਰਹੀ ਹੈ, ਉਹ ਐਜੀਟੇਸ਼ਨ ਦੇ ਵਿੱਚ 32 ਸਿਰ ਜੁੜੇ ਹੋਏ ਨੇ। ਉਹਨਾਂ 'ਚੋਂ ਦੇਖੋ 5 ਉਂਗਲਾਂ ਬਰਾਬਰ ਨਹੀਂ ਹੈਗੀਆਂ। ਗਿੱਲ ਸਾਹਿਬ, ਮੈਂ ਬਹੁਤ ਬਰੀਕੀ ਦੇ ਨਾਲ, ਬਹੁਤ ਨੇੜੋਂ ਇਸ ਐਜੀਟੇਸ਼ਨ ਨੂੰ ਦੇਖ ਰਿਹਾ। ਅੱਜ ਅਮਰੀਕਾ ਤੋਂ ਆਏ ਸੀਗੇ ਅਜਮੇਰ ਸਿੰਘ ਲੱਖੋਵਾਲ, ਉਹ ਅਮਰੀਕਾ ਸੀਗੇ ਹੁਣ ਤੱਕ। ਅਮਰੀਕਾ ਤੋਂ ਆ ਕੇ ਉਹਨਾਂ ਨੇ ਸਭ ਤੋਂ ਪਹਿਲਾਂ ਸੋਚਿਆ ਕਿ ਮੈਂ ਦਿੱਲੀ ਜਾਵਾਂ। ਦਿੱਲੀ ਆਏ, ਦਿੱਲੀ ਆ ਕੇ ਜਦੋਂ ਸਿੰਘੂ ਬਾਰਡਰ ਦੀ ਸਟੇਜ ਤੇ ਚੜੇ, ਗਿੱਲ ਸਾਹਿਬ, ਥੱਲਿਓਂ ਲੋਕ ਖੜੇ ਹੋ ਗਏ, ਕਹਿੰਦੇ ਥੱਲੇ ਉੱਤਰ, ਥੱਲੇ ਉੱਤਰ, ਤੈਨੂੰ ਨਹੀਂ ਸੁਣਨਾ। ਅਜਮੇਰ ਸਿੰਘ ਲੱਖੋਵਾਲ ਨੇ ਹੱਥ ਬੰਨ ਲਏ ਦੋਨੇ, ਕਹਿੰਦਾ ਵੀ ਮੈਥੋਂ ਗਲਤੀ ਹੋ ਗਈ ਹੋ, ਪਰ ਮੈਂ ਫਤਿਹ ਬਣਾਉਣੀ ਨਾ ਨਾ, ਕਹਿੰਦੇ ਤੇਰੀ ਫਤਿਹ ਨਹੀਂ ਸੁਣਨੀ, ਥੱਲੇ ਉੱਤਰ। ਔਰ ਅਜਮੇਰ ਸਿੰਘ ਲੱਖੋਵਾਲ ਨੂੰ ਸਟੇਜ ਤੋਂ ਥੱਲੇ ਤਾਰਤਾ 5 ਮਿੰਟਾਂ ਦੇ ਵਿੱਚ। ਤੇ ਉਸ ਤੋਂ ਬਾਅਦ ਮੇਰਾ ਮਿੱਤਰ ਗਿੱਲ ਸਾਹਿਬ, ਉਹਨੇ ਕੁਰਸੀ ਦਿੱਤੀ, ਉਹਨਾਂ ਨੇ ਮੈਨੂੰ ਫੋਨ ਨਾਲ ਦੀ ਨਾਲ ਕੀਤਾ, ਕਹਿੰਦਾ ਯਾਰ ਮੈਨੂੰ ਆਇਆ ਵੀ ਅਜਮੇਰ ਸਿੰਘ ਲੱਖੋਵਾਲ ਦੀ ਹਾਲਤ ਕੀ ਹੈ ਇਹ। ਮੈਂ ਕਿਹਾ ਵੀ ਇਹ ਹਾਲਤ ਇਹ ਸਾਡੇ ਲੋਕ ਨੇ, ਇਹ ਲੋਕ ਨੇ ਜਿਹੜੇ ਸਟੇਜ ਤੇ ਚੜਾਉਣਾ ਵੀ ਜਾਣਦੇ ਨੇ ਤੇ ਤਾਰਨਾ ਵੀ ਜਾਣਦੇ ਨੇ, ਲਾਉਣਾ ਵੀ ਜਾਣਦੇ ਨੇ। ਔਰ ਗਿੱਲ ਸਾਹਿਬ, ਇਹ ਬੱਤੀਆਂ ਦੇ ਵਿੱਚ ਮੈਨੂੰ ਵਿਸ਼ਵਾਸ ਹੈ ਕਿ ਉਹ ਲੋਕ ਵੀ ਨੇ, ਸਰਜੀਤ ਸਿੰਘ ਫੂਲ ਵਰਗੇ, ਡਾਕਟਰ ਦਰਸ਼ਨਪਾਲ ਵਰਗੇ, ਰਜਿੰਦਰਦੀਪ ਸਿੰਘ ਵਾਲਾ ਮੇਰੇ ਨਾਲ ਪੜ੍ਹਿਆ ਮੁੰਡਾ, LLB LLM ਕੀਤੀ ਹੈ, ਉਸ ਐਜੀਟੇਸ਼ਨ ਦੇ ਵਿੱਚ ਮੋਹਰੀ ਰੋਲ ਅਦਾ ਕਰ ਰਿਹਾ ਹੈ। ਹੋਰ ਬੜੇ ਨੌਜਵਾਨ ਨੇ ਉਸ ਐਜੀਟੇਸ਼ਨ ਦੇ ਵਿੱਚ, ਜਿਨ੍ਹਾਂ ਨੇ ਵਿਕਣਾ ਕਦੇ ਜ਼ਿੰਦਗੀ 'ਚ ਸਿੱਖਿਆ ਹੀ ਨਹੀਂ। ਔਰ ਬਹੁਤ ਸਾਰੇ ਅਜਿਹੇ ਲੋਕ ਹੈਗੇ ਨੇ ਜਿਹੜੇ ਇਸ ਐਜੀਟੇਸ਼ਨ ਦੇ ਵਿੱਚ 5 ਉਂਗਲਾਂ ਨਹੀਂ ਬਰਾਬਰ। ਬਹੁਤ ਸਾਰੀਆਂ ਜਥੇਬੰਦੀਆਂ ਹੈਗੀਆਂ ਨੇ, ਜਦੋਂ ਇਹ ਘੋਲ ਜਿੱਤ ਲਿਆ ਉਸ ਤੋਂ ਬਾਅਦ ਉਹਨਾਂ ਦਾ ਜ਼ਿਕਰ ਕਰਾਂਗੇ, ਬਕਾਇਦਾ ਤੌਰ ਦੇ ਉੱਤੇ ਐਨਾਲਾਈਜ਼ ਕਰਕੇ ਦੱਸ ਦਿਆਂਗੇ ਵੀ ਕਿਹੜੇ ਨਾ ਕਿਹੜੇ ਟਾਈਮ ਕਿਹੜੀ ਗੱਲ ਹੋਈ। ਲੇਕਿਨ ਹੁਣ ਇਹ ਵਿਸ਼ਵਾਸ ਹੈ ਕਿ ਐਜੀਟੇਸ਼ਨ ਜਿੱਤ ਕੇ ਘਰਾਂ ਨੂੰ ਮੁੜਨਗੇ। ਜੇ ਕੁਝ ਜਥੇਬੰਦੀਆਂ ਵਿੱਚੋਂ ਲੂਜ ਪੋਲ ਦਿਖਾਉਣਗੀਆਂ, ਦਿਖਾ ਵੀ ਰਹੀਆਂ ਨੇ, ਤਾਂ ਕੁਝ ਲੋਕ ਉਹ ਹੈਗੇ ਨੇ ਜਿਹੜੇ ਉੱਥੇ ਸਿਰ ਕੱਢ ਕੇ ਬਹਿ ਜਾਣਗੇ ਵੀ ਅਸੀਂ ਨਹੀਂ ਹਿਲਦੇ। ਬੰਦੇ ਚਾਹੇ ਸਾਡੇ ਨਾਲ 2.5 ਰਹਿਣ 3 ਰਹਿਣ, ਆ ਬੈਠੇ ਆ, ਉਦੇ ਮੁੜਾਂਗੇ ਜਿਸ ਦਿਨ ਇਹ ਖੇਤੀ ਕਾਨੂੰਨ ਵਾਪਸ ਲੈ ਜਾਣਗੇ।
ਸੋ ਵਿਸ਼ਵਾਸ ਹੈ ਕਿ ਖੇਤੀ ਕਾਨੂੰਨ ਨਰਿੰਦਰ ਮੋਦੀ ਨੂੰ ਵਾਪਸ ਲੈਣੇ ਪੈਣਗੇ। ਹਾਂ, ਇੱਕ ਗੱਲ ਨਾਲ ਮੈਂ ਬਿਲਕੁਲ ਸਹਿਮਤ ਹਾਂ ਗਿੱਲ ਸਾਹਿਬ, ਵੀ ਜਿਹੜਾ ਕੱਲ੍ਹ ਦੇ ਇਹ ਰੌਲਾ ਪਾਈ ਜਾਂਦੇ ਆ ਕੁਝ ਕਿਸਾਨ ਆਗੂਆਂ ਨੇ ਵੀ ਕਿਹਾ ਵੀ 50% ਜਿੱਤ ਲਏ। ਨਹੀਂ, ਅਸੀਂ 50% ਨਹੀਂ ਜਿੱਤੇ। ਅਸੀਂ ਜਾਂ ਤਾਂ ਇਹ ਕਹਿ ਲਈਏ ਵੀ ਹਾਥੀ ਦੀ ਪੂਛ ਲੰਘੀ ਆ, ਹਾਥੀ ਬਾਕੀ ਆ, ਜਾਂ ਇਹ ਕਹਿ ਲਈਏ ਵੀ ਸੁੰਡ ਲੰਘਿਆ। ਅਸੀਂ ਰਾਹ ਬਣਾ ਲਿਆ, ਰਾਹ ਮੋਕਲਾ ਕਰ ਲਿਆ, ਸੁੰਡ ਲੰਘ ਗਿਆ, ਹਾਥੀ ਬਾਕੀ ਆ। ਇਹ ਤਾਂ ਬੜੀ ਛੋਟੀ ਜਿਹੀ ਗੱਲ ਆ ਜਿਹੜੀ ਉਹਨਾਂ ਨੇ ਮੰਨੀ ਆ ਕੱਲ। ਇੱਕ ਤਾਂ ਉਹ ਅਜੇ ਬੱਚਾ ਜੰਮੇ ਨਹੀਂ ਜਿਹਦਾ ਨਾਂ ਰੱਖੀ ਜਾਂਦੇ ਨੇ ਉਹ। ਇੱਕ ਤਾਂ ਗਿੱਲ ਸਾਹਿਬ ਜਿਹੜਾ ਉਹ ਕਹਿੰਦੇ ਨੇ ਨਾ ਵੀ ਅਸੀਂ ਬਿਜਲੀ ਬਿੱਲ 2020 ਵਾਪਸ ਲੈਣੇ ਆ, ਉਹ ਤਾਂ ਅਜੇ ਕਾਨੂੰਨ ਬਣਿਆ ਹੀ ਨਹੀਂ ਸੀ, ਉਹ ਤਾਂ ਤਜਵੀਜ਼ ਹੈ ਔਰ ਤਜਵੀਜ਼ ਵਾਪਸ ਲਈ ਆ। ਦੂਜੀ, ਅੱਜ ਜੋਗਿੰਦਰ ਸਿੰਘ ਉਗਰਾਹਾਂ ਕਹਿੰਦਾ ਵੀ ਉਹਨਾਂ ਨੇ ਜਿਹੜਾ ਕੀਤਾ ਨਾ ਪਰਾਲੀ ਵਾਲਾ, ਵੀ ਪਰਾਲੀ ਵਾਲੇ ਦੇ ਵਿੱਚੋਂ ਵੀ ਗਿੱਲ ਸਾਹਿਬ ਉਹਨਾਂ ਨੇ ਇਹ ਕਿਹਾ ਵੀ ਕਿਸਾਨ ਨੂੰ ਤੇ ਖੇਤੀ ਖੇਤਰ ਬਾਹਰ ਕਰ ਦੇਣਗੇ, ਕਾਨੂੰਨ ਨਹੀਂ ਵਾਪਸ ਲੈਂਦੇ। ਔਰ ਬਿਜਲੀ ਬਿੱਲ 2020 ਵਾਲੇ ਤੇ ਵੀ ਜੋਗਿੰਦਰ ਸਿੰਘ ਉਗਰਾਹਾਂ ਦੀ ਸਟੇਟਮੈਂਟ ਮੈਂ ਪੜ੍ਹੀ ਆ, ਲਿਖਤੀ ਸਟੇਟਮੈਂਟ ਉਹਨੇ ਜਾਰੀ ਕੀਤੀ ਆ। ਉਹ ਕਹਿੰਦਾ ਬਿਜਲੀ ਬਿੱਲ 2020 ਵਾਲੇ ਚ ਵੀ ਉਹ ਇਹ ਕਹਿੰਦੇ ਨੇ ਵੀ ਪੰਜਾਬ ਵਾਲੀਆਂ ਮੋਟਰਾਂ ਅਸੀਂ ਬਾਹਰ ਕੱਢ ਦਿੰਦੇ ਇਹਦੇ ਚੋਂ, ਬਾਕੀ ਸੂਬਿਆਂ ਚ ਰਹੂਗਾ। ਸੋ ਹੁਣ ਜਿਹੜਾ ਇਹ ਅਸਲ ਦੇ ਵਿੱਚ ਐਜੀਟੇਸ਼ਨ ਹੈ ਉਹ ਇਕੱਲੇ ਪੰਜਾਬ, ਹਰਿਆਣੇ ਤੇ ਯੂਪੀ ਦੀ ਨਹੀਂ ਰਹਿ ਗਈ। ਪਹਿਲਾਂ ਇਹਨਾਂ ਨੂੰ 2.5 ਸੂਬਿਆਂ ਦੀ MSP ਦਿੰਦੀ ਸੀ, ਹੁਣ ਇਹ ਪੂਰੇ ਦੇਸ਼ ਦੀ ਗੱਲ ਬਣ ਚੁੱਕੀ ਆ। ਤੁਸੀਂ ਇਹ ਦੇਖੋ ਗਿੱਲ ਸਾਹਿਬ ਵੀ ਜੇ ਹੁਣ MSP ਦੇਣਗੇ, ਮੰਨ ਲਓ ਇਹ ਪੰਜਾਬ ਤੇ ਹਰਿਆਣੇ ਵਾਲਿਆਂ ਨੂੰ MSP ਦੇ ਕੇ ਘਰੇ ਤੋਰ ਦਿੰਦੇ ਨੇ, ਉਹ ਜਿਹੜੇ ਰਾਜਸਥਾਨ ਵਾਲਾ ਬਾਰਡਰ ਘੇਰੀ ਬੈਠੇ ਨੇ ਉਹਨਾਂ ਨੂੰ ਅਸੀਂ ਪੰਜਾਬੀ ਕੀ ਮੂੰਹ ਦਿਖਾਵਾਂਗੇ ਕਿ ਪੰਜਾਬੀ ਕੌਮ ਜਦੋਂ ਅਗਵਾਈ ਕਰਨ ਆਈ ਸੀ, ਜਦੋਂ ਸਿੱਖ ਸਾਡੀ ਅਗਵਾਈ ਕਰਨ ਆਏ ਸੀ ਤਾਂ ਸਿੱਖ ਆਪਦਾ ਲੈ ਕੇ ਮੁੜ ਕੇ ਅਸੀਂ ਆ ਬੈਠੇ ਆ। ਉਹ ਜਿਹੜੇ ਬਿਹਾਰ ਵਾਲੇ ਕੱਲ ਕੁੱਟੇ ਗਏ ਉਹਨਾਂ ਨੂੰ ਅਸੀਂ ਕੀ ਮੂੰਹ ਦਿਖਾਵਾਂਗੇ? ਉਹ ਜਿਹੜੇ ਤਾਮਿਲਨਾਡੂ ਵਾਲੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹਨਾਂ ਨੂੰ ਸਾਡੀ ਪੰਜਾਬੀ ਬੋਲੀ ਵੀ ਨਹੀਂ ਸਮਝ ਆਉਂਦੀ, ਨਾ ਸਾਡੀ ਭਾਸ਼ਾ ਸਮਝ ਆਉਂਦੀ ਆ, ਉਹ ਇਸ ਕਰਕੇ ਉੱਠ ਕੇ ਆ ਗਏ ਵੀ ਪੰਜਾਬ ਵਾਲੇ ਆ ਗਏ, ਚਲੋ ਆਪਾਂ ਚੱਲੀਏ। ਉਹਨਾਂ ਨੂੰ ਅਸੀਂ ਕੀ ਮੂੰਹ ਦਿਖਾਵਾਂਗੇ? ਸੋ ਇਸ ਕਰਕੇ ਇਹ ਲੜਾਈ ਪੂਰੇ ਦੇਸ਼ ਦੀ ਲੜਾਈ ਆ ਔਰ ਪੂਰੇ ਦੇਸ਼ ਨੂੰ MSP ਲੈ ਕੇ ਦੇਣੀ ਆ, ਪੂਰੇ ਦੇਸ਼ ਨੂੰ ਤਿੰਨੇ ਕਾਨੂੰਨ ਰੱਦ ਕਰਾ ਕੇ ਦੇਣੇ ਆ। ਜੇ ਤੂੰ ਕੋਈ ਘੱਟ ਮੁੜੂ ਤਾਂ ਸਭ ਤੋਂ ਪਹਿਲਾਂ ਗਿੱਲ ਸਾਹਿਬ ਆਪਾਂ ਰਾਹ ਰੋਕਾਂਗੇ ਉਹਦਾ, ਔਰ ਇਦੋਂ ਘੱਟ ਮੁੜਨ ਵੀ ਨਹੀਂ ਦੇਣਾ ਪੰਜਾਬੀਆਂ ਨੇ। ਮੈਨੂੰ ਪਤਾ ਜੀ ਅੱਜ ਜਮੇਰ ਸਿੰਘ ਲੱਖੋਵਾਲ ਨਾਲ ਜਿਹੜੀ ਹੋਈ ਆ ਨਾ ਸਟੇਜ ਤੋਂ, ਇਹ ਮੈਨੂੰ ਲੱਗਦਾ ਸਾਰਿਆਂ ਨੂੰ ਦੇਖ ਲੈਣਾ ਚਾਹੀਦਾ, ਪੜ੍ਹ ਲੈਣਾ ਚਾਹੀਦਾ ਕਿ ਜਮੇਰ ਸਿੰਘ ਲੱਖੋਵਾਲ, ਹਾਲਾਂਕਿ ਪੂਰਾ ਐਜੀਟੇਸ਼ਨ ਤੇ ਉਹਨਾਂ ਦੀ ਉਹਦੀ ਜਥੇਬੰਦੀ ਸ਼ਾਮਲ ਆ, ਉਹਦਾ ਮੁੰਡਾ ਉੱਥੇ ਆ ਉੱਤੇ ਦਾ, ਉਹ ਸਿੱਧਾ ਅਮਰੀਕਾ ਤੋਂ ਆਇਆ, ਆ ਕੇ ਉਹਨੇ ਸਟੇਜ ਤੇ ਚੜ੍ਹ ਕੇ ਕਿਹਾ ਵੀ ਕਹਿੰਦਾ ਅਮਰੀਕਾ ਤੋਂ ਸਿੱਧਾ ਆ ਰਿਹਾ, ਮੈਂ ਘਰੇ ਨਹੀਂ ਗਿਆ, ਮੈਂ ਇੱਥੇ ਸਟੇਜ ਤੇ ਆਇਆ। ਲੋ ਨਾ ਸਾਰਾ ਇਕੱਠ ਖੜਾ ਹੋ ਗਿਆ, ਉੱਠ ਕੇ ਖੜੇ ਹੋ ਗਏ। ਗਿੱਲ ਸਾਹਿਬ ਉਹਨੂੰ ਕਹਿੰਦੇ ਥੱਲੇ ਉੱਤਰ ਸਟੇਜ ਤੋਂ, ਫਿਰ ਗੱਲ ਥੱਲੇ ਉੱਤਰ ਸਟੇਜ ਤੋਂ। ਇਹ ਗਿੱਲ ਸਾਹਿਬ ਇਹੀ ਆ ਫਿਰ, ਜਾਂ ਲੋਕ ਨੇ ਜਾਂ ਚੇਅਰਮੈਨੀਆਂ ਨੇ, ਇੱਕੋ ਹੀ ਗੱਲ ਆ। ਪਰ ਮੈਂ ਸਾਖਰਤਾ ਦੇ ਘਰੇ ਵੜਿਆਂ ਨੂੰ ਮੇਰਾ ਸਿਰ ਝੁਕਦਾ ਵੀ ਐਡੇ ਕਰੜੇ ਜਦ ਹੋ ਜਾਂਦੇ ਨੇ। ਇਹ ਫਿਰ ਵਾਰਸ ਨੇ ਨਾ, ਜਾਂ ਝਿੜੀ 'ਚ ਲੁਕੇ ਬੈਠੇ ਕੋਲ ਦੀ ਲੰਘੇ ਜਾਂਦੇ, ਉਹ ਕਹਿੰਦੇ ਸਿੰਘ ਬੈਠੇ ਨੇ, ਉਹ ਕਹਿੰਦਾ ਸਿੰਘ ਨਹੀਂ ਲੁਕਦੇ। ਗਰਜਾ ਸਿੰਘ ਬੋਤਾ ਸਿੰਘ ਕਹਿੰਦੇ ਵੀ ਫਾਇਦਾ ਕੀ ਆ ਫਿਰ, ਹੁਣ ਨਹੀਂ ਜਿਉਣਾ। ਫਿਰ ਲਾਈਨ ਖਿੱਚਤੀ। ਕਦੇ ਸੁੱਖਾ ਸਿੰਘ ਮਹਿਤਾਬ ਸਿੰਘ ਵਰਗੇ ਰਾਜਸਥਾਨ 'ਚ ਬੈਠੇ, ਉਹ ਕਹਿੰਦੇ ਰਹਿਣਾ ਜਿਉਣਾ ਕੀ ਆ ਯਾਰ, ਇਹਦਾ ਕਾਹਦੇ ਲਈ? ਤੇ ਮੁੜ ਕੇ ਬਰਸ਼ੇ ਤੇ ਟੰਗਿਆ ਮਕਸੇ ਰੰਗੜ ਦਾ ਸਿਰ ਦਗੜ ਕਰਦੇ ਮੁੜ ਕੇ ਫੇਰ। ਸੋ ਇਹੀ ਹੈ, ਇਹ ਸਾਡੇ ਰੂਹਾਂ ਦੇ ਵਿੱਚ ਹੈ। ਅੱਛਾ, ਮੈਂ ਬਲਿਹਾਰੇ ਜਾਣਾ ਇਸ ਸੰਘਰਸ਼ ਦੇ ਵਿੱਚ ਜਿਹੜਾ ਕੁਝ ਕਰਕੇ ਅਸੀਂ ਦਿਖਾ ਦਿੱਤਾ ਹੈ ਕਿ ਦੂਜੇ ਸਾਡੇ ਭਾਈ ਰਾਜਸਥਾਨ ਦੇ ਤੇ ਹਰਿਆਣੇ ਦੇ ਜਿਹੜੇ ਬਲਿਹਾਰ, ਜਿਹੜੇ ਮੁੜ ਕੇ ਕਹਿੰਦੇ ਨੇ ਉਹ ਤੁਸੀਂ ਭਾਈ ਹੋ ਸਾਡੇ ਭਾਈ। ਕੋਈ 51 ਲੱਖ ਦੀ ਮੱਝ ਵੇਚੀ ਜਾਂਦਾ ਆ ਕੇ ਹਿਸਾਰ ਦੇ ਜ਼ਿਲ੍ਹੇ ਦਾ, ਤੇ ਰਾਜਸਥਾਨ ਤੋਂ ਕੋਈ ਦਸਤਾਰ ਬੰਨ੍ਹ ਕੇ 6.5 ਫੁੱਟ ਦਾ ਬੰਦਾ ਆ ਕੇ ਕਹਿੰਦਾ ਜੇ ਇਹਨਾਂ ਨੂੰ ਖਾਲਿਸਤਾਨੀ ਕਹਿੰਦੇ ਹੋ ਤਾਂ ਮੈਂ ਖਾਲਿਸਤਾਨੀ। ਪਰ ਹੁਣ ਕਿਹੜੀ ਸਰਹੱਦ ਤੇ ਜਿਹੜੀ ਹੈ ਲਾਠੀ ਚਾਰਜ ਹੋਇਆ ਕਿਸਾਨਾਂ ਤੇ, ਬਿਹਾਰ ਵਾਲੇ ਪਾਸੇ ਤੇ ਰਾਜਸਥਾਨ ਵਾਲੇ ਪਾਸੇ ਵੀ? ਜੀ ਗਿੱਲ ਸਾਹਿਬ, ਅੱਜ ਫਿਰ ਲਾਠੀ ਚਾਰਜ ਆ ਜਿਹੜਾ ਉਹ ਹੋਇਆਗਾ, ਔਰ ਲਾਠੀ ਚਾਰਜ ਬਹੁਤ ਮੰਦਭਾਗੀ ਗੱਲ ਜਿਹੜੀ ਉਹ ਹੋਈ ਹੈ ਵੀ ਰਾਜਸਥਾਨ ਤੇ ਹਰਿਆਣੇ ਦੀ ਜਿਹੜੀ ਹੱਦ ਹੈ ਉੱਥੇ ਜਲ ਤੋਪਾਂ, ਅਥਰੂ ਗੈਸ ਦੀ ਵਰਤੋਂ ਆ ਜਿਹੜੀ ਉਹ ਕੀਤੀ ਗਈ ਆ। ਰਾਜਸਥਾਨ ਵਾਲੇ ਸਾਡੇ ਵੀਰ ਉਹ ਕਹਿੰਦੇ ਸੀ ਅਸੀਂ ਕੁੰਡਲੀ ਬਾਰਡਰ ਦੇ ਉੱਤੇ ਜਾਣਾ ਸੀ, ਸਿੰਘੂ ਬਾਰਡਰ ਦੇ ਉੱਤੇ ਜਾ ਕੇ ਨਜ਼ਾਰਾ ਦੇਖਣਾ ਔਰ ਅਸੀਂ ਉਹਨਾਂ ਭਾਈਆਂ ਦੇ ਨਾਲ ਆਪਦੇ ਨਾਲ ਨਵਾਂ ਵਰ੍ਹਾ ਮਨਾਉਣਾ ਜਿਨ੍ਹਾਂ ਨੇ ਜਾਗ ਲਾਇਆ, ਕਿਉਂਕਿ ਦਹੀਂ ਤਾਂ ਜੰਮ ਜਾਂਦਾ ਪਰ ਜਾਗ ਕਿੱਥੋਂ ਲਿਆਂਦਾ ਉਹਨਾਂ ਨੇ ਕਹਿੰਦੇ। ਔਰ ਲੇਕਿਨ ਰਾਜਸਥਾਨ ਨਾਲ ਲੱਗਦੇ ਸ਼ਾਹਜਹਾਂਪੁਰ ਬਾਰਡਰ ਦੇ ਉੱਤੇ ਟਰੈਕਟਰ ਟਰਾਲੀਆਂ ਨਾਲ ਪੁਲਿਸ ਬੈਰੀਗੇਡ ਤੋੜ ਕੇ ਜਿਉਂ ਹੀ ਉਹ ਦਿੱਲੀ ਵਾਲੇ ਪਾਸੇ ਨੂੰ ਵਧਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਹਰਿਆਣਾ ਪੁਲਿਸ ਨੇ ਅੱਜ ਫਿਰ ਜਲ ਤੋਪਾਂ, ਅਥਰੂ ਗੈਸ ਦੀ ਵਰਤੋਂ ਕੀਤੀ ਔਰ 25 ਦੇ ਕਰੀਬ ਟਰੈਕਟਰ ਟਰਾਲੀਆਂ ਕਹਿੰਦੇ ਬੈਰੀਗੇਡ ਤੋੜ ਕੇ ਲੰਘੀਆਂ ਸੀ। 25 ਦੇ ਉੱਤੇ ਜਿਹੜੀਆਂ ਜਲ ਤੋਪਾਂ ਉਹਨਾਂ ਨੇ ਚਲਾਈਆਂ ਔਰ ਤਿੰਨੇ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਇਹ ਕਈ ਦਿਨਾਂ ਤੋਂ ਧਰਨੇ ਦੇ ਉੱਤੇ ਬੈਠੇ ਸੀ ਔਰ ਨਵਾਂ ਸਾਲ ਮਨਾਉਣ ਦੇ ਲਈ ਉਹ ਸਿੰਘੂ ਵਾਲੇ ਪਾਸੇ ਨੂੰ ਵਧਣ ਲੱਗੇ ਸੀ ਤੇ ਉਦੋਂ ਉਹਨਾਂ ਤੇ ਜਲ ਤੋਪਾਂ, ਅਥਰੂ ਗੈਸ ਦੀ ਵਰਤੋਂ ਕੀਤੀ ਗਈ।
ਪਰ ਸਦਕੇ ਤੇ ਜਾਈਏ ਤੇ ਬਲਿਹਾਰੇ ਜਾਈਏ ਉਹਨਾਂ ਰਾਜਸਥਾਨ ਦੇ ਵੀਰਾਂ ਦੇ ਕਿ ਉਹ ਫਿਰ ਵੀ ਨਹੀਂ ਰੁਕੇ, ਫਿਰ ਵੀ ਨਹੀਂ ਝੁਕੇ ਔਰ ਫਿਰ ਵੀ ਉਹ ਅੱਗੇ ਵਧੇ। ਇਧਰੋਂ ਮਨਜਿੰਦਰ ਸਿੰਘ ਸਿਰਸਾ ਵੀ ਗਿਆ, ਗਿੱਲ ਸਾਹਿਬ ਉਹ ਵੀ ਸਿਆਸੀ ਰੋਟੀਆਂ ਸੇਕ ਰਿਹਾ, ਲੇਕਿਨ ਉਹਨਾਂ ਵੀਰਾਂ ਨੇ ਜਿਹੜਾ ਉਹ ਇਸ ਗੱਲ ਦਾ ਸਬੂਤ ਦਿੱਤਾ ਕਿ ਉਹ ਕਹਿੰਦੇ ਵੀ ਅਸੀਂ ਪੰਜਾਬ ਵਾਲਿਆਂ ਕੋਲੇ ਜਾਣਾ ਹੀ ਜਾਣਾ, ਰੋਕ ਲਓ ਜੇ ਰੋਕ ਸਕੋ ਤਾਂ। ਪਰ ਇਹ ਮਨੋਹਰ ਲਾਲ ਖੱਟਰ ਆ ਨਾ ਜਿਹੜਾ ਹਰਿਆਣੇ ਦਾ, ਗਿੱਲ ਸਾਹਿਬ, ਇਹ ਚੋਣਾਂ 'ਚ ਕਰਾਰੀ ਹਾਰ ਵੀ ਮਿਲ ਗਈ ਇਹਨੂੰ, ਨਗਰ ਕੌਂਸਲ ਦੀਆਂ ਸ਼ਹਿਰੀ ਚੋਣਾਂ 'ਚ ਬੁਰੀ ਤਰ੍ਹਾਂ ਦੇ ਨਾਲ ਹਾਰ ਵੀ ਗਿਆ ਔਰ ਇਹਨੂੰ ਇਹ ਨਹੀਂ ਸਮਝ ਆਈ ਅਜੇ ਤੱਕ ਵੀ ਇਹ ਲੋਕ ਕਰਦੇ ਕੀ ਨੇ। ਔਰ ਇਹ ਜਦੋਂ ਉਹਨਾਂ ਦੇ ਮੂਹਰੇ ਟੋਏ ਪੱਟਦੇ ਨੇ 15-15 ਫੁੱਟ ਡੂੰਘੇ, ਉਹ ਬੁੱਕਾ ਮਾਨਾ ਭਰ ਕੇ ਪੰਜਾਬੀ ਲੰਘਿਆ ਏ, ਫਿਰ ਇਹਨੇ ਉਸ ਤੋਂ ਬਾਅਦ ਬੈਰੀਗੇਟ ਲਾਏ, ਉਹ ਬੈਰੀਗੇਟ ਟਰੈਕਟਰਾਂ ਮਗਰ ਪਾ ਕੇ ਖਿੱਚ ਲਿਆਏ। ਫਿਰ ਗਿੱਲ ਸਾਹਿਬ ਇਹਨੇ ਉੱਥੇ ਨਾ ਸੰਗਲ ਲਾਈ ਬੈਠਾ, ਸਿੰਘੂ ਬਾਰਡਰ ਦੇ ਉੱਤੇ ਸੰਗਲਾਂ ਨਾਲ ਬੰਨੀ ਬੈਠੇ ਨੇ ਪੁਲਿਸ ਵਾਲੇ, ਜਿੰਨੇ ਪੱਥਰ ਨੇ ਸੰਗਲ ਲਾਈ ਬੈਠੇ ਨੇ। ਮੈਂ ਉੱਥੇ ਮੁੰਡਿਆਂ ਨੂੰ ਪੁੱਛਿਆ, ਮੈਂ ਕਿਹਾ ਇਹਨਾਂ ਨੇ ਸੰਗਲ ਲਾਤੇ? ਕਹਿੰਦੇ ਬਾਈ ਇੱਕ ਵਾਰ ਪ੍ਰਧਾਨ ਹੋਣੀ ਕਹਿ ਦੇਣੇ ਇਹਨਾਂ ਨੂੰ ਤਾਂ ਲਿਜਾ ਕੇ ਕੱਟੀਆਂ ਬੰਨਾਂਗੇ ਘਰਾਂ 'ਚ, ਐਡੀ ਗੱਲ ਨਹੀਂ ਹੈਗੀ। ਸੋ ਇਹੀ ਗੱਲ ਰਾਜਸਥਾਨ ਵਾਲਿਆਂ ਨੇ ਕੀਤੀ ਹੈ। ਰਾਜਸਥਾਨ ਵਾਲਿਆਂ ਨੇ ਪਾ ਕੇ ਟਰੈਕਟਰ ਪੱਥਰਾਂ ਮਗਰ ਤਾੜ ਖਿੱਚੇ ਨੇ, ਉਹ ਜਿਵੇਂ ਉੱਤਰਾਖੰਡ ਵਾਲਾ ਨੌਜਵਾਨ ਲੈ ਕੇ ਆਇਆ ਉਸੇ ਤਰੀਕੇ ਦੇ ਨਾਲ ਅੱਜ ਰਾਜਸਥਾਨ। ਪਰ ਇਹ ਫੇਰ ਨਹੀਂ ਬਾਜ਼ ਆਉਂਦਾ, ਫੇਰ ਨਹੀਂ ਇਹਦੀ ਪੁਲਿਸ ਆ ਜਿਹੜੀ ਉਹ ਪਾਣੀ ਦੀਆਂ ਵਿਛਾੜਾਂ ਪੋਹ ਦੇ ਮਹੀਨੇ ਦੇ ਵਿੱਚ 3 ਡਿਗਰੀ ਟੈਂਪਰੇਚਰ ਆ ਗਿੱਲ ਸਾਹਿਬ ਹਰਿਆਣੇ 'ਚ, ਔਰ 3 ਡਿਗਰੀ ਟੈਂਪਰੇਚਰ ਦੇ ਉੱਤੇ ਇਹਨਾਂ ਨੂੰ ਇਹ ਜਾਕ ਆਉਣੀ ਚਾਹੀਦੀ ਹੈ ਵੀ ਅਸੀਂ ਬਜ਼ੁਰਗਾਂ ਦੇ ਉੱਤੇ, ਬੱਚਿਆਂ ਦੇ ਉੱਤੇ, ਨੌਜਵਾਨਾਂ ਦੇ ਉੱਤੇ ਪਾਣੀ ਦੀਆਂ, ਠੰਡੇ ਪਾਣੀ ਦੀਆਂ ਵਿਛਾੜਾਂ ਨੇ ਜਿਹੜੀਆਂ ਉਹ ਮਾਰ ਰਹੇ ਆ, ਲਾਠੀਆਂ ਮਾਰ ਰਹੇ ਆ। ਔਰ ਇਹ ਮਹੀਨੇ ਦੇ ਵਿੱਚ ਉਹ ਕੋਈ ਗੈਂਗਸਟਰ ਨਹੀਂ ਹੈਗੇ, ਕੋਈ ਬਦਮਾਸ਼ ਨਹੀਂ ਹੈਗੇ, ਉਹ ਅੰਨਦਾਤਾ ਹੈ। ਔਰ ਕੱਲ ਹੀ ਰਾਜਨਾਥ ਸਿੰਘ ਕਹਿੰਦਾ ਵੀ ਇਹ ਤਾਂ ਸਿਰ ਝੁਕਦਾ, ਕਹਿੰਦਾ ਸਾਡਾ ਇਹਨਾਂ ਮੂਹਰੇ ਅੰਨਦਾਤੇ ਆ, ਕਿਸਾਨ ਹੈ, ਪਰ ਦੂਜੇ ਬੰਨੇ ਵਿਛਾੜਾ ਮਾਰ ਰਹੇ ਨੇ। ਸੋ ਇਹ ਬਾਲ ਛਾਲ ਹਰ ਨੀਤੀ ਜਿਹੜੀ ਅਪਣਾਉਂਦੇ ਜਾ ਰਹੇ ਨੇ, ਲੇਕਿਨ ਫਿਰ ਵੀ ਜਿਹੜੇ ਲੋਕ ਅੱਗੇ ਵਧ ਰਹੇ ਨੇ, ਸਲਾਮ ਆ ਉਹਨਾਂ ਲੋਕਾਂ ਨੂੰ ਜੀ। ਅੱਛਾ, ਨਾਲ ਹੀ ਇਹ ਦੱਸਿਓ ਕਿ ਇਹ ਸਾਨੂੰ ਪਤਾ ਹੈ ਕਿ ਉੱਥੇ ਦੀਆਂ ਜਿਹੜੀਆਂ ਬਲਾਤਕਾਰੀ ਤੇ ਨਾਲ ਹੀ ਝੂਠੇ ਮੁਕਾਬਲੇ ਬਣਾਉਣ ਵਾਲੀਆਂ ਫੋਰਸਾਂ, ਮਸ਼ੀਨਾਂ ਨੇ ਸਾਰੇ ਸੂਬਿਆਂ 'ਚ ਨੇ ਤੇ ਬਟਨ ਨੱਪਦਿਆਂ ਹੀ ਹੋ ਜਾਂਦਾ। ਪੰਜਾਬ ਤੇ ਸ਼੍ਰੀਨਗਰ ਵਾਲੇ ਤਾਂ ਤਿਆਰੀ 'ਚ ਰਹਿੰਦੇ ਹਰ ਵਕਤ, ਝਾਰਖੰਡ ਵਾਲਿਆਂ ਨੇ ਵੀ ਵੇਖਿਆ, ਬਿਹਾਰ ਵਾਲਿਆਂ ਨੇ ਵੀ ਵੇਖਿਆ। ਸ਼੍ਰੀਨਗਰ 'ਚ ਜਵਾਕ ਜਿਹੜੇ 2 ਮਾਰਤੇ ਪੁਲਿਸ ਨੇ ਜਾਂ ਪੈਰਾਮਿਲਟਰੀਜ਼ ਨੇ, ਉੱਥੇ ਪਤਾ ਹੈ ਚਿੱਟੀ ਸਿੰਘਪੁਰਾ ਦੇ ਵਿੱਚ ਜਦ ਕਲਿੰਟਨ ਆਇਆ ਤਾਂ ਕਿਵੇਂ ਚੱਕ ਕੇ ਸਿੱਖ ਮਾਰੇ ਤੇ ਗੁਆਂਢ ਦੇ ਵਿੱਚ ਚਰਵਾਹੇ ਮਾਰ ਕੇ ਦੱਬ ਤੇ DNA ਦੇ ਵਿੱਚ ਪਤਾ ਲੱਗ ਗਿਆ। ਇਹ ਜ਼ੁਲਮ ਦੀ ਦਾਸਤਾਂ ਹੈ। ਫਿਰ ਉਹਨੂੰ ਲੁਕਾਉਂਦੇ ਨੇ। 25,000 ਲਾਸ਼ਾਂ ਦੀ ਇੰਟਰਨੈਸ਼ਨਲ ਸਟੇਜ ਤੇ ਸਰਦਾਰ ਖਾਲੜਾ ਗੱਲ ਕਰ ਗਿਆ ਤੇ ਉਹਨੂੰ ਪਤਾ ਸੀ 25,001 ਬਣਨਾ। ਸ਼੍ਰੀਨਗਰ ਦੇ ਵਿੱਚ ਮੁਕਾਬਲਾ ਹੋਇਆ, ਮਾਪੇ ਕਹਿੰਦੇ ਸਾਡੇ ਜਵਾਕ ਯੂਨੀਵਰਸਿਟੀ ਨੂੰ ਗਏ ਨੇ, ਸਾਲ ਤੋਂ ਉੱਪਰਲਾ ਸਮਾਂ ਹੋ ਗਿਆ, ਬੁਰਸ਼ਾਗਰਦੀ ਦੀ ਇੰਤਹਾ ਹੋਈ ਪਈ ਹੈ ਤੇ ਇਹ ਮੁਕਾਬਲਾ ਕਿੱਥੇ ਕੀਤਾ ਤੇ ਝੂਠੇ ਮੁਕਾਬਲੇ ਦੇ ਵਿੱਚ ਕਿਹਨੂੰ ਸ਼ਹੀਦ ਕੀਤਾ? ਜੀ ਗਿੱਲ ਸਾਹਿਬ, ਦੇਖੋ ਬਿਲਕੁਲ ਝੂਠਾ ਮੁਕਾਬਲਾ ਹੋਇਆ। ਨੌਜਵਾਨ ਬੱਚੇ ਨੇ ਜਿਹੜੇ ਉਹ ਮਾਰ ਦਿੱਤੇ ਗਏ ਔਰ ਪੁਲਿਸ ਨੇ ਕਿਹਾ ਵੀ ਅਸੀਂ ਅੱਤਵਾਦੀ ਮਾਰਤੇ। ਉਸ ਤੋਂ ਬਾਅਦ ਮਾਪਿਆਂ ਨੇ ਉਹਦਾ ਰਿਕਾਰਡ ਕੱਢ ਲਿਆਂਦਾ। ਮਾਪੇ ਕਹਿੰਦੇ ਕੱਲ ਦੀ ਘਟਨਾ ਗਿੱਲ ਸਾਹਿਬ, ਕੱਲ ਮਾਰੇ ਨੇ, ਜਦੋਂ ਦਿਖਾਇਆ ਵੀ ਮੁਕਾਬਲਾ ਹੋਇਆ ਜੀ, 3 ਅੱਤਵਾਦੀ ਮਾਰਤੇ। ਉਹ ਤਾਂ ਵਿਚਾਰੇ ਯੂਨੀਵਰਸਿਟੀ ਦੇ ਫਾਰਮ ਭਰਨ ਗਏ ਸਟੂਡੈਂਟ ਸੀਗੇ ਔਰ ਸਟੂਡੈਂਟਾਂ ਨੂੰ ਚੱਕ ਕੇ ਮਾਰ ਕੇ ਕਹਿੰਦੇ ਨੇ ਵੀ ਅਸੀਂ ਜਿਹੜਾ ਉਹ ਅੱਤਵਾਦੀ ਮਾਰ ਦਿੱਤੇ ਨੇ। ਸੋ ਇਹ ਬਹੁਤ ਵੱਡੀ ਵਰਸ਼ਾਗਰਦੀ ਹੈ ਜਿਹੜੀ ਉਹ ਹੋਈ ਹੈ ਸ਼੍ਰੀਨਗਰ ਦੇ ਵਿੱਚ। ਸ਼੍ਰੀਨਗਰ ਦੀ ਇਹ ਘਟਨਾ ਗਿੱਲ ਸਾਹਿਬ, ਔਰ ਮਾਰੇ ਗਏ 3 ਹੀ ਬੱਚੇ, ਜਿਨ੍ਹਾਂ 'ਚੋਂ 2 ਤਾਂ ਯੂਨੀਵਰਸਿਟੀ ਦੇ ਫਾਰਮ ਭਰਨ ਗਏ ਸੀ, 1 ਨਾਲ ਗਿਆ ਸੀ, ਔਰ 3 ਨੂੰ ਮਾਰ ਦਿੱਤਾ ਗਿਆ। ਸੋ ਹੁਣ ਪੁਲਿਸ ਨੂੰ ਜਿਹੜਾ ਇਸ ਵਿਸ਼ੇ ਦੇ ਉੱਤੇ ਕੋਈ ਸਵਾਲ, ਕੋਈ ਜਵਾਬ ਜਿਹੜਾ ਉਹਨਾਂ ਨੂੰ ਨਹੀਂ ਆਉੜ ਰਿਹਾ। ਸਵਾਲ ਲੋਕ ਕਰ ਰਹੇ ਨੇ, ਲੋਕ ਪੁੱਛ ਰਹੇ ਨੇ। ਔਰ ਬਰਹਾਨ ਬਾਨੀ ਦੀ ਜਦੋਂ ਮੌਤ ਹੋਈ ਸੀ ਗਿੱਲ ਸਾਹਿਬ, ਜਦੋਂ ਉਹਦਾ ਜਨਾਜ਼ਾ ਨਿਕਲਿਆ ਸੀ ਨਾ, 2 ਸਾਲ ਦੀ ਘਟਨਾ ਹੋਈ ਹੈ, ਤਾਂ ਉਸ ਜਨਾਜ਼ੇ ਦੇ ਵਿੱਚ ਲੱਖਾਂ ਲੋਕ ਸ਼ਾਮਲ ਹੋਏ ਸੀ। ਔਰ ਉਸ ਤੋਂ ਬਾਅਦ ਅਜਿਹੀਆਂ ਘਟਨਾਵਾਂ ਵਾਪਰੀਆਂ ਕਿ ਉੱਥੇ ਪੁਲਿਸ ਜਿਨ੍ਹਾਂ ਨੂੰ ਕਹਿੰਦੀ ਹੈ ਕਿ ਅੱਤਵਾਦੀ ਨੇ, ਟੈਰਰਿਸਟ ਨੇ, ਲੋਕ ਕਹਿੰਦੇ ਨੇ ਸਾਡੇ ਹੀਰੋ ਨੇ ਜੀ। ਔਰ ਉੱਥੋਂ ਧਾਰਾ 370 ਤੇ 35 ਹਟਾਉਣ ਤੋਂ ਬਾਅਦ ਇਹਨਾਂ ਨੇ 6.5 ਲੱਖ ਦੀ ਆਰਮੀ ਉੱਥੇ ਲਾ ਰੱਖੀ ਆ। ਕਿੰਨਾ ਪੈਸਾ ਪਾਣੀ ਵਾਂਗੂ ਬਹਾ ਰੱਖਿਆ ਉੱਥੇ ਆਰਮੀ ਦੇ ਉੱਤੇ। ਲੇਕਿਨ ਉੱਥੋਂ ਦੇ ਲੋਕਾਂ ਨੂੰ ਜਿਸ ਤਰੀਕੇ ਦੇ ਨਾਲ ਨਪੀੜਿਆ ਗਾ ਭਾਰਤੀ ਹਕੂਮਤ ਨੇ, ਉਹ ਸਾਡੇ ਸਾਹਮਣੇ ਆ। ਉੱਥੇ ਡੈਮੋਕ੍ਰੈਟਿਕ ਰਾਈਟਸ ਲੋਕਾਂ ਦੇ ਕੁਚਲੇ ਜਾ ਰਹੇ ਨੇ, ਬੈਲਟ ਗੰਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਕਿੰਨੇ ਲੋਕਾਂ ਨੂੰ ਜਿਹੜਾ ਉਹ ਬਿਨਾਂ ਟਰਾਇਲ ਚਲਾਏ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਹੋਇਆ। ਸੋ ਉੱਥੇ UNO ਤੱਕ ਵਾਲੀਆਂ ਸੰਸਥਾਵਾਂ ਬੋਲ ਰਹੀਆਂ ਨੇ, ਮਨੁੱਖੀ ਅਧਿਕਾਰਾਂ ਦੇ ਕਾਰਕੁਨ ਬੋਲ ਰਹੇ ਨੇ, ਲੇਕਿਨ ਫਿਰ ਵੀ ਇਹ ਜਿਹੜੀ ਵਰਸ਼ਾ ਕਰਦੀ ਹੈ ਉਹਦੇ ਤੋਂ ਹਕੂਮਤ ਬਾਜ਼ ਨਹੀਂ ਆ ਰਹੀ। ਸੋ ਇਹਦੀ ਜਾਂਚ ਹੋਣੀ ਚਾਹੀਦੀ ਹੈ। ਜਿਹੜੀ ਕੱਲ ਘਟਨਾ ਵਾਪਰੀ ਹੈ, ਸਟੂਡੈਂਟ ਮਾਰੇ ਗਏ ਨੇ 3
ਔਰ ਇਸ ਮਸਲੇ ਦੀ ਜਾਂਚ ਹੋਣ ਤੋਂ ਬਾਅਦ ਜਿਹੜੇ ਦੋਸ਼ੀ ਨੇ ਉਹਨਾਂ ਖਿਲਾਫ ਸਖਤ ਕਾਰਵਾਈ ਆ ਜਿਹੜੀ ਉਹ ਹੋਣੀ ਚਾਹੀਦੀ ਆ। ਜੀ ਗੱਲ ਸਾਹਿਬ। ਅੱਛਾ, ਕੇਰਲਾ ਦੇ ਵਿੱਚ ਭਾਜਪਾ ਦਾ ਇੱਕੋ ਹੀ ਇੱਕ ਵਿਧਾਇਕ ਆ ਤੇ ਉਹਨੇ ਵੀ ਕਹਿ ਦਿੱਤਾ ਵੀ ਇਹ ਕਾਨੂੰਨ ਠੀਕ ਨਹੀਂ। ਬਿਲਕੁਲ ਗੱਲ ਸਾਹਿਬ। ਔਰ ਭਾਰਤੀ ਜਨਤਾ ਪਾਰਟੀ ਦੀ ਹਾਲਤ ਅੱਜ ਕੱਲ ਇਹੀ ਹੋਈ ਵੀ ਹੈ ਵੀ ਕੇਰਲਾ ਸੂਬੇ ਦੇ ਵਿੱਚ ਇੱਕੋ ਇੱਕ ਵਿਧਾਇਕ ਹੈ ਇਹਨਾਂ ਦਾ ਭਾਜਪਾ ਦਾ। ਔਰ ਅੱਜ ਉਹਨੇ ਵੀ ਕਹਿਤਾ, ਉਹ ਕਹਿੰਦਾ ਵੀ ਖੇਤੀ ਕਾਨੂੰਨਾਂ ਦੇ ਮਸਲੇ ਤੇ ਮੈਂ ਤਾਂ ਕੇਰਲਾ ਦੀ ਜਿਹੜੀ ਸਰਕਾਰ ਆ ਉਹਦੇ ਨਾਲ ਆ। ਸੂਬਾ ਸਰਕਾਰ ਬਿੱਲ ਲੈ ਕੇ ਆਈ ਗੱਲ ਸਾਹਿਬ ਉੱਥੇ ਵੀ ਖੇਤੀ ਕਾਨੂੰਨ ਰੱਦ ਹੋਣੇ ਚਾਹੀਦੇ ਆ। ਔਰ ਉਹਨੇ ਹਿੱਕ ਠੋਕ ਕੇ ਕਹਿਤਾ ਵੀ ਹਾਂ ਬਿਲਕੁਲ ਰੱਦ ਹੋਣੇ ਚਾਹੀਦੇ। ਜਦੋਂ ਉਹਨੂੰ ਪੁੱਛਿਆ ਵੀ ਤਾਂ ਤੇਰੀ ਭਾਰਤੀ ਜਨਤਾ ਪਾਰਟੀ ਦੀ ਹਕੂਮਤ ਲੈ ਕੇ ਆਈ ਆ, ਕਹਿੰਦਾ ਜੀ ਸਹੀ ਗੱਲ ਸਹੀ ਆ ਤੇ ਗਲਤ ਗਲਤ ਆ। ਮੈਂ ਤਾਂ ਕਹਿੰਦਾ ਕੱਲਾ ਬੰਦਾ ਗਾ, ਮੈਂ ਤਾਂ ਇੱਥੇ ਕਹਿਣਾਗਾ ਹਿੱਕ ਠੋਕ ਕੇ ਵੀ ਇਹ ਖੇਤੀ ਕਾਨੂੰਨ ਵਾਪਸ ਹੋਣੇ ਚਾਹੀਦੇ ਨੇ। ਤਾਂ ਮੈਨੂੰ ਲੱਗਦਾ ਕਿ ਅਜਿਹੇ ਲੋਕਾਂ ਨੂੰ ਬੀਜੇਪੀ ਦੇ ਵਿੱਚ ਜਿਹੜੇ ਹੋਰ ਵੀ ਹੈਗੇ ਨੇ ਉਹਨਾਂ ਨੂੰ ਵੀ ਖੁੱਲ੍ਹ ਕੇ ਬਾਹਰ ਆਉਣਾ ਚਾਹੀਦਾ ਔਰ ਖੁੱਲ੍ਹ ਕੇ ਬਾਹਰ ਆ ਕੇ ਕਿਸਾਨਾਂ ਦੀ ਹਮਾਇਤ ਦੇ ਵਿੱਚ ਨਿੱਤਰਨਾ ਚਾਹੀਦਾ। ਸੋ ਇੱਥੋਂ ਆਪਾਂ ਇਹ ਕਹਿ ਸਕਦੇ ਹਾਂ ਵੀ ਕੇਰਲਾ ਪੂਰੇ ਦਾ ਪੂਰਾ ਸੂਬਾ ਗਾ ਜਿਹੜਾ ਉਹ ਕਿਸਾਨਾਂ ਦੇ ਪੱਖ 'ਚ ਖੜ ਗਿਆ। ਔਰ ਦੂਜੇ ਬੰਨੇ ਇੱਥੇ ਸਾਡੇ ਪੰਜਾਬ ਵਾਲੇ ਜਿਹੜੇ ਕਿਸਾਨ ਹੋ ਕੇ ਖੇਤਾਂ ਦੇ ਪੁੱਤ ਹੋ ਕੇ ਹਰਜੀਤ ਗਰੇਵਾਲ ਵਰਗੇ ਔਰ ਉਹ ਦਸਤਾਰਾਂ ਸਜਾ ਕੇ ਉਹ ਭਾਰਤੀ ਜਨਤਾ ਪਾਰਟੀ ਦੇ ਪੱਖ 'ਚ ਜਾ ਰਹੇ ਨੇ। ਮੈਨੂੰ ਲੱਗਦਾ ਹਰਜੀਤ ਗਰੇਵਾਲ ਨੂੰ ਵੀ ਕੇਰਲਾ ਦੇ ਉਸ MLA ਤੋਂ ਸਿੱਖਣਾ ਚਾਹੀਦਾ। ਇਹ ਤਾਂ MLA ਵੀ ਨਹੀਂ ਹੈਗਾ, ਇਹ ਤਾਂ ਤਿਉਂ 'ਚ ਨਹੀਂ, ਨਾ 13 'ਚ ਹੈ, ਨਾ ਟੋਕਰੀ ਵਾਲੇ ਬੇਰਾਂ 'ਚ, ਨਾ ਪਲੇਅਰਾਂ 'ਚ, ਨਾ ਸਪੇਅਰਾਂ 'ਚ। ਇਹਨੂੰ ਫੇਰ ਵੀ ਉਹ MLA ਤੋਂ ਸਿੱਖਣਾ ਚਾਹੀਦਾ। ਜੀ ਗੱਲ ਸਾਹਿਬ। ਬਿਲਕੁਲ ਜੀ। ਉਹ ਕਹਿੰਦੇ ਨਾ ਬਈ ਜਿਹੜੀ ਸ਼ਰਮ ਤਾਂ ਮੰਨੇ ਦੀ ਵੀ ਹੈ, ਉਹ ਵੀ ਨੇ ਜਿਹੜੇ ਉਂਗਲ ਨਹੀਂ ਕਰਨ ਦਿੰਦੇ ਤੇ ਦਰਖਤ ਵਾਲਾ ਲਾਣਾ ਵੀ ਹੈ ਜਿਹੜਾ ਕਹਿੰਦਾ ਛਾਵੇਂ ਬੈਠਾਂਗੇ। ਦੁਨੀਆ ਦੇ ਵਿੱਚ ਪੱਤਰਕਾਰੀ ਦਾ ਲਾਲ ਹੈ, ਨਿੱਤ ਤੋਏ ਤੋਏ ਹੁੰਦੀ ਹੈ, ਨਿੱਤ ਸਵਾਹ ਸ਼ੱਕਰ ਸੇਮੀਆਂ ਹੁੰਦੀਆਂ ਨੇ, ਗਰਦ ਉੱਡਦੀ ਆ। ਪਰ ਜਿਹਨੇ ਨਹੀਂ ਸੰਗ ਮੰਨਣੀ ਉਹਨੇ ਨਹੀਂ ਮੰਨਣੀ, ਜਿਹਨੇ ਮੰਨਣੀ ਹੈ ਉਹਨੇ ਮੰਨ ਲੈਣੀ ਹੈ। ਇਸ ਸਮੇਂ ਦੇ ਵਿੱਚ ਜਦ ਸਾਰਾ ਪੰਜਾਬ, ਸਾਰਾ ਹਰਿਆਣਾ, ਸਾਰੀ UP ਤੇ ਰਾਜਸਥਾਨ ਇੱਕ ਤਰਜ਼ ਤੇ ਖੜਾ ਜਿੱਥੇ ਵਿਰੋਧਤਾ ਹੀ ਬਹੁਤ ਘੱਟ ਹੈ ਤੇ ਉੱਥੇ ਵੀ ਹਲੇ ਲੋਕ ਵਿਰੋਧਤਾ ਕਰੀ ਜਾਂਦੇ ਨੇ। ਕਈਆਂ ਨੂੰ ਪਿੰਨੀਆਂ ਔਖੀਆਂ ਲੱਗਦੀਆਂ, ਕਈਆਂ ਨੂੰ ਦੇਸੀ ਘਿਓ ਔਖਾ ਲੱਗਦਾ, ਕਈਆਂ ਨੂੰ ਉੱਥੇ ਦੇ ਪੀਜ਼ੇ, ਕਈ ਕਹਿੰਦੇ ਉਹਨਾਂ ਦੀਆਂ ਪਿੰਜਣੀਆਂ ਘੁੱਟਣ ਵਾਲੀਆਂ ਮਸ਼ੀਨਾਂ ਕਿਉਂ ਲਾ ਦਿੱਤੀਆਂ। ਇਹ ਉਹ ਨੇ ਜਿਨ੍ਹਾਂ ਦੇ ਵਿੱਚ ਵਫਾ ਦੀ ਚਿਣਗ ਨਹੀਂ ਹੈ। ਉਹ ਕਿਸੇ ਦੀ ਵੀ ਨਹੀਂ, ਨਾ ਉਹ ਕਿਸੇ ਮਾਂ ਦੇ, ਨਾ ਉਹ ਕਿਸੇ ਪਿਓ ਦੇ, ਨਾ ਉਹ ਧਰਮ ਦੇ, ਨਾ ਉਹ ਕੌਮ ਦੇ, ਕਿਸੇ ਪਾਸੇ ਨਹੀਂ ਹੈ। ਉਹ ਆਪਣੇ ਆਪ ਹੀ ਨੇ। ਤੇ ਆਪਾਂ ਪਿਛਲੇ 3 ਮਹੀਨੇ ਦੇ ਵਿੱਚ, ਤੁਸੀਂ ਅਕਤੂਬਰ ਤੋਂ ਇੱਥੇ ਨਾਲ ਮੇਰੇ ਸ਼ਾਮਲ ਹੁੰਦੇ ਰਹੇ ਹੋ, 3 ਮਹੀਨੇ ਹੋ ਗਏ ਜਦ ਦਾ ਸੰਘਰਸ਼ ਸ਼ੁਰੂ ਹੋਇਆ ਤੇ ਇਸ ਸਾਲ ਦਾ ਇਹ ਆਖਰੀ ਪ੍ਰੋਗਰਾਮ ਹੈ। ਹੁਣ 4 ਜਨਵਰੀ ਨੂੰ ਸੋਮਵਾਰ ਨੂੰ ਆਪਾਂ ਗੱਲਾਂ ਬਾਤਾਂ ਫੇਰ ਕਰਾਂਗੇ। ਅਖੀਰ ਦੇ ਵਿੱਚ ਕੋਈ ਮਨ ਦੀ ਮੰਗ ਹੋਵੇ, ਮਨ ਦੀ ਗੱਲ ਹੋਵੇ, ਸਰੋਤਿਆਂ ਨਾਲ ਸਾਂਝੀ ਕਰਨਾ ਚਾਹੋ। ਸਰੋਤਿਆਂ ਦਾ ਸੁਨੇਹਾ ਮੈਨੂੰ ਇਹ ਹੈ ਕਿ ਤੁਹਾਡੀ ਗੱਲਬਾਤ ਤੋਂ, ਤੁਹਾਡੇ ਲਹਿਜੇ ਤੋਂ, ਤੁਹਾਡੀ ਸਾਫ਼ ਗੋਈ ਤੇ ਤੁਹਾਡੀ ਸੱਚਾਈ ਤੋਂ ਉਹ ਸਾਰੇ ਸ਼ਰਸ਼ਾਰ ਨੇ ਤੇ ਖੁਸ਼ ਨੇ। ਤੁਸੀਂ ਆਪਣੇ ਵੱਲੋਂ ਕੁਝ ਕਹਿਣਾ ਚਾਹੋ। ਸ਼ੁਕਰੀਆ ਜੀ ਗਿੱਲ ਸਾਹਿਬ, ਬਹੁਤ ਖੁਸ਼ੀ ਦੀ ਗੱਲ ਹੈਗੀ। ਔਰ ਇਹ ਆਪਣਾ ਪ੍ਰੋਗਰਾਮ ਇਸ ਵਰੇ ਦਾ ਆਖਰੀ ਪ੍ਰੋਗਰਾਮ ਹੈ। ਇਸ ਤੋਂ ਬਾਅਦ ਆਪਾਂ 2021 ਦੇ ਵਿੱਚ ਹਾਜ਼ਰ ਹੋਵਾਂਗੇ। ਸੋ ਇੱਕ ਤਾਂ ਸਾਰੇ ਹੀ ਪ੍ਰਵਾਸੀ ਭਾਰਤੀਆਂ ਨੂੰ ਜਿਹੜਾ ਉਹ ਹੈਪੀ ਨਿਊ ਈਅਰ। ਦੂਸਰਾ ਸਲਾਮ ਕਰਦਾ ਗਿੱਲ ਸਾਹਿਬ ਮੈਂ ਪ੍ਰਵਾਸੀ ਭਾਰਤੀਆਂ ਦੇ ਜਜ਼ਬੇ ਨੂੰ ਕਿ ਉਹਨਾਂ ਦੇ ਹੌਸਲੇ, ਉਹਨਾਂ ਦੇ ਜਜ਼ਬੇ ਨੇ ਇਸ ਅੰਦੋਲਨ ਨੂੰ ਬਹੁਤ ਜਿਹੜਾ ਉਹ ਅੱਗੇ ਲਗਾਏ ਨੇ। ਇਹ ਤਾਂ ਆਪਣੇ ਚੰਦ ਚੈਨਲ ਸੀ ਗਿੱਲ ਸਾਹਿਬ ਜਿਹੜੇ ਇਸ ਅੰਦੋਲਨ ਦੇ ਪੱਖ 'ਚ ਬੋਲ ਰਹੇ ਸੀ, ਲੇਕਿਨ ਜਦੋਂ ਤੁਸੀਂ ਦਬਾਅ ਪਾਇਆ ਕੈਨੇਡਾ ਨੇ, ਜਸਟਿਨ ਟਰੂਡੋ ਤੁਹਾਡਾ ਬੋਲਿਆ, ਉਹ ਇਸ ਕਰਕੇ ਨਹੀਂ ਬੋਲਿਆ ਵੀ ਉਹਨੂੰ ਹਮਦਰਦੀ ਸੀ, ਉਹ ਇਸ ਕਰਕੇ ਬੋਲਿਆ ਕਿਉਂਕਿ ਪ੍ਰਵਾਸੀ ਪੰਜਾਬੀਆਂ ਨੇ ਉਸ ਨੂੰ ਬੋਲਣ ਦੇ ਲਈ ਮਜਬੂਰ ਕੀਤਾ। ਔਰ ਜਦੋਂ ਬੋਲਿਆ ਉਸ ਤੋਂ ਬਾਅਦ ਇੰਟਰਨੈਸ਼ਨਲ ਨਿਊਜ਼ ਬਣੀ, ਫਿਰ ਇੰਗਲੈਂਡ 'ਚ ਗੱਲ ਗਈ, ਫਿਰ UNO ਬੋਲੀ, ਇੰਟਰਨੈਸ਼ਨਲ ਨਿਊਜ਼ ਬਣਨ ਤੋਂ ਬਾਅਦ ਨੈਸ਼ਨਲ ਨਿਊਜ਼ ਬਣੀ ਹੈ। ਔਰ ਇਹਦੇ 'ਚ ਪ੍ਰਵਾਸੀ ਪੰਜਾਬੀਆਂ ਦਾ ਵੱਡਾ ਯੋਗਦਾਨ ਹੈ। ਬਹੁਤ ਫੰਡਿੰਗ ਹੋ ਰਹੀ ਹੈ, ਬਹੁਤ ਯੋਗਦਾਨ ਪ੍ਰਵਾਸੀ ਪੰਜਾਬੀ ਪਾ ਰਹੇ ਨੇ। ਔਰ ਜਿਹੜੇ ਸ਼ਹੀਦ ਹੋਏ ਪਰਿਵਾਰ ਨੇ ਉਹਨਾਂ ਦੇ ਲਈ ਆਪਣਾ ਸ਼ੇਰੇ ਪੰਜਾਬ ਰੇਡੀਓ ਨੇ ਸਭ ਤੋਂ ਵੱਡਾ ਯੋਗਦਾਨ ਦੁਨੀਆ ਦੇ ਵਿੱਚੋਂ ਪਾਇਆ ਗਾ। ਸੋ ਸਦਕੇ ਸਲਾਮ ਕਰਦਾ ਗਿੱਲ ਸਾਹਿਬ। ਔਰ ਇਹ ਐਜੀਟੇਸ਼ਨ ਅੱਗੇ ਵਧੇ, ਜਿੱਤ ਵਾਲੇ ਪਾਸੇ ਨੂੰ ਜਾਊਗੀ। ਆਪਾਂ ਹੌਸਲੇ ਦੇ ਨਾਲ ਇਸ ਐਜੀਟੇਸ਼ਨ ਦੀ ਹਮਾਇਤ ਕਰਦੇ ਰਹੀਏ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਗਿੱਲ ਸਾਹਿਬ। ਧੰਨਵਾਦ, ਜਿਉਂਦੇ ਵਸਦੇ ਰਹੋ ਤੇ ਚੜ੍ਹਦੀਆਂ ਕਲਾਂ। ਇਸ ਦੁਨੀਆ ਦੇ ਵਿੱਚ ਜਦ ਤੁਸੀਂ ਕੁਛ ਅਜਿਹਾ ਕਰਕੇ ਜਾਂਦੇ ਹੋ ਤੇ ਤੁਹਾਨੂੰ ਕੋਈ ਯਾਦ ਕਰਨ, 5 ਕਰਨ, 7 ਕਰਨ, ਜਿੰਨੇ ਕਰਨ, ਇਹੀ ਵਧੀਆ ਹੁੰਦਾ ਹੈ। ਗੁਰੂ ਆਸ਼ੇ ਮੁਤਾਬਕ ਸਰਬੱਤ ਦੇ ਭਲੇ ਤੇ ਚੱਲ ਕੇ ਆਪਾਂ ਸਾਰਿਆਂ ਲਈ ਵਧੀਆ ਕਰ ਸਕੇ। ਧੰਨਵਾਦ ਬਹੁਤ ਬਹੁਤ, ਜਿਉਂਦੇ ਵਸਦੇ ਰਹੋ। ਸ਼ੁਕਰੀਆ ਜੀ ਗੱਲ। ਖਾਸ ਅਨਾਉਂਸਮੈਂਟਸ ਨੇ ਜੀ, ਆ ਕੇ ਖਬਰਾਂ ਤੋਂ ਬਾਅਦ ਕਰਾਂਗਾ। ਹੁਣ ਸਮਾਂ ਘੱਟ ਹੈ, ਕਾਲਰ ਲੈ ਲਈਏ। ਸਰਦਾਰ ਸੁਖਮੰਦਰ ਸਿੰਘ ਜੀ, ਤੁਸੀਂ ਏਅਰ ਤੇ ਹੋ।
ਸਤਿ ਸ਼੍ਰੀ ਅਕਾਲ ਬਾਈ ਜੀ। ਬਾਈ ਜੀ ਮੈਂ ਤਾਂ ਆਫਰ ਗੱਲ ਕਰਨੀ ਤੁਹਾਡੇ ਨਾਲ 2 ਮਿੰਟ। ਓਕੇ ਜੀ, ਹੋਲਡ ਕਰਿਓ, ਮੈਂ ਫਿਰ ਗੱਲ ਕਰਦਾ ਤੁਹਾਨੂੰ ਜਾਂ ਖਬਰਾਂ ਤੇ ਜਾਂ ਤੁਹਾਨੂੰ ਵਾਪਸ ਫੋਨ ਕਰ ਲੈਂਦੇ ਆ ਜੀ। 1 ਮਿੰਟ ਮੈਂ ਨੰਬਰ ਤੁਹਾਡਾ ਲਿਖ ਲੈਣਾ। ਹੋਲਡ ਕਰ ਲਓ, ਫਿਰ ਹੋਲਡ ਕਰ ਲਓ, 2 ਮਿੰਟ ਰਹਿੰਦੇ ਨੇ, ਹੁਣੇ ਕਰਦੇ ਹਾਂ ਗੱਲ। ਅੱਛਾ, ਗੱਲ ਇਹ ਹੈ ਕਿ ਇੱਕ ਤਾਂ ਜਿਨ੍ਹਾਂ ਨੇ ਕਿਸਾਨ ਫੰਡ ਦੇ ਵਿੱਚ ਤੁਸੀਂ ਸਾਰਿਆਂ ਨੇ ਕ੍ਰੈਡਿਟ ਕਾਰਡ ਲਿਖਾਏ ਹੋਏ ਨੇ, ਪਲੀਜ਼ ਫੋਨ ਕਰਕੇ ਨਾ ਪੁੱਛੋ, ਹਾਲੇ ਕਿਸੇ ਦਾ ਵੀ ਕ੍ਰੈਡਿਟ ਕਾਰਡ ਦੀ ਟ੍ਰਾਂਜੈਕਸ਼ਨ ਕੀਤੀ ਨਹੀਂ। ਸਾਰੇ ਅਸੀਂ ਲਿਖੇ ਹੋਏ ਨੇ, ਉਹ ਕਰਾਂਗੇ ਕਿਉਂਕਿ ਸਾਰਾ ਕੁਝ ਰੈਡੀ ਕਰ ਰਹੇ ਹਾਂ ਪ੍ਰੋਪਰ। ਉਹਨਾਂ ਦਾ ਸਾਰਾ, ਕੋਈ ਕੱਚੀ ਗੱਲ ਨਾ ਹੋ ਜਾਵੇ, ਕੋਈ ਡਬਲ ਨਾ ਹੋ ਜਾਣ। ਕਈ ਲਿਸਟਾਂ ਡਬਲ ਨੇ, ਜਿਵੇਂ ਮੈਨੂੰ ਕਈਆਂ ਨੇ ਲਿਖ ਕੇ ਭੇਜਤੇ 9 ਤੇ ਉਧਰ ਵੀ ਲਿਖਾਏ ਹੋਏ ਨੇ। ਸੋ ਉਹਦੇ ਥਰੂ ਜਾ ਰਹੇ ਹਾਂ ਤੇ ਤੁਹਾਡੀ ਮਨੀ ਆ ਜਿਹੜੀ ਉਹ ਅਸੀਂ ਅਗਲੇ ਹਫਤੇ ਦੇ ਵਿੱਚ ਸਾਰੀ ਲੈ ਲੈਣੀ ਹੈ। ਨਾਲ ਕਿਸਾਨ ਫੰਡ ਹੈ ਜਿਹੜਾ, ਉਹ ਜਿਹੜੇ ਪਰਿਵਾਰ, ਜਿਵੇਂ 50 ਦੱਸ ਕੇ ਗਿਆ ਨਵਕਿਰਨ, ਪੰਜਾਬ ਤੇ ਹਰਿਆਣੇ ਦੇ ਵਿੱਚੋਂ ਜਿਹੜੇ ਪਰਿਵਾਰ ਜਾਂ ਯੂਪੀ ਦੇ ਵਿੱਚੋਂ ਵੀ ਜਿਨ੍ਹਾਂ ਤੱਕ ਪਹੁੰਚ ਹੋਗੀ, ਉਹਨਾਂ ਤੱਕ ਇਹ ਤੁਹਾਡਾ $1 ਪਹੁੰਚਣਾ ਹੈ ਬਿਨਾਂ ਕਾਟ ਤੇ। ਜਿਹੜਾ ਕੁਝ ਤੁਸੀਂ ਭਰਿਆ ਹੋਇਆ, ਜਿਹੜਾ ਕੁਝ ਦਿੱਤਾ, ਸਾਰੇ ਉਸੇ ਤਰ੍ਹਾਂ ਪਹੁੰਚਣਗੇ। ਤੁਹਾਨੂੰ ਦੱਸਦਾ ਕਿ ਅਪਰੋਕਸੀਮੇਟ $4 ਲੱਖ ਹੋ ਗਿਆ। ਉਹਦੇ ਬਾਅਦ ਸ਼ੇਰੇ ਪੰਜਾਬ ਰਿਲੀਫ ਫੰਡ ਜਿਹੜਾ $1 ਡੇ ਦੇ ਵਿੱਚ ਤੁਹਾਡਾ 150 ਦੇ ਕਰੀਬ 9 ਆ ਗਏ, ਜਿਹਦੇ ਵਿੱਚ ਸਾਰੇ ਆਸਟ੍ਰੇਲੀਆ ਤੋਂ ਤੇ ਇੰਗਲੈਂਡ ਤੋਂ, ਅਮਰੀਕਾ ਤੋਂ, ਸਾਡੇ ਦੂਜੇ ਸੂਬਿਆਂ ਤੋਂ, ਨਾਲ 15-20 ਵੀ ਤੁਸੀਂ ਹੋਰ ਦੋਸਤਾਂ ਨੂੰ ਕਿਹਾ। ਉਹ ਜਿਹੜਾ ਸਾਡਾ ਸ਼ੇਰੇ ਪੰਜਾਬ ਦਾ ਰਿਲੀਫ ਫੰਡ ਹੈ, ਉਹਦੇ ਵਿੱਚੋਂ ਉਹਨਾਂ ਪਰਿਵਾਰਾਂ ਤੱਕ ਪਹੁੰਚ ਕੀਤੀ ਜਾਊਗੀ ਜਿਨ੍ਹਾਂ ਦੇ ਜਵਾਕ ਜਿਹੜੇ ਨੇ ਟੈਰਰਿਸਟ ਕਹਿ ਕੇ ਮਾਰਤੇ। ਜਿਵੇਂ ਅੱਜ ਇਹ ਖਬਰ ਆਪਾਂ ਸ਼੍ਰੀਨਗਰ ਦੀ ਪੜ੍ਹ ਰਹੇ ਸੀ, ਉੱਥੇ ਤੱਕ ਵੀ ਪਹੁੰਚ ਕਰਾਂਗੇ। ਇਹ ਤੁਹਾਡਾ ਰਿਲੀਫ ਫੰਡ ਹੋਏਗਾ ਜਿਹਦੇ ਵਿੱਚ ਉਹਨਾਂ ਦੀ ਮਦਦ ਕੀਤੀ ਜਾਊ ਜਿੱਥੇ ਧੱਕਾ ਹੋ ਰਿਹਾ। ਤੇ ਨਾਲ ਕਿਸਾਨ ਫੰਡ ਤੇ ਰਿਲੀਫ ਫੰਡ 2 ਅਲੱਗ ਨੇ। ਜਿਹੜਾ ਰਿਲੀਫ ਫੰਡ ਹੈ ਹਲੇ ਨਹੀਂ ਸ਼ੁਰੂ ਕੀਤਾ ਹੈ, ਤੁਹਾਡਾ $1 ਡੇ 9 ਲੈ ਰਹੇ ਹਾਂ, ਕਿਸੇ ਦਾ ਪੈਸਾ ਨਹੀਂ ਚੱਕਿਆ। ਉਹ ਮੇਰਾ ਮਨ ਹੈ ਵੀ ਫੈਬਰਰੀ ਦੇ ਵਿੱਚ ਇਹ ਪੈਸੇ ਪਹੁੰਚ ਜਾਣ ਤੁਹਾਡੇ। ਮਾਰਚ ਦੇ ਵਿੱਚ ਉਹਨੂੰ ਆਰਗੇਨਾਈਜ਼ ਕਰ ਲਈਏ, ਉਹਨੂੰ ਰਜਿਸਟਰਡ ਕਰਾ ਦਈਏ, ਜਿਹੜੀ ਕਿ ਸ਼ੇਰੇ ਪੰਜਾਬ ਰੇਡੀਓ ਤੋਂ ਹਟ ਕੇ ਹੋਏਗੀ। ਸ਼ੇਰੇ ਪੰਜਾਬ ਰਿਲੀਫ ਫੰਡ ਪਾਰਟ ਸ਼ੇਰੇ ਪੰਜਾਬ ਦਾ, ਪਰ ਉਹ ਰਿਲੀਫ ਫੰਡ ਹੋਏਗਾ। ਉਹਦੇ ਬੋਰਡ ਆਫ ਡਾਇਰੈਕਟਰਸ ਹੋਣਗੇ, ਕਮਿਊਨਿਟੀ ਤੋਂ ਸਤਿਕਾਰਤ ਸੱਜਣ ਉਹਦੇ ਵਿੱਚ ਐਡਵਾਈਜ਼ਰੀ ਬੋਰਡ ਤੇ ਪਾਏ ਜਾਣਗੇ। ਉਹ ਇਸ ਤਰ੍ਹਾਂ ਨਹੀਂ ਹੋਣਾ ਵੀ ਪੈਸੇ ਸਾਡੇ ਕੋਲ ਆ ਗਏ ਤੇ ਅਸੀਂ ਮਨ ਮਰਜ਼ੀਆਂ ਕਰਦੇ ਰਹੀਏ, ਇਹ ਨਹੀਂ ਗੱਲ ਹੋਏਗੀ। ਜੇ ਤੁਸੀਂ ਉਹਦੇ 5000 10,000 ਮੈਂਬਰ ਬਣ ਗਏ ਤਾਂ ਬਹੁਤ ਰਕਮ ਹੋ ਜਾ ਕਰਨੀ ਹੈ। ਸਾਲ ਦਾ $2 ਮਿਲੀਅਨ ਇਕੱਠਾ ਹੋ ਜਾ ਕਰਨਾ ਹੈ। ਸਾਰਿਆਂ ਨੂੰ ਪੁੱਛ ਕੇ ਤੁਹਾਡੀ ਸੁਲਾਹ ਦੇ ਨਾਲ ਉਹ ਜ਼ਰੂਰ ਕਰਿਆ ਕਰਨਗੇ। ਹੋਰ ਜਿਹੜੀ ਅਨਾਊਂਸਮੈਂਟ ਉਹ ਇਹ ਹੈ ਕਿ 4 ਵਾਲਾ ਸ਼ੋਅ, ਸੋਮਵਾਰ ਵਾਲਾ ਪਹਿਲਾ ਸ਼ੋਅ ਸ਼ੇਰੇ ਪੰਜਾਬ ਦਾ, ਹੋਸਟਾਂ ਦੀ ਇੰਟਰਵਿਊ ਲੈਣੀ ਹੈ। ਉਸ ਦਿਨ ਤੁਹਾਡੇ ਸਵਾਲ ਵੀ ਹੋਣਗੇ ਕਿਉਂਕਿ ਅਸੀਂ ਸੁਣਾਉਂਦੇ ਹਾਂ ਤੁਹਾਨੂੰ ਧੜੀ ਦੀਆਂ, ਤੇ ਤੁਹਾਡੀ ਕਦੇ ਲਾਈਨ ਕੱਟਤੀ, ਕਦੇ ਵੱਢ ਲਈ। ਉਹ ਦਿਨ ਹੋਊਗਾ ਜਿੱਦਣ ਤੁਸੀਂ ਵੀ ਸਾਨੂੰ ਪੁੱਛ ਸਕੋਗੇ। ਤੇ ਹੋਸਟ ਦੀ ਇੰਟਰਵਿਊ ਲਏਗਾ, ਮੈਂ ਕਿਸੇ ਹੋਸਟ ਦੀ ਇੰਟਰਵਿਊ ਲਵਾਂਗਾ, ਕੋਈ ਹੋਸਟ ਮੇਰੀ ਇੰਟਰਵਿਊ ਲਵੇਗਾ। ਇਹ ਸਾਰਾ ਦਿਨ ਬੜਾ ਰੌਚਕ ਪ੍ਰੋਗਰਾਮ ਹੋਵੇਗਾ। ਤੁਹਾਡੇ ਵੀ ਸਵਾਲ ਜਿਹੜੇ ਹੋਸਟਾਂ ਦੇ ਲਈ ਹੋਣਗੇ। ਸੋ 4 ਤਰੀਕ ਦਾ ਜਿਹੜਾ ਸ਼ੋਅ, ਪਹਿਲਾ ਸ਼ੋਅ ਸੋਮਵਾਰ ਦਾ, ਥੋੜ੍ਹਾ ਹਾਸ ਰਸ ਦੇ ਨਾਲ, ਥੋੜ੍ਹਾ ਅਲੱਗ ਤਰੀਕੇ ਦੇ ਨਾਲ, ਉਹ ਮਨ ਹੈ ਕਿ ਉਸ ਨੂੰ ਆਪਾਂ ਲੈ ਕੇ ਆਈਏ। ਸੋ ਇਹ ਕੁਝ ਜਿਹੜੀਆਂ ਅਨਾਊਂਸਮੈਂਟ ਸੀ ਤੁਹਾਡੇ ਲਈ। ਤੇ ਹੁਣ ਖਬਰਾਂ ਤੋਂ ਬਾਅਦ ਵਾਪਸ ਆ ਕੇ ਫਿਰ ਆਪਾਂ ਗੱਲਬਾਤ ਸ਼ੁਰੂ ਕਰਾਂਗੇ। ਜਿਹੜੀ ਸਾਰੀ ਜੇ ਤੁਸੀਂ ਖਬਰਾਂ ਤੇ ਉਹਦੇ ਵਿੱਚ, ਤੇ ਖਬਰਾਂ ਦੇ ਨਾਲ ਬਾਹਰਲੀਆਂ ਖਬਰਾਂ ਤੇ ਨਾਲ 2020 ਦਾ ਜਿਹੜਾ ਉਹ ਲੇਖਾ ਜੋਖਾ, ਤੇ ਅਖੀਰ 'ਚ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਲਈ ਹਰਮਨਜੀਤ ਦੇ ਲਿਖੇ ਬੋਲ ਤੁਹਾਡੇ ਸਨਮੁਖ ਕਰਾਂਗਾ। ਨਾਲ ਮੈਂ ਛੋਟਾ ਮੋਟਾ ਤੁਹਾਨੂੰ ਗਾਣਾ ਵੀ ਸੁਣਾਈ ਜਾਣਾ। ਤੇ ਹੁਣ ਖਬਰਾਂ ਦੇ ਨਾਲ ਇਹ ਖਬਰਾਂ ਨੇ 2020 ਨੂੰ ਕਿਵੇਂ ਲੈਂਦੇ ਹੋ। ਤੁਹਾਨੂੰ ਸਮਾਂ ਤੇ ਪਿਛਲੇ 20 ਮਿੰਟ ਮੈਨੂੰ ਚਾਹੀਦੇ ਨੇ, ਤੇ ਹੁਣ ਘੱਟੋ ਘੱਟ 25-30 ਮਿੰਟ ਤੁਹਾਡੇ ਕੋਲ ਨੇ। 2020 ਦਾ ਲੇਖਾ ਜੋਖਾ ਜੇ ਕਰਨਾ ਹੈ ਤਾਂ ਕੀ ਸੋਚਦੇ ਹੋ? 2020 ਨੂੰ ਕੀ ਸੋਚਦੇ ਹੋ? ਕੀ ਵੱਡਾ ਹੋਇਆ? ਕਿਹੜੀਆਂ ਚੀਜ਼ਾਂ ਨੇ ਫਰਕ ਪਾਇਆ ਜ਼ਿੰਦਗੀ ਦੇ ਵਿੱਚ? ਤੁਹਾਡੇ ਅਜਿਹਾ ਕੁਛ ਘਟਿਆ ਹੋਵੇ ਜਿਹਨੇ ਤੁਹਾਨੂੰ ਜ਼ਿੰਦਗੀ ਬਾਰੇ ਸੋਚਣ ਦੇ ਲਈ ਦੁਬਾਰਾ ਕੁਛ ਵੰਨਗੀ, ਕੁਛ ਲਿਖਿਆ ਹੋਵੇ, ਨਵਾਂ ਕੁਝ ਕਰਨ ਦਾ ਮਨ ਹੋਵੇ, ਕੁਝ ਨਵਾਂ ਜਿਹੜਾ ਪਾਠ ਪੜ੍ਹਾਇਆ ਹੋਵੇ। ਰੈਜ਼ੋਲੂਸ਼ਨ ਤਾਂ ਅਗਲੇ ਮਹੀਨੇ ਕਰਾਂਗੇ। ਰੈਜ਼ੋਲੂਸ਼ਨ ਕਾਹਦੇ ਨੇ, ਕੋਈ ਨਹੀਂ ਹੁੰਦੇ, 15 ਕੁ ਦਿਨ ਬਾਅਦ ਫੇਰ ਹੋ ਜਾਂਦਾ। ਆਸਟ੍ਰੇਲੀਆ 'ਚ ਸੁਣਨ ਵਾਲਿਆਂ ਨੂੰ ਨਵਾਂ ਸਾਲ ਮੁਬਾਰਕ ਹੋ ਜਾਵੇ। ਦਿਨ ਚੜ੍ਹ ਗਿਆ ਉੱਥੇ,
ਬਹੁਤ ਪਰਿਵਾਰ ਨੇ ਮੈਲਬਰਨ 'ਚ ਗੋਲਡ ਕੋਸਟ ਤੇ ਮਨਜਿੰਦਰ ਗਿੱਲ ਹੋਣੀ ਸਾਡੇ ਮਿੱਤਰ ਤੇ ਹੋਰ ਬਹੁਤ ਪਿਆਰ ਕਰਨ ਵਾਲੇ ਪਿੰਦਰ ਬਰਾੜ ਹੋਣੀ ਤੇ ਲੰਮੀ ਲਿਸਟ ਹੈ, ਕਿਤੇ ਨਾਂ ਨਾ ਭੁੱਲ ਜਾਵਾਂ, ਤੇ ਸਾਰਿਆਂ ਦਾ ਹੀ ਧੰਨਵਾਦ ਬਹੁਤ ਬਹੁਤ। ਤੇ ਇੱਕ ਮੈਂ ਬੇਨਤੀ ਕਰ ਦੇਵਾਂ, ਕੱਲ੍ਹ ਉਹਨਾਂ ਨੇ ਫਿਰ ਸਾਡੀ ਸਰਕਾਰ ਨੇ ਕਿਹਾ ਕਿ ਭਾਈ ਜੇ ਸਫ਼ਰ ਬਹੁਤ ਹੀ ਜ਼ਰੂਰੀ ਆ ਤਾਂ ਕਰਿਓ, ਜੇ ਤੁਹਾਨੂੰ ਸਫ਼ਰ ਨਹੀਂ ਕਰਨਾ, ਆਮ ਘੁੰਮਣ ਫਿਰਨ ਜਾਣਾ, ਤਾਂ ਆਹ ਦਿਨਾਂ ਦੇ ਵਿੱਚ ਕੋਸ਼ਿਸ਼ ਨਾ ਕਰਿਓ। ਕਹਿੰਦੇ ਅਸੀਂ ਕੰਟਰੋਲ ਨਹੀਂ ਕਰ ਸਕਦੇ। ਦੂਜੇ ਦੇਸ਼ਾਂ ਦੇ ਵਿੱਚ ਜਿੱਥੇ ਹੁਣ ਨਵਾਂ ਕੋਵਿਡ ਇਹ ਵੇਰੀਐਂਟ ਸ਼ੁਰੂ ਹੋਇਆ ਤੇ ਉੱਥੇ ਤੁਹਾਨੂੰ ਉਹਨਾਂ ਨੇ ਰੋਕਤਾ, ਕੋਈ ਗੱਲ ਅਜਿਹੀ ਹੋ ਗਈ ਤਾਂ ਤੁਹਾਡੇ ਹੱਥ 'ਚ ਨਹੀਂ ਰਹਿਣੀ ਗੱਲ। ਲੋਕ 9-9 ਮਹੀਨਿਆਂ ਬਾਅਦ ਮੁੜੇ ਨੇ। ਇਹਦੇ ਲਈ ਬੇਨਤੀ ਸੁਣ ਲਿਓ, ਇਹਦੇ ਲਈ ਬੇਨਤੀ ਮੰਨ ਲਿਓ ਕਿ ਇਹ ਖਾਸ ਖਿਆਲ ਰੱਖਣਾ ਹੈ ਕਿ ਨਾਨ ਐਸੈਂਸ਼ੀਅਲ ਟਰੈਵਲਸ ਨੇ ਜਿਹੜੇ ਕੈਨੇਡੀਅਨ ਟਰੈਵਲਰਸ ਨੂੰ ਹੁਣ ਸਰਕਾਰ ਪਹਿਲਾਂ ਕਹਿ ਰਹੀ ਹੈ। ਪਿਛਲੀ ਵਾਰ ਤਾਂ ਆਪਾਂ ਵੇਖਿਆ ਵੀ ਜਦ ਉੱਥੇ ਫਸ ਗਏ ਤਾਂ ਸਰਕਾਰਾਂ ਨੇ ਕਿੰਨੀ ਕਸ਼ੀਦਗੀ ਦੇ ਵਿੱਚ ਕੀ ਕੁਛ ਕੀਤਾ, ਗਰੁੱਪਾਂ ਨੇ ਰਲ ਕੇ ਬਹੁਤ ਕੰਮ ਕੀਤਾ ਫਲਾਈਟਸ ਲਿਆਉਣ ਲਈ, ਤੇ ਰਾਹ ਵੀ ਰੋਕਣ ਵਾਲੇ ਜਦ ਹੀ ਪੈਦਾ ਹੋ ਗਏ। ਉਹ ਫਲਾਈਟਸ ਦਾ ਨਹੀਂ ਸੀ, ਉਹ ਬੰਦਿਆਂ ਦੇ ਨਾਲ ਉਹਨਾਂ ਦੀ ਤੰਗੀ ਸੀ, ਚਾਹੇ ਉਹ ਜੀਨਾ ਤੱਖਰ ਹੋਣੀ ਹੋਣ, ਸੁੱਖੀ ਸੰਧੂ ਹੋਣੀ ਹੋਣ, ਤੇ ਜਾਂ ਮੈਂ ਹੋਵਾਂ, ਉਹ ਫਲਾਈਟਸ ਨਾਲ ਕਹਿੰਦੇ ਸਾਡਾ ਰੌਲਾ ਨਹੀਂ ਹੈ ਕੋਈ। ਹੁਣ ਉਹ ਪਰਮ ਹੋਸਟ ਆ ਜਿਹੜਾ ਇੱਥੇ ਆ ਕੇ ਸਾਡੇ ਖਿਲਾਫ ਬੋਲਦਾ ਸੀ, ਦਾ ਖਾਲਸਾ ਵਾਲਾ, ਤੇ ਨਾਲ ਉਹ ਲਿਖਦਾ ਸੁੱਕੀ ਚਾਲ, ਹੁਣ ਉਹ ਕਹਿੰਦਾ ਮੇਰੇ ਜਿਹੜਾ ਖਾਲਸਾ ਏਡ ਵਾਲਾ ਵੀ ਫਿੱਟ ਨਹੀਂ ਬੰਦਾ, ਉਹਦੇ ਖਿਲਾਫ ਕਹਿੰਦਾ ਮੈਂ ਲੰਡਨ 'ਚ ਜਾ ਕੇ ਪ੍ਰੈਸ ਕਾਨਫਰੰਸ ਕਰਨੀ ਆ। ਉਹ ਮੈਂ ਕਿਹਾ ਯਾਰ ਭਾਈਚਾਰਾ ਰਲ ਕੇ ਕੋਈ ਨਾ ਕੋਈ ਫੰਡ ਰੇਜ਼ਿੰਗ ਕਰਕੇ ਇਹ ਵੀਰ ਨੂੰ ਸਾਂਭੋ, ਇਹਦਾ ਖਿਆਲ ਕਰੋ। ਖਾਲਸਾ ਏਡ ਜਿਹੜੀ ਦੁਨੀਆ ਦੇ ਵਿੱਚ ਲੋਕ ਮੰਨ ਰਹੇ ਨੇ, ਜਿਹਨੂੰ ਸਟੇਟਸ ਲੋਕ ਦੇ ਰਹੇ ਨੇ, ਉਹ ਵੀ ਇਹਦੇ ਫਿੱਟ ਨਹੀਂ ਆਇਆ। ਸੋ ਇਹ ਕਿਰਪਾ ਦੇ ਨਾਲ ਸੁਣ ਲਿਓ ਕਿ ਜਿਨ੍ਹਾਂ ਨੂੰ ਜ਼ਰੂਰਤ ਹੈ ਨਹੀਂ ਜਾਣ ਦੀ, ਉਹ ਨਾ ਜਾਇਓ। ਤੇ ਕਿਉਂਕਿ ਵੱਧ ਸਮਾਂ ਲੱਗ ਸਕਦਾ, ਆਉਣ ਵੇਲੇ ਸਾਰਿਆਂ ਨੂੰ ਉੱਥੋਂ ਕੋਵਿਡ ਟੈਸਟ ਕਰਾ ਕੇ ਆਉਣਾ ਪੈਣਾ, ਕੁਆਰੰਟੀਨ ਹੋਣਾ ਹੀ ਹੋਣਾ। ਤੇ ਜੇ ਕਿਤੇ ਸਟਕ ਹੋ ਗਏ ਕਿਸੇ, ਉਹ ਕਹਿੰਦੇ ਸਾਡੇ ਵੱਸ ਨਹੀਂ ਹੈ। ਸਰਕਾਰ ਪਤਾ ਹੁਣ ਕਿਉਂ ਕਹਿ ਰਹੀ ਹੈ? ਉਹ ਤਾਂ ਕਹਿ ਰਹੀ ਹੈ ਵੀ ਕੱਲ੍ਹ ਨੂੰ ਰੈਸਕਿਊ ਫਲਾਈਟਾਂ ਵਾਲੀ ਗੱਲ ਸਾਡੇ ਨਾਲ ਨਾ ਕਰਿਓ। ਇਹਦਾ ਸੁਨੇਹਾ ਇਹ ਆ ਵੀ ਕੋਈ ਰੈਸਕਿਊ ਫਲਾਈਟਸ ਨਹੀਂ ਹੋਣਗੀਆਂ, ਕਿਸੇ ਤੇ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਹੈ। ਤਾਂ ਹੁਣੇ ਹੀ ਕਹਿਣ ਲੱਗ ਗਏ ਉਹ, ਕਿਉਂਕਿ ਇਹਨਾਂ ਨੂੰ ਜਿਹੜੀ ਅੰਦਰਲੀ ਇੰਟੈਲੀਜੈਂਸੀ ਹੈ ਉਹਨਾਂ ਨੂੰ ਪਤਾ ਲੱਗ ਗਿਆ ਕਿ ਨਵੇਂ ਕਿਸਮ ਦਾ ਜਿਹੜਾ ਕੋਵਿਡ ਹੈ ਉਹਨੇ 2021 ਦੇ ਪਹਿਲੇ 5-4 ਮਹੀਨੇ ਜਿਹੜੇ ਨੇ ਉਹ ਵਲਣਾ ਹੈ ਦੁਨੀਆ ਨੂੰ। ਇਹ ਕਹਾਣੀ ਇਹ ਹੈ, ਜਿਵੇਂ ਬਲੈਤ 'ਚ ਸ਼ੁਰੂ ਹੋਇਆ, ਬਲੈਤੀਏ ਪਤਾ ਹੀ ਨਹੀਂ ਪੰਜਾਬ ਕਿੰਨੇ ਗਏ ਹੋਏ ਨੇ। ਸੋ ਉੱਥੋਂ ਅੱਗੇ ਕੀ ਹੋ ਸਕਦਾ। 2020 ਦਾ ਲੇਖਾ ਜੋਖਾ, ਸਰਦਾਰ ਕਸ਼ਮੀਰ ਸਿੰਘ, ਤੁਸੀਂ ਏਅਰ ਤੇ ਹੋ। ਸਤਿ ਸ੍ਰੀ ਅਕਾਲ ਗਿਲ ਸਾਹਿਬ। ਸਤਿ ਸ਼੍ਰੀ ਅਕਾਲ ਬਾਈ ਜੀ। ਗਿਲ ਸਾਹਿਬ, ਜਿੱਦਾਂ ਤੁਹਾਡੇ ਆਪਣੇ ਪਿੱਛੇ ਚੜ੍ਹਦੀ ਕਲਾ ਰਹੀ ਹੈ ਨਾ ਜੀ, ਇਹ ਗਾਂ ਵੀ ਅਸੀਂ ਆਸ ਰੱਖਦੇ ਇੱਦਾਂ ਚੜ੍ਹਦੀ ਕਲਾ ਰਹੂਗੀ ਜੀ। ਧੰਨਵਾਦ ਭਾਈ ਸਾਹਿਬ ਬਹੁਤ। ਤੇ ਇਹਦੇ ਕਰਕੇ ਗਿਲ ਸਾਹਿਬ ਇੱਕ ਜ਼ਿੰਦਗੀ ਦੇ ਵਿੱਚ ਜਦੋਂ ਚਲੋ ਲੇਖਾ ਜੋਖਾ, ਇੱਕ ਦਾ ਲੇਖਾ ਜੋਖਾ ਦੇ ਦਿੱਤਾ ਸਿੰਘਾਂ ਨੇ ਜੋ ਦੇਣਾ ਸੀਗਾ ਇਹ ਨਿੱਕੀ ਦਾ, ਇਹਦੇ ਕਰਕੇ ਜੋ ਗੰਦ ਬੋਲਦਾ ਸੀਗਾ ਬਹੁਤ ਵਧੀਆ ਕੀਤਾ, ਵਾਹਿਗੁਰੂ ਨੇ ਬੜੀ ਮਿਹਰ ਕੀਤੀ। ਇਹ ਏਦਾਂ ਦੀ ਜਿਹੜੀਆਂ ਕਾਂਗੀਆਂ ਆ ਰਹੀਆਂ, ਉਹ ਵੀ ਸਿੰਘ ਬੜਾ ਸੂਰਮਾ ਆ। ਅੱਜ ਲੋਕ ਉਹਨੂੰ ਕਹਿੰਦੇ ਆ ਲੁਕਦਾ ਫਿਰਦਾ, ਬੜਾ ਸੂਰਮਾ ਆ। ਮੈਂ ਕਹਿੰਦਾ ਆਪਣੇ ਟੱਬਰ ਨੂੰ ਛੱਡ ਕੇ ਦੇਖੇ ਕੋ ਕਰਕੇ ਏਦਾਂ ਉਹ ਫਿਰ ਪਤਾ ਲੱਗਦਾ ਕਿੱਦਾਂ ਹੁੰਦੀ ਆ। ਇਹਦਾ ਬਹੁਤ ਵਧੀਆ ਜੋ ਹੋਇਆ। ਤੇ ਇੱਕ ਨਾ ਗਿਰਦੋ ਹਮੇਸ਼ਾ ਆਪਾਂ ਰੇਡੀਓ ਤੇ ਗੱਲ ਕਰਦੇ ਆ, ਜਿੱਦਾਂ ਕਰਕੇ ਇਹ ਨਹੀਂ ਗਾਂ ਵੀ ਆਉਣਾ ਆ। ਇਹਦੇ ਕਰਕੇ ਇਹ ਨਾ ਵੀ ਆਪਾਂ ਇੰਡੀਆ ਗਵਰਨਮੈਂਟ ਦੇ ਚਮਚੇ ਬਣ ਕੇ ਗੱਲ ਕਰੀਏ। ਜੇ ਇੰਡੀਆ ਗਵਰਨਮੈਂਟ ਗਲਤ ਵਾ ਤਾਂ ਉਹਨੂੰ ਗਲਤ ਕਹੋ, ਜੇ ਆਪਾਂ ਗਲਤ ਆ ਤਾਂ ਆਪਾਂ ਨੂੰ ਗਲਤ ਕਹੋ ਜੀ। ਇਹ ਨਾ ਕੰਮ ਕਰੋ ਵੀ ਇੰਡੀਆ ਦੇ ਚਮਚੇ ਆ ਪੂਛ ਲਾਈ ਜਾਈਏ, ਪੂਛ ਲਾ ਕੇ ਸਾਨੂੰ ਪਤਾ ਨਹੀਂ ਕੀ ਮਿਲ ਜਾਣਾ। ਇਹਦੇ ਕਰਕੇ ਜ਼ਿੰਦਗੀ 'ਚ ਆਪਾਂ ਇੱਕ ਵਾਰੀ ਆਉਣਾ, ਵਾਰ-ਵਾਰ ਨਹੀਂ ਆਉਣਾ ਜ਼ਿੰਦਗੀ 'ਚ। ਇਹਦੇ ਕਰਕੇ ਹਮੇਸ਼ਾ ਗੱਲ ਉਹੀ ਕਰੋ। ਅੱਜ ਦੇ ਲੋਕ ਤੰਗ, ਲੋਕਾਂ ਨੂੰ ਦੇਖੋ। ਇਹ ਨਾ ਕਹੋ ਵੀ ਗਵਰਨਮੈਂਟ ਨੇ ਆਹ ਬਿੱਲ ਪਾਸ ਕਰਤੇ, ਆਹ ਕਰ ਦਿੱਤੇ। ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਨਾ ਕਰੋ। ਲੋਕ ਬੜੇ ਸਿਆਣੇ ਅੱਜ ਵਾ। ਇਹਦੇ ਕਰਕੇ ਹਰ ਇੱਕ ਜਦੋਂ ਆਪਾਂ ਰੇਡੀਓ ਤੇ ਤੁਸੀਂ ਗੱਲ ਕਰਦੇ ਵੀ ਹੋਸਟਾਂ ਦੀ ਆਪਣੇ ਗਿੱਲ ਸਾਹਿਬ, ਲੋਕਾਂ ਨੂੰ ਪਤਾ ਲੋਕ ਕਿੰਨਾ ਕਿਸੇ ਨੂੰ ਪਿਆਰ ਕਰਦੇ ਆ ਜੀ। ਇਹਦੇ ਕਰਕੇ ਉਹ ਦੱਸਣ ਵਾਲੀ ਗੱਲ ਨਹੀਂ ਹੁੰਦੀ, ਕਿਉਂਕਿ ਜਿਹੜਾ ਬੰਦਾ ਕਾਲਰ ਵਾ, ਕਾਲਰ ਜਿਹਨੇ ਜਦ ਹੋਸਟ ਕਾਲ ਕੱਟਦਾ, ਕਾਲ ਕੱਟ ਕੇ ਕੋਈ ਬੋਲਦਾ, ਕੋਈ ਵੀ ਹੋਸਟ ਹੋਵੇ
ਤੇ ਬਾਅਦ ਚ ਆਪਣਾ ਪ੍ਰਚਾਰ ਕਰਦਾ, ਉਹ ਤੁਸੀਂ ਉਹਨੂੰ ਜਿਹੜਾ ਜਵਾਬ ਦੇਣਾ ਉਸ ਲਈ ਦਵੋ। ਉਹਦੀ ਕਹੋ ਦੱਸੋ ਤੁਹਾਨੂੰ ਕੀ ਪ੍ਰੋਬਲਮ। ਸਾਰੀ ਗੱਲ ਜਿਹੜੀ ਡਿਬੇਟ ਹੁੰਦੀ ਏਦਾਂ ਹੀ ਹੁੰਦੀ ਆ ਜੀ। ਇਹਦੇ ਕਰਕੇ ਜੇ ਤੁਸੀਂ ਬਾਅਦ ਚ ਉਹਦੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕਰੋ, ਉਨੀ ਕੀ ਲੈਣਾ ਕਿਸੇ ਬੰਦੇ ਨੇ ਰੇਡੀਓ ਤੋਂ, ਕੀ ਲੈਣਾ ਕਿਸੇ ਕੋਲੋਂ। ਇਹਦੇ ਕਰਕੇ ਇਹ ਤਾਂ ਆਪਾਂ ਇੱਕ ਦੂਜੇ ਦਾ ਸਤਿਕਾਰ ਹੋ ਬਿਲਕੁਲ ਗੱਲ ਕਰਦੇ। ਬਿਲਕੁਲ ਠੀਕ ਹੈ। ਇਹਦੇ ਕਰਕੇ ਅਸੀਂ ਗਾਂ ਵੀ ਚਾਹੁੰਦੇ ਹਾਂ ਵੀ ਜਿਹੜਾ ਰੇਡੀਓ ਆਇਆ ਇਹ ਵਧੇ ਫੁੱਲੇ, ਆਪਣੀ ਦੁਨੀਆ ਦੇ ਵਿੱਚ ਆਪਣਾ ਨਾਂ ਹੋਵੇ। ਅੱਜ ਹਰਜੀਤ ਸਿੰਘ ਨੂੰ ਜਾਣਨ ਲੱਗੇ ਆ ਤਾਂ ਕਰਕੇ ਰੇਡੀਓ ਤੇ। ਬਿਲਕੁਲ ਠੀਕ ਹੈ, ਬਿਲਕੁਲ ਨਹੀਂ ਠੀਕ। ਤਾਂ ਹਰਜੀਤ ਸਿੰਘ ਜੀ ਜੇ ਅਸੀਂ ਟੈਕਸੀ ਬਿਲਕੁਲ ਬਿਲਕੁਲ ਜੀ, ਹਾਂ ਬਿਲਕੁਲ। ਕਿਹਨੇ ਜਾਣਨਾ ਸੀ, ਕਿਹਨੇ ਜਾਣਨਾ ਸੀ, ਕਿਸੇ ਨੇ ਨਹੀਂ ਜਾਣਨਾ, ਨਹੀਂ ਜਾਣਨਾ ਇਹਦੇ ਕਰਕੇ ਜੇ ਅੱਜ ਕਹੋ ਨਾ ਵੀ ਹੋਸਟ ਮੈਂ ਪਤਾ ਨਹੀਂ ਕੋਈ ਵੀ ਹੋਵੇ, ਜਿਵੇਂ ਮੈਂ ਵੀ ਉੱਥੇ ਬੈਠਾ ਆ ਵੀ ਮੈਂ ਕੀ ਬਣ ਗਿਆ। ਨੋ, ਇਹ ਦੁਨੀਆ ਦਾ ਬਣਾਇਆ, ਦੁਨੀਆ ਨੇ ਆਪੇ ਹੀ ਉਹਨੂੰ ਜਵਾਬ ਦੇ ਦੇਣਾ ਜੇ ਕੋਈ ਗਲਤੀ ਕਰਦਾ ਹੈ। ਜੀ ਥੈਂਕ ਯੂ, ਧੰਨਵਾਦ ਜੀ। ਬਿਲਕੁਲ ਇਹ 'ਚ ਦੂਜੀ ਰਾਏ ਕੋਈ ਨਹੀਂ। ਤੁਸੀਂ 20 50 100 ਜਣਿਆਂ ਦੇ ਵਿੱਚ ਜਿੱਥੇ ਵਿਚਰਦੇ ਹੋ ਉੱਥੇ ਤੁਹਾਨੂੰ ਜਾਣ ਸਕਦੇ ਆ। ਜੇ ਤੁਸੀਂ ਹੱਦਾਂ ਟੱਪ ਕੇ ਦੁਨੀਆ 'ਚ ਤੁਹਾਡਾ ਨਾਂ ਹੈ ਮੰਚ ਕਰਕੇ ਆ, ਤਾਂ ਹੀ ਇਸ ਮੰਚ ਦੀ ਵਫਾ ਦੇ ਲਈ ਜਦ ਦੇ ਸ਼ੁਰੂ ਹੋਏ ਆ 12 ਵਰੇ ਹੋ ਗਏ, ਪਿੱਠ ਨਹੀਂ ਕੀਤੀ। ਜੇ ਕਿਹਾ ਜਿਹੜੀ ਚੀਜ਼ ਉਹਦੇ ਤੇ ਖੜੇ ਆ, ਇਉਂ ਨਹੀਂ ਹੈ, ਵਫਾਵਾਂ ਨਹੀਂ ਬਦਲੀਆਂ ਕਦੇ ਵੀ। ਸਰ ਮੁਕੰਦ ਸਿੰਘ ਗਿੱਲ ਜੀ, ਲਾਈਨ ਨੰਬਰ 2। ਸਰ ਹਰਜੀਤ ਸਿੰਘ, ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਡੇ ਬਹੁਤ ਹੀ ਸੂਝਵਾਨ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਕਿਹਾ ਕੱਲ ਮੇਰਾ ਤੁਹਾਡਾ ਪ੍ਰੋਗਰਾਮ ਹੋਣਾ ਨਹੀਂ ਜੀ, ਤੇ ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਤੇ ਸਾਡੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ। ਬਿਲਕੁਲ ਜੀ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ। ਹਾਂਜੀ, ਤੇ ਮੇਰੀ ਆਪਦੀ ਜ਼ਿੰਦਗੀ 'ਚ ਜਿਹੜਾ ਇਹ ਸਾਲ ਸੀ, ਦੋ ਗੱਲਾਂ ਕਰਕੇ ਮੈਂ ਇਹਨੂੰ ਯਾਦਗਾਰੀ ਕਹਿੰਦਾ ਹੈ। ਕੁਛ ਮੇਰੇ ਆਪਣੇ ਕਰਕੇ ਤੇ ਕੁਛ ਜਿਹੜੀ ਸਾਡੀ ਕਮਿਊਨਿਟੀ ਕਰਕੇ। ਸਭ ਤੋਂ ਪਹਿਲਾਂ ਤਾਂ ਜਿਹੜਾ ਸਾਡਾ ਕਿਸਾਨ ਸੰਘਰਸ਼ ਵਿੱਢਿਆ ਗਿਆ ਹੈ, ਮੇਰਾ ਖਿਆਲ ਹੈ ਇਹ ਦੁਨੀਆ ਦੇ ਰਿਕਾਰਡ 'ਚ ਹੋਊਗਾ ਕਿ ਇੰਨਾ ਲੰਮਾ ਤੇ ਇੰਨੀ ਗਿਣਤੀ 'ਚ ਬੰਦੇ ਤੇ ਬਾਹਰ ਖੁੱਲੀ ਸੜਕ ਤੇ ਬਹਿਣਾ ਤੇ ਮਹੀਨਾ ਵੀ ਪੋਹ ਤੇ ਮਾਘ ਦਾ ਹੋਵੇ। ਯਾਨੀ ਇਹ ਰਿਕਾਰਡ ਵਾਲੀ ਗੱਲ ਹੈ। ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹੈ ਕਿ ਇਹਦੇ 'ਚ ਪ੍ਰਮਾਤਮਾ ਦੀ ਵਡਿਆਈ ਆ। ਇਹ ਉਹਨਾਂ ਦੇ ਸਿਰ ਤੇ ਹੱਥ ਰੱਖ ਰਿਹਾ, ਨਹੀਂ ਬਹਿਣਾ ਬਹੁਤ ਔਖਾ ਜੀ। ਦੂਜਾ, ਜਦੋਂ ਅਸੀਂ ਵੇਖਦੇ ਨਾ ਵੀ ਉਹਨਾਂ ਦੇ ਅਸੀਂ ਕਈ ਵਾਰ ਸੋਚਦੇ ਆ ਵੀ ਉਹ ਕਿਹੜੀ ਚੀਜ਼ ਮੰਨਣਗੇ, ਕਿਹੜੀ ਨਹੀਂ ਮੰਨਣਗੇ, ਵਾਪਸ ਲੈਣਗੇ ਨਹੀਂ ਲੈਣਗੇ। ਜਿਹੜੇ ਉੱਥੇ ਬੈਠੇ ਆ ਉਹਨਾਂ ਦੇ ਦਿਲ ਦੇ ਵਿੱਚ ਇਹ ਚੀਜ਼ ਦਾ ਕੋਈ ਮਤਲਬ ਨਹੀਂ, ਲੈਂਦੇ ਕਿ ਨਹੀਂ ਲੈਂਦੇ। ਉਹ ਕਹਿੰਦੇ ਮਨਾ ਕੇ ਜਾਵਾਂਗੇ। ਉਹਨਾਂ ਦੇ ਖੁਸ਼ੀਆਂ ਦੇ ਖੇੜੇ ਉਹਨਾਂ ਦੇ ਚਿਹਰੇ ਤੇ ਵੇਖਣ ਵਾਲੇ ਆ ਜੀ। ਤੇ ਦੂਜਾ ਜਿਹੜਾ ਮੈਨੂੰ ਐਸੇ, ਮੈਂ ਅੱਗੇ ਤਕਰੀਬਨ 28 ਸਾਲ ਹੋ ਗਏ ਇੱਥੇ ਆਏ ਨੂੰ ਜੀ। ਹਰੇਕ ਸਾਲ ਮੈਂ 11ਵੇਂ ਮਹੀਨੇ 10ਵੇਂ ਚ ਵਾਪਸ ਚਲੇ ਜਾਣਾ, ਸਾਰਾ ਇੰਡੀਆ ਕੱਢੀ ਸੀ। ਉਹ ਐਤਕੀ ਮਿਸ ਹੋ ਗਿਆ, ਬਿਲਕੁਲ ਉਹ ਜਾ ਨਹੀਂ ਸਕੇ। ਤੇ ਮੇਰੇ ਜਿਹੜੇ ਦੋਸਤ ਮਿੱਤਰ ਨੌਕਰੀ ਕਰਦੇ ਹੋਏ ਮੇਰੇ ਆਪਣੇ ਇਲਾਕੇ ਦੇ ਨਹੀਂ, ਜਿਹੜੇ ਜਿੱਥੇ ਮੈਂ ਮੁਕਤਸਰ ਇਰੀਗੇਸ਼ਨ ਚ ਲੋਕਾਂ ਦਾ, ਮੁਕਤਸਰ ਦਾ ਏਰੀਆ, ਬਲੋਟ ਦਾ ਏਰੀਆ, ਬੋਰ ਦਾ ਏਰੀਆ, ਮੈਨੂੰ ਇੰਨੇ ਉਹਨਾਂ ਦੇ ਸਨੇਹ ਆਉਂਦੇ ਆ ਕਿਸਾਨਾਂ ਦੇ, ਜਿਨ੍ਹਾਂ ਦੇ ਮੋਗੇ ਲਾਉਂਦੇ ਰਹੇ ਆ। ਉਹਨਾਂ ਦੇ ਉਹ ਅਜੇ ਤੱਕ ਯਾਦ ਕਰਦੇ ਆ। ਉਹ ਕਹਿੰਦੇ ਸਾਨੂੰ ਜਦੋਂ ਕੋਈ ਹੁਣ ਸਾਡੇ ਕੋਲ ਤੁਸੀਂ ਜ਼ਿੰਦਗੀ ਭਰ ਪੈਸਾ ਨਹੀਂ ਲਿਆ, ਜਦੋਂ ਸਾਡਾ ਹੁਣ ਕੋਈ ਪੈਸੇ ਮੰਗਦਾ ਨਾ, ਅਸੀਂ ਆਪਦੇ ਪੋਤੇ ਉਹਨੂੰ ਦੱਸਦੇ ਵੀ ਇੱਥੇ ਇੱਕ ਹੋਰ ਸਿਰ ਹੁੰਦਾ ਸੀ ਮੁਕੰਦ ਸਿੰਘ ਗਿੱਲ, ਜਿਹਨੇ 5 ਪੈਸੇ ਨਹੀਂ ਲਏ ਆਪਦੀ 30 ਸਾਲ ਦੀ ਸਵਾਦ ਲਿਆਤਾ। ਗਿੱਲ ਸਾਹਿਬ ਸਵਾਦ ਲਿਆਤਾ ਗੱਲ ਕਰਕੇ। ਯਾਦ ਮੈਂ ਕਰਦਾ ਕਿ ਯਾਦ ਤਾਂ ਹੁੰਦਾ ਕਿ ਜੇ ਲੋਕ ਆਪਦੇ ਪਿੰਡ ਦੇ ਨਹੀਂ, ਲੋਕ ਯਾਦ ਕਰ। ਹਾਂ, ਲੋਕ ਪਾਣੀ ਰਹੇ, ਬੋਰ ਰਹੇ ਪ੍ਰੋਪਰ ਤੇ ਬਿਲਕੁਲ ਗੰਗਾ ਨਗਰ ਦੇ ਬਾਰਡਰ ਤਾਈਂ ਅਜੇ ਤੱਕ ਉਹ ਲੋਕਾਂ ਦੇ ਫੋਨ ਆਉਂਦੇ ਤੇ ਮੇਰੇ ਫੋਨ ਚੱਕ ਕੇ ਉਹ ਸੁੱਖ ਨਾਲ ਪੁੱਛਦੇ ਮੇਰੇ ਪਰਿਵਾਰ ਦੀ। ਗਿੱਲ ਸਾਹਿਬ, ਕਮੀਆਂ ਵੀ ਕਿਸੇ ਚੀਜ਼ ਦੀਆਂ ਨਹੀਂ ਰੱਖੀਆਂ ਹੋਈਆਂ, ਕਮੀਆਂ ਵੀ ਕਿਸੇ ਚੀਜ਼ ਦੀਆਂ ਨਹੀਂ, ਸੱਚ ਤੇ ਰਹਿਣਾ ਚਾਹੀਦਾ। ਧੰਨਵਾਦ, ਜਿਉਂਦੇ ਬਸਦੇ ਰਹੋ, ਵੱਡੇ ਹੋ ਤੁਸੀਂ। ਧੰਨਵਾਦ। ਇਹ ਤਾਂ ਗਿੱਲ ਸਾਹਿਬ ਮੇਰੇ ਸਤਿਕਾਰਯੋਗ ਪਿਤਾ ਜੀ ਮੈਂਬਰ ਸੀ ਸ਼ੁਰੂ, ਉਹਨਾਂ ਨੇ ਮੈਨੂੰ ਪਹਿਲੇ ਦਿਨ ਹੀ ਕਹਿਤਾ ਸੀ ਜਿੱਦਾਂ ਮੈਂ ਜੁਆਇਨ ਕਰਨ ਲੱਗਾ। ਮੈਨੂੰ ਕਹਿੰਦੇ ਗੁਰਦੁਆਰੇ ਚੱਲ ਪੁੱਤ। ਵਾਹ। ਮੈਂ ਕਿਹਾ ਪਿਤਾ ਜੀ ਚਲੋ ਆਪਾਂ ਗੁਰਦੁਆਰੇ ਜਾਣਾ, ਕੋਈ ਮਾੜੀ ਗੱਲ ਵਿੱਚ ਜਾਊ ਨਹੀਂ। ਕਹਿੰਦਾ ਨਾਲ ਮੈਂ ਅਰਦਾਸ ਇਹ ਕਰਾਉਣੀ ਆ ਬਈ ਕਿਸਾਨਾਂ ਦੇ ਘਰੇ ਜੰਮਿਆ ਤੇ ਮੋਗੇ ਲੈਂਦੇ ਉਰ ਸਿਰ ਪੈਸੇ ਲੈਂਦੇ ਆ, ਤੈਨੂੰ ਉਰ ਸਿਰ ਬਣਾਇਆ ਤੇ ਮੋਗੇ ਦਾ ਪੈਸਾ ਇੱਕ ਲਿਆ ਤੇ ਘਰੋਂ ਬਾਹਰ ਕੱਢ ਦੂੰ। ਅੱਛਾ, ਬਜ਼ੁਰਗਾਂ ਦਾ ਨਾਮ ਵੀ ਦੱਸ ਕੇ ਜਾਓ ਜੀ। ਜਥੇਦਾਰ ਈਸ਼ਰ ਸਿੰਘ ਮਾਣੂਕੇ ਰਹੇ ਜੇ, ਉਹਨਾਂ ਨੇ 10-15 ਸਾਲ ਕੈਦ ਕੱਟੀ ਹੈ। 3.5 ਸਾਲ ਕੈਦ ਹੋਏ ਸੀ। ਦੀਨਾ ਸਾਹਿਬ ਦਾ ਕਬਜ਼ਾ ਮਹੰਤਾਂ ਤੋਂ ਛੁਡਾਇਆ ਸੀ 1932 ਚ। ਵਾਹ ਜੀ ਗਿੱਲ ਸਾਹਿਬ, ਧੰਨਵਾਦ ਬਹੁਤ। ਫਰੀਡਮ ਫਾਈਟਰ ਸੀ, ਆਪਣਾ ਜੂਨੀਅਰ ਜੈਕ ਪਾੜਨ ਦੇ ਵਿੱਚ ਉਹਨਾਂ ਤੇ ਪਰਚਾ ਬਣਾਇਆ ਗਿਆ ਸੀ ਸਿਵਲ ਨਾਫਰਮਾਨੀ ਚ। ਜਿਉਂਦੇ ਵਸਦੇ ਰਹੋ। ਥੈਂਕ ਯੂ। ਸਵਾਦ ਆਉਂਦੀ ਹੈ ਨਾ ਗੱਲ ਕਰਕੇ। ਸੰਧੂ ਸਾਹਿਬ, ਅਮਰਜੀਤ ਸਿੰਘ ਜੀ, ਲਾਈਨ ਨੰਬਰ 4। ਸਰਦਾਰ ਹਰਜੀਤ ਸਿੰਘ ਜੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ ਜੀ। ਦੇਖੋ, ਬੜੇ ਦੁੱਖਾਂ ਸੁੱਖਾਂ ਦੇ ਵਿੱਚ ਸਾਲ ਬੀਤਿਆ, ਬੜੇ
ਸੋ ਮੈਂ ਸਾਰਿਆਂ ਨੂੰ ਇੱਕ ਤੇ ਆ ਗੱਲ ਕਰਦੇ ਹੀ ਸਰਦਾਰ ਕਸ਼ਮੀਰ ਸਿੰਘ ਨੂੰ, ਮੈਂ ਇਹਨਾਂ ਦੀ ਗੱਲ ਹੈ ਇਸ ਗੱਲ ਨਾਲ ਸਹਿਮਤ ਹਾਂ। ਦੇਖੋ ਗੱਲ ਇਹ ਹੈਗੀ ਆ ਵੀ ਹਮੇਸ਼ਾ ਹੀ ਵਿਅਕਤੀ ਨੂੰ ਪਹਿਲੀ ਦੀ ਗੱਲ ਤੇ ਆ ਵੀ ਆਪਣੀ ਜ਼ਮੀਰ ਤੇ ਖੜਾ ਹੋਣਾ ਚਾਹੀਦਾ। ਜਦੋਂ ਅਸੀਂ ਜ਼ਮੀਰ ਤੇ ਖੜੇ ਨਹੀਂ ਹੁੰਦੇ ਜੀ ਤੇ ਉਦੋਂ ਸਮਝ ਲਓ ਵੀ ਜਿਹੋ ਜਿਹੇ ਤੁਸੀਂ ਜੰਮੇ ਤੇ ਜਿਹੋ ਜਿਹੇ ਨਾ ਜੰਮੇ। ਮੈਂ ਤੇ ਇਦਾਂ ਕਹਿੰਦਾ ਹੁੰਦਾ ਸਿੱਧੀ ਗੱਲ ਲੱਗਦੀ ਹੈ। ਬਿਲਕੁਲ। ਸੋ ਗੱਲ ਸੱਚ ਨੂੰ ਸੱਚ ਕਹਿ ਦੇਣਾ ਚਾਹੀਦਾ, ਝੂਠ ਨੂੰ ਝੂਠ ਭਾਵੇਂ ਜੋ ਮਰਜ਼ੀ ਹੋਵੇ। ਬਿਲਕੁਲ। ਸੋ ਸਰਦਾਰ ਗਿੱਲ ਸਾਹਿਬ ਨੇ ਗੱਲ ਸੁਣਾਈ ਹੈ, ਬਹੁਤ ਚੰਗੀ ਗੱਲ ਹੈ ਜੀ, ਬੜੀ ਅੱਛੀ ਗੱਲ ਹੈਗੀ ਹੈ। ਹਮੇਸ਼ਾ ਹੀ ਹਰੇਕ ਪ੍ਰੋਗਰਾਮ 'ਚ ਆਉਂਦੇ ਨੇ, ਸੋ ਬੜੀ ਅੱਛੀ ਗੱਲ ਕਰਦੇ ਨੇ। ਸੋ ਮੈਂ ਸਾਰਿਆਂ ਨੂੰ ਹੀ ਜਿੰਨੇ ਵੀ ਸੁਣਦੇ ਨੇ ਸਾਰੇ ਹੀ ਜਿਹੜੇ ਤੁਹਾਡੇ ਨਾਲ ਗੱਲ ਕਰਦੇ ਨੇ, ਜੀ ਜੀ, ਸੋ ਮੈਂ ਸਾਰਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿਣਾ। ਤੇ ਦੇਖੋ ਸਾਰਾ ਸਾਲ ਆਪਾਂ ਕਰਦੇ ਹਾਂ, ਨਵੇਂ ਸਾਲ ਦੀਆਂ ਮੁਬਾਰਕਾਂ ਦਿੰਦਾ ਸਾਰਿਆਂ ਨੂੰ, ਤੁਹਾਡੇ ਸਟਾਫ ਨੂੰ, ਸਰਦਾਰ ਅਜੀਤ ਸਿੰਘ ਬਾਠ ਹੋਏ ਜਾਂ ਗੁਰਦਿਆਲ ਸਿੰਘ ਬਾਠ, ਕਿਉਂਕਿ ਮੈਂ ਵੀ ਵਿੱਚ ਮੈਂ ਰਿਹਾ ਉਹਨਾਂ ਨੂੰ ਜਾਣਦਾ ਬਹੁਤ ਚੰਗੀ ਤਰ੍ਹਾਂ, ਜਸਵੀਰ ਸਿੰਘ ਹੋਣੀ, ਬਾਠ ਹੋਣੀ। ਸੋ ਤੁਸੀਂ ਦੇਖੋ ਜਦੋਂ ਇਸ ਕੁਰਸੀ ਤੇ ਬਹਿੰਦੇ ਹੋ, ਪਹਿਲੀ ਤਾਂ ਗੱਲ ਹੈ ਵੀ ਤੁਸੀਂ ਸਾਰਾ ਸਾਲ ਦਿੰਦੇ ਹੋ। ਕਈ ਵਾਰੀ ਅਸੀਂ ਗੁੱਸੇ ਦੇ ਵਿੱਚ ਵੀ ਕਈ ਵਾਰੀ ਕੋਈ ਗੱਲ ਵੀ ਕਹਿ ਦਿੰਦੇ ਹਾਂ, ਕੋਈ ਗੱਲ ਕਹੋ ਅਸੀਂ ਸੁਣਨੀ ਹੈ, ਬਿਲਕੁਲ ਸੁਣਨੀ ਹੈ, ਅਸੀਂ ਮੇਜ਼ਬਾਨ। ਚੰਗੇ ਜਿਹੜੇ ਹੋਸਟ ਨੇ ਉਹ ਹਮੇਸ਼ਾ ਹੀ ਆਪਣਾ ਸੁਧਾਰ ਕਰਦੇ ਨੇ। ਅਸੀਂ ਵੀ ਤੁਹਾਡੇ ਤੋਂ ਬਹੁਤ ਕੁਝ ਸਿੱਖਿਆ। ਤੇ ਦੂਜੀ ਗੱਲ ਦੇਖੋ, ਕਈ ਵਾਰੀ ਕਹਿ ਹੁੰਦੀ ਹੈ ਤੇ ਕਹਿਣੀ ਵੀ ਚਾਹੀਦੀ ਹੈ। ਮੈਂ ਅੱਗੇ ਗੱਲ ਕਰਦਾ, ਸਵੇਰੇ ਇੱਕ ਪਾਸੇ ਹੁੰਦਾ 99% ਮੀਡੀਆ ਜਿਹੜਾ ਹੁੰਦਾ, ਪੱਤਰਕਾਰ ਜਾਂ ਮੀਡੀਆ ਕਹਿ ਲਈਏ, ਇੱਕ ਪਾਸੇ ਹੁੰਦਾ 1% ਜਿਹੜਾ ਇਸ ਕੁਰਸੀ ਤੇ ਬੈਠਣ ਲੱਗਾ ਵਿਚਾਰ ਨਹੀਂ ਕਰਦਾ। ਜਿੱਦਾਂ ਕਸ਼ਮੀਰ ਸਿੰਘ ਨੇ ਗੱਲ ਕੀਤੀ, ਉਸ ਬੰਦੇ ਦੀ ਮਾੜਾ ਬੋਲਣਾ, ਹਮੇਸ਼ਾ ਹੀ ਮਾੜਾ ਬੋਲਣਾ, ਹਮੇਸ਼ਾ ਹੀ ਹਰੇਕ ਨੂੰ ਕੌਮ ਨੂੰ ਗਾਲਾਂ ਕੱਢਣੀਆਂ ਰੱਖ ਕੇ ਦਾੜਾ, ਸੋ ਇਹ ਕਦੇ ਵੀ ਬਰਦਾਸ਼ਤ ਨਹੀਂ ਹੁੰਦਾ ਤੇ ਨਾ ਕਦੇ ਹੋਵੇਗਾ। ਸੋ ਇਹ ਜਿਹੜੀਆਂ ਗੱਲਾਂ ਨੇ ਹਮੇਸ਼ਾ ਹੀ ਸੋਚ ਵਿਚਾਰ ਕੇ, ਕਈ ਵਾਰੀ ਦੇਖੋ ਅਸੀਂ ਤਾਂ ਤੁਹਾਨੂੰ ਬਹੁਤ ਕੁਝ ਕਹਿ ਦਿੰਦੇ ਹਾਂ, ਪਰ ਜਿਹੜਾ ਪੱਤਰਕਾਰ ਦੇ ਮੀਡੀਆ ਹੈਗਾ ਉਹਨੂੰ ਜ਼ਰੂਰ ਵਿਚਾਰ ਕਰਦਾ। ਸਿਆਣਾ ਵਿਅਕਤੀ ਹੈ ਜੋ ਕਹਿ ਵੀ ਜਾਵੇ ਤੇ ਮੇਰਾ ਖਿਆਲ ਤੁਸੀਂ ਫਿਰ ਜਾ ਕੇ ਘਰ 'ਚ ਵਿਚਾਰ ਕਰਦੇ ਹੋ ਵੀ ਅੱਜ ਆਹ ਗੱਲ ਹੋਈ ਆ ਤੇ ਅੱਜ ਆਹ ਨਹੀਂ ਸੀ ਕਹਿਣੀ ਚਾਹੀਦੀ, ਸੋ ਸੁਧਾਰ ਕਰ ਦਿਓ। ਤੁਹਾਡਾ ਮੈਂ ਤਹਿ ਦਿਲ ਤੋਂ ਥੈਂਕਸ ਕਰਦਾ ਤੇ ਤੁਹਾਡੇ ਪਰਿਵਾਰ ਤੇ ਸਾਰਿਆਂ ਨੂੰ ਹੀ ਮੈਂ ਸ਼ੁਭ ਕਾਮਨਾਵਾਂ ਕਹਿੰਦਾ। ਨਵੇਂ ਸਾਲ ਦੀਆਂ ਆਉਣ ਵਾਲਾ ਸਮਾਂ ਜਿਹੜਾ ਹਰੇਕ ਵਿਅਕਤੀ ਨੂੰ, ਕਾਲਰਾਂ ਨੂੰ ਵੀ ਕਈ ਵਾਰੀ ਮੈਂ ਵੀ ਕੁਝ ਕਹਿ ਦਿੰਦਾ ਪਰ ਦਿਲੋਂ ਨਹੀਂ। ਸੰਧੂ ਸਾਹਿਬ ਜਿਹੜੀ ਗੱਲ ਤੁਸੀਂ ਕੋਈ ਸਹੀ ਕਹੋ, ਉਹ ਸਾਡਾ, ਮੈਂ ਮੇਜ਼ਬਾਨ ਹਾਂ ਜੀ, ਮੇਰਾ ਫਰਜ਼ ਹੈ ਸੁਣਨ ਦਾ। ਬਿਲਕੁਲ। ਸੋ ਮੈਂ ਉਹਨਾਂ ਨੂੰ ਵੀ ਸਭ ਨੂੰ ਬਹੁਤ ਹੀ ਸਤਿਕਾਰ ਦੇ ਨਾਲ ਨਵਾਂ ਸਾਲ ਜਿਹੜਾ ਹੈਗਾ ਸਾਰਿਆਂ ਲਈ, ਭਾਵੇਂ ਕੋਈ ਵਿਰੋਧੀ ਹੋਵੇ ਭਾਵੇਂ ਕੋਈ ਵੀ ਹੋਵੇ, ਤੇ ਖਾਸ ਕਰਕੇ ਸਾਡੇ ਜਿਹੜੇ ਕਿਸਾਨ ਵੀਰ ਬੈਠੇ ਨੇ ਉੱਥੇ, ਸੋ ਉਹਨਾਂ ਵਾਸਤੇ ਬਹੁਤ ਸ਼ੁਭ ਕਾਮਨਾਵਾਂ ਨੇ ਕਿ ਬੱਚੇ ਲੈ ਕੇ ਬੈਠੇ ਨੇ, ਅਸੀਂ ਅੰਦਰ ਬੈਠੇ ਆ, ਉਹ ਬਾਹਰ ਬੈਠੇ ਨੇ। ਸੋ ਮਾਲਕ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਤੁਹਾਡਾ ਹਮੇਸ਼ਾ ਹੀ ਜਿੰਨੇ ਜੋਗੇ ਹੈਗੇ ਆ ਹਮੇਸ਼ਾ ਸਾਥ ਦਿੰਦੇ ਰਵਾਂਗੇ। ਪਹਿਲਾਂ ਵੀ ਕੋਸ਼ਿਸ਼ ਕੀਤੀ ਆ, ਉਹ ਗਾਂਹ ਵੀ ਕਰਾਂਗੇ। ਧੰਨਵਾਦ ਸੰਧੂ ਸਾਹਿਬ, ਧੰਨਵਾਦ। ਬਿਲਕੁਲ ਪਰਿਵਾਰ ਦੀ ਵੀ ਸੁਣਨੀ ਚਾਹੀਦੀ ਹੈ। ਜਿਹੜੇ ਪਰਿਵਾਰ ਘਰੇ ਬੈਠੇ ਨੇ ਜਾਂ ਤੁਸੀਂ ਘਰੇ ਜਾਂਦੇ ਹੋ, ਜਦੋਂ ਤੁਹਾਨੂੰ ਵਰਜਦੇ ਨੇ ਵੀ ਦੇਖੋ ਜੀ ਅੱਜ ਗੱਲ ਸੁਣੀ ਆ, ਜੇ ਮਾਪੇ ਵੀ ਕਹਿਣ ਜਾਂ ਜਵਾਕ ਕਹਿਣ, ਕੋਈ ਸ਼ਬਦ ਅੰਗਰੇਜ਼ੀ ਦਾ ਇੱਧਰ ਉੱਧਰ ਹੋ ਜਾਵੇ, ਉਹ ਕਹਿੰਦੇ ਨਾ ਇਹਦੀ ਪ੍ਰੋਨੰਸੀਏਸ਼ਨ ਗਲਤ ਸੀ, ਜਾਂ ਸਰਦਾਰ ਨਹੀਂ ਕਹੇ ਦੇਖੋ ਜੀ ਆਹ ਗੱਲ ਠੀਕ ਨਹੀਂ ਸੀ, ਇਹ ਆਪਣੇ ਲਈ ਇਹ ਬੈਰੀ ਹਾਲਾ ਚੰਗਾ ਨਹੀਂ ਹੈ। ਹਾਂ, ਨਿੱਜੀ ਤੌਰ ਤੇ ਨਹੀਂ, ਜੇ ਕੌਮੀਅਤ ਦੀ ਕੋਈ ਗੱਲ ਹੈ, ਸੱਚ ਦੀ ਗੱਲ ਹੈ, ਉਹਦੇ ਲਈ ਬੈਰੀ ਹਾਲੇ ਦਾ ਆਪਾਂ ਨੂੰ ਫਿਕਰ ਵੀ ਕੋਈ ਨਹੀਂ। ਜਿਹਦੇ ਨਾਲ ਪੈਣਾ, ਜਿਹਦੇ ਨਾਲ ਜਿੱਥੇ ਮਰਜ਼ੀ ਪੈ ਜਾਵੇ, ਇਹਦਾ ਕੋਈ ਨਹੀਂ ਹੈ। ਹਾਂ, ਨਿੱਜ ਨਹੀਂ, ਪਰ ਕੌਮੀਅਤ ਜਦ ਕੌਮ ਲਈ ਕੋਈ ਮਾੜਾ ਬੋਲੂ, ਉਹ ਨਹੀਂ ਹੋ ਸਕਦੀ ਗੱਲ, ਬਿਲਕੁਲ ਨਹੀਂ। ਟਾਂਡੀ ਜੀ, ਲਾਈਨ ਨੰਬਰ 1। ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਦੇਖੋ ਜੀ, ਨਵਾਂ ਬਰਾ ਸੜਕ ਨੂੰ ਵਧੀਆ ਚੜੇ ਤੇ ਪੁਰਾਣਾ ਦੇ ਬਰੇ ਦੇ ਵਿੱਚ ਬਹੁਤ ਕੁਝ ਹੋ ਗਿਆ। ਜਿੱਦਾਂ ਕਈ ਨੁਕਸਾਨ ਹੋ ਗਏ, ਜਿੱਦਾਂ ਮੈਨੂੰ ਜਿੱਦਾਂ ਖੀਰ ਤੇ ਵਧੀਆ ਖੁਸ਼ੀ ਦੇ ਕੇ ਗਿਆ ਥੋੜੀ ਜਿਹੀ, ਜਦੋਂ ਨੇਕੀ ਦੇ ਛਿੱਤਰ ਵੜਿਆ ਤਾਂ ਕਈ ਉਹਨੂੰ ਕਹਿੰਦੇ ਆ ਜੀ, ਮਤਲਬ ਕਾਲਰ ਵੀ ਕਹਿੰਦੇ ਆ ਕਿ ਨਹੀਂ ਹੋਣਾ ਚਾਹੀਦਾ ਸੀ, ਕਿਉਂਕਿ ਤੁਸੀਂ ਕਿਸੇ ਵੀ ਧਰਮ ਦੇ ਖਿਲਾਫ ਨਹੀਂ ਜਾ ਸਕਦੇ। ਤੇ ਕੋਈ ਵੀ ਮਤਲਬ ਧਰਮ ਹੋਵੇ ਤੇ ਉਹ ਨੇਕੀ ਜਿੱਦਾਂ ਵੀ ਬਹੂਪੀਆ, ਜਿੱਦਾਂ ਕਿਤੇ ਉਹਨੇ ਟੋਪੀ ਰੱਖੀ ਹੁੰਦੀ ਸਿਰ ਤੇ, ਜਿੱਦਾਂ ਦਾੜਾ ਰੱਖਿਆ ਆ, ਕੇਸ ਰੱਖਿਓ, ਸਰਦਾਰ ਹੋ ਕੇ ਗੁਰੂ ਗੋਬਿੰਦ ਸਿੰਘ ਨੂੰ ਮਤਲਬ ਗਲਤ ਸ਼ਬਦ ਕਹਿਣੇ ਗੁਰੂਆਂ ਨੂੰ, ਉਹਨੇ ਦੂਸਰਿਆਂ ਨੂੰ ਨਹੀਂ ਕਿਉਂ ਨਹੀਂ ਕਿਹਾ, ਮੁਸਲਮਾਨਾਂ ਨੂੰ ਕਿਉਂ ਨਹੀਂ ਕਿਹਾ, ਹਿੰਦੂਆਂ ਨੂੰ ਕਿਉਂ ਨਹੀਂ ਕਿਹਾ, ਸਿਰਫ ਸਿੱਖ ਹੋ ਕੇ ਹੀ ਸਿੱਖਾਂ ਨੂੰ ਉਹਨੇ ਕੀਤਾ ਤੇ ਉਹਦਾ ਚੰਗਾ ਛੱਤਰ ਪਰੇਡ ਹੋਇਆ। ਤੇ ਗਾਂ ਕਈ ਜਿਹੜੇ ਹੋਸਟ ਏਦਾਂ ਕਰਨਗੇ, ਉਹਨਾਂ ਦਾ ਵੀ ਜਿਹੜੇ ਧਰਮ ਤੇ ਬੋਲਣਗੇ, ਕਈ ਨਾ ਬੰਦੇ ਆ ਨਾ ਨਿਹੰਗਾਂ ਨੂੰ ਬਹੁਤ ਕਮੈਂਟ ਕਰਦੇ ਆ, ਚੁਟਕਲੇ ਬਣਾਇਓ ਆ, ਕਹਿੰਦੇ ਕੜਾਹ ਖਾਣੇ ਕਸ਼ਹਿਰੇ, ਏਦਾਂ ਕਹਿ ਨਹੀਂ ਸਕਦੇ, ਉਹਨਾਂ ਦੇ ਜੂਆਂ ਪਈਆਂ ਆ। ਮਤਲਬ ਹੋਸਟ ਹੋ ਕੇ ਤੁਸੀਂ ਇਹ ਗੱਲਾਂ ਜਦੋਂ ਕਰਦੇ ਆ ਨਾ,
ਤੇ ਸਾਡੇ ਤੁਹਾਨੂੰ ਪਤਾ ਹੀ ਆ ਵੀ ਸਿੱਖ ਧਰਮ ਦੇ ਵਿੱਚ ਇਹ ਗੱਲਾਂ ਜਿਹੜੀਆਂ ਬਰਦਾਸ਼ਤ ਨਹੀਂ ਹੁੰਦੀਆਂ ਹੈ। ਇਹ ਹੋਸਟਾਂ ਨੂੰ ਸਮਝ ਲੈਣੀ ਚਾਹੀਦੀ, ਨੇਕੀ ਤੋਂ ਸਬਕ ਲੈ ਲੈਣਾ ਚਾਹੀਦਾ ਗਾਂਹ ਵਾਸਤੇ ਨਵੇਂ ਸਾਲ ਦੇ ਵਿੱਚ ਵੀ ਕੋਈ ਗਲਤ ਸ਼ਬਦ ਨਾ ਕਿਸੇ ਨੂੰ ਬੋਲਿਆ ਜਾਵੇ। ਤੇ ਬਾਕੀ ਜੀ ਨਵਾਂ ਸਾਲ ਜਿਹੜਾ ਕਰੋਨਾ ਆ, ਜਿਹੜਾ ਪੁਰਾਣਾ ਸਾਲ ਗਿਆ, ਕਰੋਨੇ ਨੇ ਸਾਰੀ ਦੁਨੀਆ ਅੰਦਰਾਂ 'ਚ ਪਾੜ ਦਿੱਤੀ ਤੇ ਇੱਕ ਨਵਾਂ ਹੀ ਤਰੀਕਾ ਜਿਹੜਾ ਰੱਬ ਨੇ ਕਹਿ ਲਓ ਜਾਂ ਆਪ ਕਹਿ ਲਓ, ਇਹ ਵਾਇਰਸ ਜਿਹੜਾ ਸੀਗਾ ਦੁਨੀਆ ਦਾ ਬਹੁਤ ਨੁਕਸਾਨ ਕਰਕੇ ਗਿਆ। ਬਹੁਤ ਦੁਨੀਆ ਜਿੱਦਾਂ ਲੱਖਾਂ ਦੇ ਤਾਦਾਦਾਂ ਦੇ ਵਿੱਚ ਉਹ ਦੁਨੀਆ ਮਰ ਗਈ। ਬਾਕੀ ਇੱਕ ਤੀਜਾ ਇਹ ਆ ਵੀ ਟਰੰਪ ਸਾਹਿਬ ਦੀ ਜਿਹੜੀ ਆ ਉਹ ਟਰੰਪ ਸਾਹਿਬ ਦੀ ਜਿਹੜੀ ਪ੍ਰਧਾਨ ਮੰਤਰੀ ਦੀ ਕੁਰਸੀ ਆ ਉਹ ਖਿਸਕ ਗਈ ਪੁਰਾਣੇ 2020 ਚ ਕਈ ਕੁਛ ਹੀ ਹੋਇਆ। ਤੇ ਬਾਕੀ ਆ ਟਰੂਡੋ ਸਾਹਿਬ ਦਾ ਬਹੁਤ ਧੰਨਵਾਦ ਮੈਂ ਕਰਦਾ ਕਿ ਕਰੋਨਾ ਨੂੰ ਇਹਨੇ ਰੋਕਿਆ ਤੇ ਨਾਲੇ ਗੱਫੇ ਦਿੱਤੇ ਲੋਕਾਂ ਨੂੰ। ਪਹਿਲੀ ਵਾਰੀ ਜਿੱਦਾਂ ਕਹਿੰਦੇ ਹੁੰਦੇ ਨਾ ਦਰਖਤਾਂ ਨੂੰ ਪੈਸੇ ਲੱਗੇ ਹੋ ਕੈਨੇਡਾ ਦੇ ਵਿੱਚ, ਉਹ ਸਾਬਤ ਕਰ ਦਿੱਤਾ ਕਿ ਹਾਂ ਲੱਗੇ ਹੋ ਦਰਖਤਾਂ ਨੂੰ। ਜਿੱਦਾਂ ਘਰ ਬੈਠਿਆਂ ਨੂੰ ਪੈਸੇ ਅਜੇ ਤੱਕ ਆਈ ਜਾਂਦੇ ਆ, ਸਾਲ ਇੱਕ ਹੋਰ ਆਉਣੇ ਆ ਲੋਕਾਂ ਨੂੰ। ਇਹ ਪ੍ਰਧਾਨ ਮੰਤਰੀ ਨੇ ਫਿਰ ਕਿਸਾਨ ਅੰਦੋਲਨ ਤੇ ਵੀ ਜਿੱਦਾਂ ਕਹਿ ਲਓ ਵੀ ਉੱਥੇ ਵੀ ਬਿਆਨ ਆਪਣਾ ਦਿੱਤਾ ਖੜ ਕੇ, ਜਿੱਦਾਂ ਧਰਮ ਤਾਂ ਸਿੱਖਾਂ ਦਾ, ਪਰ ਸਿੱਖ ਮੈਨੂੰ ਉਹ ਸਾਬਤ ਹੋਇਆ ਟਰੂਡੋ ਸਾਹਿਬ ਬਈ ਉਹਨੇ ਮਤਲਬ ਉੱਥੇ ਕਿਸਾਨ ਅੰਦੋਲਨ ਦੇ ਵਿੱਚ ਜਾ ਕੇ ਦਖਲਅੰਦਾਜ਼ੀ ਦਿੱਤੀ ਬਾਹਰਲੇ ਦੇਸ਼ ਨੇ। ਇੱਥੇ ਮੈਨੂੰ ਪਤਾ ਲੱਗ ਗਿਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਮੋਦੀ ਸਾਹਿਬ ਨਾ ਮੰਨੇ ਕਿਸਾਨ ਅੰਦੋਲਨ ਦੁਨੀਆ ਦਾ ਬਲਦਾ ਬਣ ਗਿਆ ਇਹ, ਤੇ ਟਰੂਡੋ ਸਾਹਿਬ ਇਹ ਵੀ ਬਿਆਨ ਦੇ ਦੇਣਗੇ ਵੀ ਪੰਜਾਬ ਨੂੰ ਜੁਦਾ ਹੋ ਜਾਣਾ ਚਾਹੀਦਾ। ਮਾਨਤਾ ਜਿੱਦਾਂ ਕੈਨੇਡਾ ਪਹਿਲਾ ਮੁਲਕ ਹੋਊਗਾ ਜਿਹੜਾ ਕਿ ਖਾਲਿਸਤਾਨ ਨੂੰ ਜਾਂ ਪੰਜਾਬ ਪੰਜਾਬ ਮੈਂ ਤਾਂ ਕਹੂੰਗਾ ਖਾਲਿਸਤਾਨ ਦੀ ਕਈਆਂ ਨੂੰ ਜ਼ਹਿਰ ਚੜ ਜਾਂਦੀ ਆ ਤੇ ਉਹ ਕਰੇਜੀ ਹੋ ਜਾਂਦੇ, ਜਿੱਦਾਂ ਕਹਿ ਲਓ ਵੀ ਉਹ ਪਾਗਲਾਮਾਂ ਕਰਨ ਲੱਗ ਪੈਂਦੇ ਆ। ਪੰਜਾਬ ਮੈਂ ਕਹੂੰਗਾ ਵੀ ਮਾਨਤਾ ਦੇ ਦੇਣਗੇ ਇੱਕ ਦਿਨ। ਠੀਕ ਹੈ ਤੇ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ, ਤੁਹਾਡਾ ਜਿੱਦਾਂ ਮੈਂ ਤੁਹਾਡੀ ਸਿਫਤ ਕਰਦਾ ਵੀ ਤੁਸੀਂ ਜਿਹੜੀ ਕਾਲ ਲੈਣ ਦੀ ਸ਼ਕਤੀ ਆ ਤੁਹਾਡੇ ਵਿੱਚ ਬਹੁਤ ਜ਼ਿਆਦਾ ਅੱਗੇ ਨਾਲੋਂ ਨਿਖਰ ਗਈ ਆ। ਵੀ ਜਿੱਦਾਂ ਕਹਿ ਲਓ ਜਿੰਨਾ ਚਿਰ ਕਾਲਰ ਦੇ ਵਿਚਾਰ ਨਹੀਂ ਨਾ ਮੁੱਕਦੇ ਉਹਨਾਂ ਚਿਰ ਤੁਸੀਂ ਕਾਲਰ ਤੁਹਾਡੇ ਤੋਂ ਵੀ ਸਬਕ ਲੈਣਾ ਚਾਹੀਦਾ। ਬਾਕੀ ਹੋਸਟਾਂ ਨੂੰ ਜੇ ਕੱਟ ਕੇ ਨਹੀਂ ਵੀ ਦੂਜੇ ਦੀ ਫੇਰ ਵਿਚਾਰ ਥੋਪਣੇ, ਅਗਲੇ ਕਾਲਰ ਦੀ ਬੇਇੱਜ਼ਤੀ ਕਰਨੀ ਤੇ ਕਾਲਰ ਦੇ ਸਿਰ ਤੇ ਤੁਹਾਡਾ ਪ੍ਰੋਗਰਾਮ ਆ। ਬਿਲਕੁਲ। ਤੇ ਇਸ ਕਰਕੇ ਮੈਂ ਅਖੀਰ ਤੇ ਇਹ ਗੱਲ ਕਹਿੰਦਾ ਵੀ ਸ਼ੇਰੇ ਪੰਜਾਬ ਦੀ ਜਿਹੜੀ ਕੁਆਲਿਟੀ ਆ ਇਹ ਕੁਆਲਿਟੀ ਹੋਵੇ, ਇਹ ਨਾ ਹੋਵੇ ਕਿ ਸ਼ੇਰੇ ਪੰਜਾਬ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਨੂੰ ਬੇਇੱਜ਼ਤੀ ਹੋਵੇ ਜਾਂ ਉਹਨੂੰ ਅਮਲੀ ਕਿਹਾ ਜਾਵੇ, ਉਹਨੂੰ ਮਤਲਬ ਉਹ ਤੇ ਐਲੀਗੇਸ਼ਨ ਲੱਗੇ, ਫਿਰ ਆਪਾਂ ਤੁਹਾਡੇ ਰੇਡੀਓ ਨੂੰ ਕਬੂਲ ਨਹੀਂ ਕਰਾਂਗੇ। ਕੋਈ ਵੀ ਹੋਸਟ ਜੇ ਕੋਸ਼ਿਸ਼ ਕਰੇ ਕਿ ਸ਼ੇਰੇ ਪੰਜਾਬ ਦੀ ਮਤਲਬ ਮਹਾਰਾਜਾ ਰਣਜੀਤ ਸਿੰਘ ਦੀ ਬੇਇੱਜ਼ਤੀ ਹੋਵੇ, ਕਿਉਂਕਿ ਨਾਂ ਰੱਖਿਆ ਹੈ ਤੁਸੀਂ, ਬਿਲਕੁਲ ਠੀਕ। ਇਹਦੇ ਉੱਤੇ ਕੋਈ ਹੋਸਟ ਜਿਹੜਾ ਤੁਹਾਡਾ ਆ ਮਹਾਰਾਜਾ ਰਣਜੀਤ ਸਿੰਘ ਤੇ ਨਾ ਕਮੈਂਟ ਦੇਵੇ, ਗਲਤ ਕਮੈਂਟ। ਜੋ ਅੱਜ ਕੱਲ੍ਹ ਕਿਤਾਬਾਂ ਨਵੀਆਂ ਆ ਰਹੀਆਂ ਨਾ ਬਈ ਉਹ ਮਹਾਰਾਜਾ ਰਣਜੀਤ ਸਿੰਘ ਏਦਾਂ ਦਾ ਸੀ, ਉਹ ਤਾਂ ਰਾਜ ਨਹੀਂ, ਕਿਉਂਕਿ ਉਹਨੇ ਧਰਮ ਸਾਰਿਆਂ ਨੂੰ ਇਕੱਠਾ ਕਰਕੇ ਰੱਖ ਦਿੱਤਾ, ਏਦਾਂ ਦਾ ਰਾਜ ਹੀ ਨਹੀਂ ਹੋਇਆ ਜੀ। ਸਤਿ ਸ੍ਰੀ ਅਕਾਲ। ਧੰਨਵਾਦ ਜੀ ਟਾਂਡੀ ਜੀ। ਸਰਦਾਰ ਅਵਤਾਰ ਸਿੰਘ ਜੀ। ਗਿੱਲ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਡਾਕਟਰ ਸਾਹਿਬ। ਗਿੱਲ ਸਾਹਿਬ ਜਿਹੜੀ ਸਭ ਤੋਂ ਵੱਡੀ 2020 ਦੀ ਹੈਗੀ ਆ ਅਚੀਵਮੈਂਟ ਉਹ ਇਹ ਆ ਵੀ ਜਿਹੜਾ ਪੰਜਾਬ ਹੈ ਜਾਂ ਜਿਹੜਾ ਉਹ ਮੇਜਰ ਗ੍ਰੇਟਰ ਪੰਜਾਬ ਦਾ ਖਿੱਤਾ ਹੈ, ਇੱਕ ਦਾ ਉਹ ਇੱਕ ਹੋ ਗਿਆ, ਦੂਜੀ ਉੱਥੇ ਸੋਸ਼ਲ ਚੇਂਜ ਇੱਕ ਬਹੁਤ ਵੱਡੀ ਆਈ ਆ ਜਿਹੜੀ ਬਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਟਾਈਮ 'ਚ 80s ਤੋਂ ਚੇਂਜ ਆਈ ਸੀ, ਉਹ ਤੋਂ ਵੀ ਜ਼ਿਆਦਾ ਵਾਈਡ ਸਪਰੈਡ ਆ। ਭਾਵੇਂ ਕਿਸਾਨ ਮੂਵਮੈਂਟ ਦੇ ਵਿੱਚ ਜਿੱਤੀਏ ਹਾਰੀਏ ਉਹ ਜੁਦੀ ਗੱਲ ਹੈ, ਆਪਾਂ ਆਲਰੇਡੀ ਜਿੱਤ ਚੁੱਕੇ ਹਾਂ ਕਿਉਂਕਿ ਜੋ ਆਪਾਂ ਅਚੀਵ ਕਰ ਲਿਆ ਉਹ ਆਪਣੀਆਂ ਆਉਣ ਵਾਲੀਆਂ 5 ਹਾਰਨਾ ਤਾਂ ਕੋਈ ਮਤਲਬ ਹੀ ਨਹੀਂ ਹੁੰਦਾ ਉੱਥੋਂ, ਉਹ ਆਪਣੀਆਂ ਜਿਹੜੀਆਂ ਆਉਣ ਵਾਲੇ 5-6 ਦਹਾਕੇ ਆ ਉਹਦੇ ਤੇ ਉਹਦਾ ਪੂਰਾ ਇੰਪੈਕਟ ਰਹੂਗਾ। ਬਾਕੀ ਜਦੋਂ ਤਾਈਂ ਤੁਹਾਡੇ ਵਰਗੇ ਛੋਟੇ ਵੀਰ ਰੇਡੀਓ ਤੇ ਬੈਠੇ ਆਪਾਂ ਨੂੰ ਬਾਹਲੀ ਘਬਰਾਉਣ ਦੀ ਗੱਲ ਨਹੀਂ, ਸਾਨੂੰ ਪਤਾ ਵੀ ਜਿਹੜੇ ਜਦੋਂ ਤਾਈਂ ਤੁਸੀਂ ਹੈਗਾ ਕਿਸਾਨ ਮੂਵਮੈਂਟ ਜਾਂ ਕੋਈ ਵੀ ਜਿਹੜੀ ਰਾਈਟੀਅਸ ਮੂਵਮੈਂਟ ਚੱਲੂਗੀ ਤੁਸੀਂ ਉਹਦਾ ਸਾਥ ਦਿਓਗੇ, ਕਿਉਂਕਿ ਤੁਸੀਂ ਇੱਕ ਬੰਦੇ ਆ ਜਿਹਨਾਂ ਦਾ ਇੱਕ ਆਪਣਾ ਮਤਲਬ ਆਪਣੀ ਇੱਕ ਟੇਕ ਆ ਹਰ ਇੱਕ ਚੀਜ਼ ਤੇ। ਇਹ ਨਹੀਂ ਵੀ ਜੇ ਅੱਜ ਇੱਧਰ ਨੂੰ ਹਿੱਲ ਗਿਆ ਕੱਲ ਨੂੰ ਉੱਧਰ ਨੂੰ ਹਿੱਲ ਗਿਆ, ਤੁਸੀਂ ਉਹ ਨਹੀਂ ਕਰਦੇ। ਇਸ ਕਰਕੇ ਤੁਹਾਡਾ ਆਪਣਾ ਜਿਹੜਾ ਇੱਕ ਟੇਕ ਹੈ, ਇੱਕ ਸਟੈਂਡ ਹੈ, ਉੱਤੇ ਤੁਹਾਡੇ ਖੜਨ ਦੀ ਸਮਰੱਥਾ ਆ। ਬਾਕੀ ਜਿਹੜੇ ਤੁਹਾਡੇ ਸੁਣਨ ਵਾਲੇ ਸਰੋਤੇ, ਤੁਹਾਡਾ ਪਰਿਵਾਰ, ਸਾਰਿਆਂ ਨੂੰ ਜਿਹੜਾ 2021 ਜਿਹੜਾ ਉਹ ਵਧੀਆ ਸਾਲ ਜਿਹੜੇ ਇਹਦੀ ਮੈਂ ਸ਼ੁਭਕਾਮਨਾ ਕਰਦਾ। ਧੰਨਵਾਦ ਡਾਕਟਰ ਸਾਹਿਬ, ਧੰਨਵਾਦ। ਤੁਸੀਂ ਵੱਡੇ ਭਰਾ ਆ, ਮਾਣ ਤੁਹਾਨੂੰ ਦਿੱਤਾ ਤੇ ਭਾਈ ਸਾਹਿਬ ਨਾਲ ਸਾਰੇ ਪੜ੍ਹੇ ਹੋਏ ਹੋ ਤੁਸੀਂ। ਹੋਰ ਵੀ ਜਿਹੜੇ ਨਹੀਂ ਵੀ ਪੜ੍ਹੇ, ਜਿਨ੍ਹਾਂ ਨੂੰ ਵੱਡੇ ਭਾਈ ਕਿਹਾ ਉਹਨਾਂ ਨੂੰ ਵੱਡੇ ਭਾਈ ਕਿਹਾ, ਤੇ ਇਹੀ ਚਾਹੀਦੀ ਆ ਮੇਰੇ ਖਿਆਲ। ਅਸੀਂ ਜੇ ਇਸ ਸੀਟ ਤੇ ਬੈਠੇ ਹਾਂ, ਇਹ ਨਹੀਂ ਹੈ ਸਾਡੇ ਕੋਲ ਸੁੱਚਾਂ ਨੇ ਅਸੀਂ ਰੱਬ ਹਾਂ, ਅਸੀਂ ਜਿਹਦੀ ਲਾਹ ਦੀਏ, ਜਿਹਨੂੰ ਵੱਢ ਦੀਏ, ਜਿਹਨੂੰ ਕੁੱਟ ਦੀਏ, ਜਿਹੜਾ ਕੁਛ ਮਰਜ਼ੀ ਇਸ ਮਾਈਕ ਤੋਂ ਬੋਲੀਏ ਨਾ, ਇਹ ਨਹੀਂ ਗੱਲ ਹੈ। ਇਹ ਜੇ ਅਸੀਂ ਬਿਯੋਂਡ ਲਿਮਿਟ ਜਾਂਦੇ ਹਾਂ ਤਾਂ ਸਾਡੇ ਤੇ ਜਿਹੜਾ ਕੁੰਡਾ ਹੈ ਉਹ ਮੈਨੇਜਮੈਂਟ ਦਾ ਵੀ ਚਾਹੀਦਾ। ਮੈਂ ਹੋਵਾਂ ਕੋਈ ਹੋਵੇ,
ਜਿੰਨੇ ਮਰਜ਼ੀ ਪਿਆਰੇ ਹੋਈਏ, ਅਸੀਂ ਜਿੰਨੇ ਮਰਜ਼ੀ ਐਡਵਰਟਾਈਜ਼ਮੈਂਟ ਲਾਈਏ, ਇਹਦੀ ਮਤਲਬ ਹੈ ਜਿਵੇਂ ਟਾਂਡੀ ਹੋਣੀ ਕਹੇ ਕਿ ਜਦ 9 ਇਸ ਰੇਡੀਓ ਦਾ ਇਹ ਹੈ, 9 ਕਮਿਊਨਿਟੀ ਨੇ ਦਸਤਖਤ ਕਰਕੇ ਇਹ ਕਮਿਊਨਿਟੀ ਨੇ ਲੈ ਕੇ ਦਿੱਤਾ, ਜਿਹਦੀ ਫ੍ਰੀਕੁਐਂਸੀ 300 ਕਿਲੋਮੀਟਰ ਚੱਲਦੀ ਹੈ, ਖੜਕਦਾ ਪੂਰਾ। ਅਤੇ ਜਿਸ ਰੇਡੀਓ ਨੂੰ 2 ਮਹੀਨੇ ਹਲੇ ਏਅਰ 'ਤੇ ਹੋਏ ਨੇ, ਅਤੇ ਅਕਤੂਬਰ ਨਵੰਬਰ 'ਚ ਅਸੀਂ ਬਿਮਾਰ ਹੋ ਗਏ, ਦਸੰਬਰ 2 ਮਹੀਨੇ ਦੇ ਵਿੱਚ $4 ਲੱਖ ਕਰਕੇ ਇਕੱਠਾ ਕਮਿਊਨਿਟੀ ਨੇ ਦੇਤਾ। 200 ਤੋਂ ਵੱਧ $9 ਏ ਡੇ 'ਤੇ ਆਏ ਪਏ ਨੇ, ਇਹ ਤੋਂ ਵੱਧ ਕੀ ਹੋ ਜਾਵੇ? ਦੇਣਾ ਨਹੀਂ ਦੇ ਸਕਦੇ। ਵੱਡੇ ਬਾਦ ਸਾਹਿਬ ਨੇ, ਬਜ਼ੁਰਗਾਂ ਨੇ, ਬਾਪੂ ਜੀ ਨੇ ਮੁੜ ਕੇ ਉਸ ਦਿਨ ਕਿਹਾ, ਅੱਖਾਂ 'ਚ ਉਹਨਾਂ ਦੇ ਹੰਝੂ ਸੀ, ਮੁੜ ਕਹਿੰਦੇ ਹਰਜੀਤ ਸਿੰਘ ਕਿਵੇਂ ਦੇਣਾ ਦੇਵਾਂਗੇ। ਮੈਂ ਕਿਹਾ ਜੀ ਆਪਣੇ ਵੱਲੋਂ ਸੱਚ ਕਰੀਏ ਅਤੇ ਕੌਮ ਦੇ ਨਾਲ ਖੜੀਏ। ਕੌਮ ਦਾ ਮਤਲਬ ਇਹ ਨਹੀਂ ਕਿ ਇਕੱਲੇ ਸਿੱਖਾਂ ਨਾਲ ਖੜੀਏ, ਸਰਬੱਤ ਦੇ ਭਲੇ ਨਾਲ ਖੜੀਏ, ਉਹੀ ਕੌਮੀਅਤ ਦਾ ਰਾਹ। ਕਾਲਰਸ ਨੂੰ ਮੈਂ ਬੇਨਤੀ ਕਰਾਂ ਜੀ, ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਬਾਰੇ ਹਰਮਨਜੀਤ ਦੇ ਲਿਖੇ ਇੱਕ ਲੇਖ ਪੜ੍ਹਨਾ ਚਾਹੁੰਦਾ। ਉਦੋਂ ਪਹਿਲਾਂ 2 ਕਾਲਰ ਨੇ ਜੀ, ਇਹਨਾਂ ਨਾਲ ਗੱਲ ਕਰਕੇ ਮੈਂ ਸ਼ੁਰੂ ਕਰਾਂਗਾ। ਗੁੱਡੀ ਦਿਓਲ ਜੀ, ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਹਰਜੀਤ ਸਿੰਘ ਗੱਲ ਵੀਰ ਜੀ, ਸਤਿ ਸ੍ਰੀ ਅਕਾਲ। ਮੈਂ ਇਹ ਕਹਿਣਾ ਚਾਹੁੰਦੀ ਸੀ ਕਿ ਮੈਂ ਡੋਨੇਸ਼ਨ ਲਿਖਾਈ ਸੀ, ਹਾਂਜੀ, ਲੈਣ ਨਹੀਂ ਆਏ। ਫਿਰ ਮੈਂ ਪਿਛਲੇ ਹਫ਼ਤੇ ਫੋਨ ਵੀ ਕੀਤਾ ਸੀ, ਇੱਕ ਬੀਬੀ ਜੀ ਕਹਿੰਦੇ ਸੀ ਅਸੀਂ ਲੈਣਾ, ਮੈਂ ਕਿਹਾ ਤੁਸੀਂ ਡੋਨੇਸ਼ਨ ਲੈਣ ਨਹੀਂ ਆਏ। ਮੈਂ ਆ ਜਾਵਾਂਗੇ ਭੈਣ ਜੀ, ਆ ਜਾਊਂਗਾ ਮੈਂ, ਆ ਜਾਊਂਗਾ, ਲੈ ਕੇ ਜਾਊਂ। ਠੀਕ ਆ ਜੀ, ਥੈਂਕ ਯੂ ਜੀ। ਚੰਗਾ ਭੈਣ ਜੀ। ਗੁੱਡੀ ਦਿਓਲ ਭੈਣ ਜੀ ਖਡੂਰ ਤੋਂ, ਧੰਨਵਾਦ। ਸਰਦਾਰ ਜਸਵੀਰ ਸਿੰਘ ਜੀ, ਸਰਦਾਰ ਸਾਹਿਬ, ਲਾਈਨ ਨੰਬਰ 2। ਧੰਨਵਾਦ ਸਰਦਾਰ ਬਹਾਦਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਰਦਾਰ ਜੀ, ਮੈਂ ਟਿੱਪਣੀਆਂ ਕਰਨੀਆਂ ਨੇ, ਕੁਝ ਮਿੱਠੀਆਂ ਕੁਝ ਕੌੜੀਆਂ। ਕਰੋ ਜੀ। ਤੇ ਇੱਕ ਤਾਂ ਗੱਲ ਇਹ ਹੈ ਵੀ ਨਾਨਕ ਜੀ ਕਹਿੰਦੇ ਨੇ ਵੀ ਸੱਚ ਦੀ ਜਿਹੜੀ ਗੱਲ ਹੈ ਉਹ ਸਦੀਵੀ ਉੱਚੀ ਰਹਿੰਦੀ ਹੈ, ਤੇ ਸੱਚ ਕਦੇ ਵੀ ਕੂੜ ਦੇ ਨਾਲ ਦੱਬਿਆ ਨਹੀਂ ਜਾਂਦਾ, ਤੇ ਜਿੱਤ ਜਿਹੜੀ ਹੈ ਉਹ ਸੱਚ ਦੀ ਹੁੰਦੀ ਹੈ। ਇਹ ਹਮੇਸ਼ਾ ਸਥਿਰ ਹੈ ਔਰ ਸਦੀਵੀ ਹੈ ਜੀ। ਬਾਕੀ ਤੁਹਾਨੂੰ ਵਧਾਈ ਇਸ ਗੱਲ ਦੀ ਦੇਣੀ ਹੈ ਵੀ ਤੁਸੀਂ ਤੈਸ਼ ਵਿੱਚ ਬਹੁਤ ਆਉਂਦੇ ਸੀ, ਉਹਦੇ ਵਿੱਚ ਬਹੁਤ ਜ਼ਿਆਦਾ ਘਾਟਾ ਹੋ ਗਿਆ, ਔਰ ਗੱਲ ਨੂੰ ਸੁਥਰੇ ਤੇ ਸੰਜਮ ਵਿੱਚ ਵਿਚਰਨ ਦੀ ਤੁਹਾਨੂੰ ਜਾਂਚ ਆ ਗਈ। ਇਹਦੇ ਲਈ ਮੈਂ ਤੁਹਾਨੂੰ ਓਪਨਲੀ ਵਧਾਈ ਦੇਣੀ ਚਾਹੁੰਦਾ। ਧੰਨਵਾਦ ਜੀ। ਤੇ ਇੱਕ ਨੁਕਸ ਜਿਹੜਾ ਦੇਖੋ, ਆਪਣਾ ਨੁਕਸ ਆਪ ਘੱਟ ਨਜ਼ਰ ਆਉਂਦਾ, ਦੂਸਰਾ ਵਿਅਕਤੀ ਉਹਨੂੰ ਪਿਨ ਪੁਆਇੰਟ ਕਰ ਦਿੰਦਾ। ਦੱਸੋ ਜੀ। ਪਰ ਕਈ ਵਾਰੀ ਇਹ ਹੁੰਦੀ ਆ ਵੀ ਚਾਲ ਪੜੂਸੀ ਦੇ ਥੱਲੇ ਸਾਨੂੰ ਔਗਣਾਂ ਨੂੰ ਮਿੱਤਰਤਾ ਦੇ ਹਿਸਾਬ ਦੇ ਵਿੱਚ ਕਹਿਣ ਤੋਂ ਸ਼ਰਮ ਵੀ ਆਉਂਦੀ ਆ, ਤੇ ਅਸੀਂ ਉਹਨਾਂ ਹੌਸਲਾ ਵੀ ਨਹੀਂ ਕਰਦੇ। ਮੈਨੂੰ ਲੱਗਦਾ ਇਹ ਗਲਤ ਹੈ। ਬਿਲਕੁਲ। ਜਿਹਨੂੰ ਤੁਸੀਂ ਜ਼ਿਆਦਾ ਪਿਆਰ ਤੇ ਸਤਿਕਾਰ ਕਰਦੇ ਹੋ, ਉਹਨੂੰ ਉਹਦੀ ਚੰਗਿਆਈ ਨੂੰ ਭਾਵੇਂ ਨਾ ਉਭਾਰੋ, ਤੇ ਜੇ ਕੋਈ ਔਗਣ ਹੈ ਤੇ ਜੇ ਉਹ ਠੀਕ ਹੋ ਜਾਵੇ, ਇਹਨੂੰ ਸੰਗਤ ਕਹਿੰਦੇ ਨੇ। ਕਰੋ ਜੀ। ਸੰਗਤ ਵਿੱਚ ਮਨੁੱਖ ਇਸ ਕਰਕੇ ਜਾਂਦਾ ਕਿ ਸੰਗਤ ਦੇ ਨਾਲ ਉਹ ਆਪਣੇ ਔਗਣਾਂ ਦਾ ਪਹਿਚਾਣ ਕਰ ਸਕੇ ਜੀ। ਤੁਹਾਡੇ ਖਿਲਾਫ ਜਾਂ ਸਿਸਟਮ ਦੇ ਖਿਲਾਫ ਜਾਂ ਕਿਸੇ ਦੇ ਖਿਲਾਫ ਕਈ ਵਾਰੀ ਕਈ ਵਿਅਕਤੀ ਬੋਲਦੇ ਨੇ, ਤੁਸੀਂ ਉਹਨੂੰ ਕਦੇ ਕਦਾਈ ਨਿੱਜੀ ਲੈ ਜਾਂਦੇ ਹੋ। ਉਹਦੇ ਤੇ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਹੈ। ਤੁਹਾਡਾ ਨਿੱਜੀ ਕੁਝ ਨਹੀਂ ਹੈ ਇਹਦੇ ਵਿੱਚ। ਸਾਡਾ ਜਿਹੜਾ ਵੀ ਕੁਝ ਹੈਗਾ ਉਹ ਜਾਂ ਤਾਂ ਕੌਮਾਂ ਦਾ, ਤੇ ਜਾਂ ਤੁਹਾਡੇ ਜਿਹੜੇ ਮਾਧਿਅਮ ਨੂੰ ਚਲਾਉਣ ਦਾ ਜਿਹੜਾ ਤਰੀਕਾ ਹੈ ਉਸ ਵਿੱਚ ਚੰਗਿਆਈ ਤੇ ਬੁਰਾਈ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਹੈ। ਬਸ ਤੁਹਾਡਾ ਤਾਂ ਇੰਨਾ ਹੀ ਕੰਮ ਹੈ। ਬਿਲਕੁਲ ਠੀਕ ਹੈ। ਔਰ ਉਹਦੇ ਵਿੱਚ ਕਈ ਵਾਰੀ ਵਿਅਕਤੀ ਜਿਹੜੇ ਨਾ ਸਮਝ ਮੇਰੇ ਵਰਗੇ ਹੁੰਦੇ ਨੇ, ਉਹ ਕਈ ਵਾਰੀ ਦੱਸਣ ਵਾਲੇ ਵਿਅਕਤੀ ਤੇ ਕਟਾਕਸ਼ ਕਰ ਜਾਂਦੇ ਨੇ, ਤੇ ਉਹਨੂੰ ਸਹਿਣਾ ਮੇਰਾ ਖਿਆਲ ਔਖਾ ਬਹੁਤ ਹੈ। ਮੈਂ ਵੀ ਉਹਦੇ ਵਿੱਚ ਆ, ਮੈਨੂੰ ਵੀ ਪ੍ਰੋਬਲਮ ਆਉਂਦੀ ਹੈ। ਪਰ ਮੈਂ ਇਸ ਕਰਕੇ ਗੱਲ ਕਰਦਾ ਵੀ ਔਗਣਾਂ ਦੀ ਜੇ ਅਸੀਂ ਗੱਲਬਾਤ ਕਰਕੇ ਨਾ ਫਿਰ ਸਾਂਝ ਗੁਣਾਂ ਦੀ ਪਾਵਾਂਗੇ, ਤਾਂ ਫਿਰ ਸੁਖਾਲਾ ਹੋ ਕੇ ਮਨੁੱਖਵਾਦੀ ਹੋਣ ਦੀ ਜਾਂਚ ਸੁਖਾਲਿਆ ਆ ਜਾਂਦੀ ਹੈ। ਇਹ 2 ਮੇਰੇ ਸੀਗੇ ਸਰਦਾਰ ਬਹਾਦਰ ਇਹ ਜਿਹੜੇ ਨੁਕਤੇ ਸੀਗੇ। ਔਰ ਦੂਸਰੀ ਗੱਲ, ਮੈਂ ਤੁਸੀਂ 4 ਤਰੀਕ ਨੂੰ ਆਪਣੇ ਜਿਹੜੇ ਸੰਚਾਲਕ ਨੇ ਉਹਨਾਂ ਦੀਆਂ ਜਾਣਕਾਰੀਆਂ ਦੇਣੀਆਂ। ਉਹਦੇ ਲਈ ਸੁਝਾਅ ਜਾਂ ਇੱਕ ਮੰਗ ਹੈ ਕਿ ਸਾਰੇ ਜਿਹੜੇ ਵੀ ਇੱਕ ਦੂਸਰੇ ਦੀ ਜਾਣਕਾਰੀ ਦਿੰਦੇ ਨੇ, ਉਹਨਾਂ ਦੀ ਪੜ੍ਹਾਈ ਔਰ ਜਰਨਲਿਜ਼ਮ ਦੇ ਵਿੱਚ ਉਹਨਾਂ ਦਾ ਕਿੱਥੋਂ ਤੱਕ ਪੜ੍ਹਾਈ ਦਾ ਰੁਤਬਾ ਤੇ ਕਿੰਨਾ ਤਜਰਬਾ, ਤਾਂ ਕਿ ਅਸੀਂ ਜਦੋਂ ਸੁਣਦੇ ਹਾਂ ਸਾਨੂੰ ਇਹ ਤਾਂ ਮਹਿਸੂਸ ਹੋਵੇ ਕਿ ਜਿਹੜਾ ਬੰਦਾ ਵਿਅਕਤੀਗਤ ਤੌਰ ਤੇ ਗੱਲ ਕਰ ਰਿਹਾ ਉਸ ਨੂੰ ਇਸ ਵਿਸ਼ੇ ਤੇ ਕਿੰਨੀ ਕੁ ਵੱਡੀ ਪਕੜ ਹੈ। ਕਈ ਵਾਰੀ ਪਕੜ ਨੂੰ ਮਨੁੱਖ ਗਿਆਨ ਦੇ ਨਾਲ ਘੱਟ ਜੋੜਦਾ ਤੇ ਆਪਣੀ ਮਰਜ਼ੀ ਨਾਲ ਜ਼ਿਆਦਾ ਜੋੜ ਜਾਂਦਾ ਹੈ। ਧੰਨਵਾਦ, ਬਹੁਤ ਬਹੁਤ ਧੰਨਵਾਦ ਤੁਹਾਡਾ। ਔਰ ਪ੍ਰੋਗਰਾਮ ਜਿਹੜਾ ਇੱਕੋ ਹੀ ਅਖੀਰਲਾ ਬਾਈ ਜੀ ਨੁਕਤਾ, ਸ਼ੇਰੇ ਪੰਜਾਬ ਦਾ ਜਿਹੜਾ ਨਾਂ ਰੱਖਿਆ ਤੁਹਾਨੂੰ ਔਰ ਤੁਹਾਡੇ ਸੰਚਾਲਕਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਸ਼ੇਰੇ ਪੰਜਾਬ ਦੇ ਨਾਂ ਦੇ ਨਾਲ ਕੱਲਾ ਨਾਂ ਨਾਲ ਲੋਕਾਂ ਨੂੰ ਮਹਿਸੂਸ ਕਰਾਉਣ ਦੇ ਨਾਲੋਂ ਸ਼ੇਰੇ ਪੰਜਾਬ ਦੇ ਰਾਜਕਾਲ ਦੇ ਵਿੱਚ ਜਿਹੜੀਆਂ ਪ੍ਰਾਪਤੀਆਂ, ਜਿਹੜੇ ਗੁਣ ਤੇ ਜਿਹੜੀ ਮਨੁੱਖਤਾ ਦੇ
ਉਭਾਰਨ ਦੇ ਕੰਮ ਨੇ, ਉਹਨਾਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਨਜ਼ਰ 'ਚ ਰੱਖ ਕੇ ਗੱਲ ਕਰਨ ਦੀ ਲੋੜ ਹੈ। ਜੇ ਅਸੀਂ ਕਿਸੇ ਦੇ ਉੱਤੇ ਨੁਕਤਾਚੀਨੀ ਕਰਦੇ ਹਾਂ, ਮੇਰਾ ਖਿਆਲ ਉਹ ਠੀਕ ਨਹੀਂ। ਇਹ ਤੁਹਾਡੇ ਸੰਚਾਲਕਾਂ ਨੂੰ ਚਾਹੀਦਾ ਕਿ ਉਹ ਇੱਕ ਇਦਾਂ ਦਾ ਸਿਸਟਮ ਬਣਾ ਕੇ ਰੱਖਣ ਕਿ ਜਿਹੜੇ ਲੋਕ ਤੁਹਾਡੇ ਪ੍ਰੋਗਰਾਮ ਚਲਾਉਂਦੇ ਨੇ, ਅਗਰ ਉਹ ਇਸ ਵਿਚਾਰਧਾਰਾ ਤੋਂ ਵੱਖਰਾ ਹੋ ਕੇ ਚੱਲਦੇ ਨੇ ਤਾਂ ਉਹਦੇ ਤੇ ਖੁਦ ਐਕਸ਼ਨ ਲੈਣ। ਇਹ ਸਾਡੀ ਨਿਮਰ ਬੇਨਤੀ ਹੈ। ਧੰਨਵਾਦ ਜੀ, ਧੰਨਵਾਦ ਬਹੁਤ ਥੈਂਕ ਯੂ। ਤੁਸੀਂ ਸਦਾ ਹੀ ਮੈਨੂੰ ਕਰੈਕਟ ਕਰਦੇ ਆਏ ਆ ਤੇ ਤੁਹਾਡੀ ਗੱਲਾਂ ਸੁਣ ਕੇ ਮੈਂ ਬਹੁਤ ਕੁਝ ਸਿੱਖਿਆ। ਤੁਹਾਡੇ ਸ਼ਬਦ ਲਫ਼ਜ਼ ਨੇ ਜਿਹੜੇ ਉਹਨਾਂ ਨੂੰ ਮੈਂ ਪਕੜ 'ਚ ਲਿਆਉਣ ਦਾ ਯਤਨ ਕਰਦਾ। ਧੰਨਵਾਦ। ਹਰਮਨਜੀਤ ਨੇ ਲਿਖਿਆ ਹੈ, ਬਹੁਤ ਵਾਰ ਪਹਿਲਾਂ ਸੁਣਾਇਆ, ਦੂਸਰੇ ਤੁਹਾਨੂੰ ਲੋਕ ਸਾਥ 'ਚ ਸ਼ੇਰੇ ਪੰਜਾਬ ਤੇ ਸੁਣਾਉਣਾ ਚਾਹੁੰਦਾ। ਜੋ ਗੋਬਿੰਦ ਕੀਆ ਭਲਾ ਕੀਆ, ਹੋ ਕੇ ਧਰਤੀ ਤੋਂ ਕੁਰਬਾਨ, ਤਾਰਾ ਤਪ ਗਿਆ ਵਿੱਚ ਅਸਮਾਨ, ਬਣੇ ਜਬ ਆਬ ਕੀ ਔਦ ਨਿਧਾਨ, ਜਿਹੜਾ ਫੁੱਲ ਸੋਈ ਕਿਰਪਾਨ। ਨਿੱਕਾ ਜਿਹਾ ਬਾਲ ਤੀਰਾਂ ਤਲਵਾਰਾਂ ਨੂੰ ਕਸ ਕਸ ਕੇ ਪਕੜਦਾ, ਤਾਂ ਸਰਸਾ ਦੇ ਪਾਣੀ ਉੱਚੇ ਹੋ ਕੇ ਉਹਦੀਆਂ ਸਰਬ ਸਮਰੱਥ ਬਾਹਾਂ ਨੂੰ ਨਿਹਾਰਦੇ। ਕਦੇ ਉਹ ਘੋੜਿਆਂ ਨਾਲ ਦੌੜਾਂ ਲਗਾਉਂਦਾ, ਕਦੇ ਘੋੜਿਆਂ ਤੇ ਸਵਾਰ ਹੋ ਕੇ ਤੁੰਦ ਹਵਾਵਾਂ ਨੂੰ ਮਸ਼ਕਰੀ ਕਰਦਾ। ਉਹਦੀ ਮਾਂ ਉਹਦੇ ਤੋਂ ਵਾਰੇ ਜਾਂਦੀ, ਉਹ ਮਾਂ ਦੀ ਬੁੱਕਲ 'ਚ ਵੜ ਉਹਨੂੰ ਮਿੱਠੀਆਂ ਕਰਦਾ, ਉੱਚੇ ਉੱਚੇ ਹਾਸੇ ਹੱਸਦਾ। ਉਸਦੇ ਮੌਲਕ ਤੇ ਮੁੱਢ ਨਵੇਕਲੇ ਕਰਤੱਵ ਦੇਖਣ ਵਾਲੇ ਨੂੰ ਹੈਰਾਨ ਕਰਦੇ। ਉਹਦਾ ਫਰਤੀਲਾਪਣ ਪਤਾ ਨਹੀਂ ਕਿਹੜੀਆਂ ਡੂੰਘੀਆਂ ਖੁੰਡਾਂ ਪੱਟ ਕੇ ਨਿਕਲਿਆ ਸੀ। ਉਹ ਆਨੰਦਪੁਰ ਦੀਆਂ ਧੂੜਾਂ ਨੂੰ ਆਪਣੇ ਅੰਗਾਂ ਪੈਰਾਂ ਤੋਂ ਵੱਧ ਪਿਆਰ ਕਰਦਾ। ਬਦਲੇ 'ਚ ਇਹ ਮਿੱਟੀ ਵੀ ਉਹਨੂੰ ਮੱਖਣੀ ਬਣ ਕੇ ਲੱਗੀ ਤੇ ਆਨੰਦਪੁਰ ਦੀਆਂ ਸਰਹੰਗ ਧੁੱਪਾਂ 'ਚ ਉਹਦਾ ਜੁੱਸਾ ਮੋਲਣ ਲੱਗਾ। ਕਦੇ ਉਹ ਆਪਣੀ ਮੌਜ ਵਿੱਚ ਮਹਿਲਾਂ ਤੋਂ ਦੂਰ ਨਿਕਲ ਜਾਂਦਾ। ਉਹਨੂੰ ਦੂਰ ਤੱਕ ਫੈਲੀਆਂ ਲਚਕੀਲੀਆਂ ਤੇ ਦਸਤ ਪੰਜਾ ਲੜਾਉਂਦੀਆਂ ਹਰੀਆਂ ਦਲੇਰ ਵੇਲਾਂ ਆਪਣੀ ਮਾਂ ਵਰਗੀਆਂ ਲੱਗਦੀਆਂ। ਕੋਈ ਰੁੱਖ ਉਹਨੂੰ ਰਾਜਾ, ਕੋਈ ਵਜ਼ੀਰ, ਕੋਈ ਜਰਨੈਲ ਤੇ ਕੋਈ ਮਹਾਨ ਬੁਲਾਰੇ ਜਿਹਾ ਵੀ ਲੱਗਦਾ। ਪੱਤਾਂ, ਝਾੜਾਂ, ਤਣਿਆਂ ਤੇ ਇਹਨਾਂ ਅਲੌਕਿਕ ਕਿਲਿਆਂ ਨੂੰ ਦੇਖ ਉਹ ਹੈਰਾਨ ਹੁੰਦਾ ਰਹਿੰਦਾ। ਜਪਜੀ ਸਾਹਿਬ ਦੇ ਪਾਠ ਉਹਦੀਆਂ ਅੱਖਾਂ ਮੂਹਰੇ ਖੁੱਲੀਆਂ ਧੁੱਪਾਂ 'ਚ ਘੁੰਮਣ ਲੱਗਦੇ। ਉਹ ਵਣਾਂ ਤੇ ਸਬਜ਼ ਤੇ ਬੇਬਾਕੀ ਨਾਲ ਮਹਿਕਦੇ ਮਾਹੌਲ ਨੂੰ ਦੇਖ ਕੇ ਬੋਲ ਉੱਠਦਾ, ਅਮੁੱਲ ਧਰਮ ਅਮੁੱਲ ਦੀਵਾਨ, ਵਿਰਖਾਂ ਤੇ ਝੂਠ ਦਾ ਨਦੀ ਵੱਲੀ ਹੋ ਤੁਰਦਾ। ਕਿੰਨਾ ਚਿਰ ਨਦੀ ਕਿਨਾਰੇ ਨੰਗੀ ਜ਼ਮੀਨ ਤੇ ਪਿਆ ਅਸਮਾਨ ਦੇ ਨੀਲੇ ਗੁੰਬਦਾਂ ਨੂੰ ਵੇਖਦਾ ਰਹਿੰਦਾ। ਉੱਡਦੇ ਬਾਜ਼ਾਂ ਦੇ ਨਾਲ ਆਪ ਵੀ ਉੱਡਦਾ ਰਹਿੰਦਾ। ਡੂੰਘੀਆਂ ਸੋਚਾਂ 'ਚ ਗੁਆਚਾ ਉਹ ਪਾਣੀਆਂ ਦੇ ਉਸ ਪ੍ਰਥਮ ਕਾਂਗ ਬਾਰੇ ਚਿਤਵਦਾ, ਜਿਹੜੀ ਪਹਿਲੀ ਦਫਾ ਧਰਤੀ ਤੇ ਚੜ੍ਹੀ ਹੋਏਗੀ। ਅਗਲੇ ਹੀ ਪਲ ਉਸ ਜੀਵ ਬਾਰੇ ਸੋਚਦਾ ਜਿਸ ਨੂੰ ਧਰਤੀ ਨੇ ਪਹਿਲੀ ਵਾਰ ਆਪਣੀ ਹਿੱਕ ਤੇ ਤੋਰਿਆ ਹੋਏਗਾ। ਹਮੇਸ਼ੁਲ ਸਲਾਮ ਹੈ, ਸਮਸਤੁਲ ਕਲਾਮ ਹੈ, ਕਿ ਸਾਹਿਬ ਦਿਮਾਗ ਹੈ, ਕਿ ਹੁਸਨੁਲ ਚਿਰਾਗ ਹੈ। ਜਾਪ ਸਾਹਿਬ। ਜਵਾਨੀ ਵਿੱਚ ਵੀ ਤੀਰਾਂ ਤਲਵਾਰਾਂ ਵਾਗਾਂ ਤੇ ਉਹਦਾ ਕਸਾ ਮੱਠਾ ਨਹੀਂ ਪਿਆ। ਇਸ ਪਕੜ ਵਿੱਚ ਸਗੋਂ ਇੱਕ ਸਿਆਣਪ ਰਵਾ ਹੁੰਦੀ ਗਈ, ਦੂਰ ਦ੍ਰਿਸ਼ਟੀ ਰਵਾ ਹੁੰਦੀ ਗਈ, ਇੱਕ ਗਹਿਰੀ ਚੁੱਪ ਰਵਾ ਹੁੰਦੀ ਗਈ। ਹੁਣ ਉਹ ਕਦੇ ਇਕੱਲਾ ਬੈਠਾ ਘੋੜਿਆਂ ਦੀਆਂ ਹਣਕਾਰਾਂ, ਢਾਲਾਂ, ਤਲਵਾਰਾਂ ਦੀਆਂ ਗੜਗੱਜ ਆਵਾਜ਼ਾਂ, ਤੀਰਾਂ ਦੀ ਨੰਗੀ ਬੇਬਾਕ ਚੁਸਤੀ ਨੂੰ ਅੱਖਰਾਂ 'ਚ ਅਨੁਵਾਦ ਕਰਦਾ ਤੇ ਸਤਿਗੁਰ ਕੇ ਦੀਵਾਨਾਂ 'ਚ ਰੱਖ ਆਉਂਦਾ। ਸਰਬਲੋਹ ਦਾ ਪ੍ਰਤਾਪ ਉਹਦੇ ਰਗ ਰੇਸ਼ਿਆਂ 'ਚੋਂ ਗੁਜ਼ਰਦਾ ਹੋਇਆ ਪੂਰੇ ਅਸਮਾਨ ਤੇ ਛਾ ਜਾਂਦਾ ਤੇ ਫਿਰ ਸ਼ਬਦਾਂ 'ਚ ਬੋਲਣ ਲੱਗਦਾ। ਬਾਬੇ ਬੁੱਢੇ ਦੀ ਬੀੜ ਵਿੱਚ ਜਵਾਨ ਹੋਈ ਉਹਦੇ ਦਾਦੇ ਦੀ ਕਿਰਪਾਨ ਉਹਦੇ ਲੱਕ ਨੂੰ ਹੁਣ ਪੂਰੀ ਮੇਚ ਆ ਗਈ। ਪਿਓ ਦਾਦੇ ਦਾ ਖਜ਼ਾਨਾ ਫਕੀਰ ਹੱਥਾਂ 'ਚ ਆ ਕੇ ਸੰਪੂਰਨ ਹੋ ਗਿਆ। ਬਚਪਨ 'ਚ ਜਿਨ੍ਹਾਂ ਬਿਰਖਾਂ ਨੂੰ ਦੇਖ ਕੇ ਉਹ ਬਾਵਰਾ ਹੋ ਜਾਂਦਾ, ਉਹਨਾਂ ਬਿਰਖਾਂ ਦੀਆਂ ਟੀਸੀਆਂ ਤੋਂ ਹੁਣ ਵੀ ਛਾਵਾਂ ਵੇਰਾਂ ਵਾਂਗੂ ਕਿਰਕੇ ਉਹਦੀ ਝੋਲੀ 'ਚ ਡਿੱਗ ਪੈਂਦੀਆਂ, ਜਿਵੇਂ ਰੱਬ ਦਾ ਪ੍ਰਸਾਦ ਹੋਣ। ਕਿਸੇ ਠੰਡਕ ਦੀ ਓੜ 'ਚ ਉਹਦੇ ਤੀਰਾਂ ਨੂੰ ਖੰਭ ਫੁੱਟ ਆਏ। ਚੁੰਝ ਤੇ ਲੱਗੀ ਸਿਆਹੀ ਤੇ ਦੁੱਤੀ ਫਲਸਫੇ ਬਾਹਰ ਝਾਕਣ ਲੱਗੇ। ਉਹ ਵੀ ਭਲੀ ਭਾਂਤ ਜਾਣ ਗਿਆ ਕਿ ਉਸ ਦਾ ਮਨ ਮੱਥਾ ਤੇ ਉਸ ਦੇ ਹੱਡ ਕੁਦਰਤ ਦੇ ਕਿਸੇ ਵੱਡੇ ਬਦਲਾਅ ਲਈ ਚੁਣੇ ਗਏ ਨੇ। ਜਦੋਂ ਉਹਦੇ ਨੈਣਾਂ 'ਚ ਤਾਰਿਆਂ ਦੇ ਮਦੀਨੇ ਉਸਰ ਗਏ, ਕਦੋਂ ਕੁੱਲ ਧਰਤ ਦੇ ਕੀਰਤਨੀਏ ਪਹਾੜ ਉਹਦੀ ਲਹੂ 'ਚ ਘੁਲ ਗਏ, ਕਿਸੇ ਨੂੰ ਪਤਾ ਹੀ ਨਾ ਲੱਗਾ। ਉਹਨੂੰ ਆਉਣ ਵਾਲਾ ਵਕਤ ਸਾਫ਼ ਦਿਸ ਰਿਹਾ ਸੀ। ਜਦ ਅਸ਼ੁਭ ਹੁਨਰ ਦਾ ਲਾਚੜਦਾ ਪਾ ਇਲਮੋ ਬਰਗਸਤਾਨ ਸੱਜਣ, ਜਿਸ ਵੇੜੇ ਖਿੱਤੀਆਂ ਸਰਕਦੀਆਂ, ਤੇਰਾ ਧਰੀਏ ਰੋਜ਼ ਧਿਆਨ ਸੱਜਣ। ਪਹਾੜੀਆਂ ਜ਼ੂਹਾਂ 'ਚ ਰੱਤੇ ਸਨਖੜੇ ਦੀਵਾਨ ਸੱਜਣ ਲੱਗੇ। ਹਵਾ ਰਣਜੀਤ ਨਗਾਰੇ ਦੀਆਂ ਤਾਹਿਰ ਤੜਾਕ ਆਵਾਜ਼ਾਂ ਨਾਲ ਭਰੀ ਰਹਿੰਦੀ। ਜਦੋਂ ਤਬੇਲਿਆਂ ਕੋਲੋਂ ਲੰਘਦਾ ਤਾਂ ਉੱਚੀਆਂ ਪਹਾੜਾਂ ਜਿਹੇ ਸੁਲਤਾਨ ਘੋੜੇ ਉਹਦੇ ਅਲਵੇਲੇ ਮਨੁੱਖ ਦੀ ਸਵਾਰੀ ਨੂੰ ਤਰਸਦੇ, ਉਹਨਾਂ ਦੀਆਂ ਹਸੀਨ ਪਿੰਜਰਿਆਂ 'ਚ ਝਰਨਾੜ ਜਿਹੀ ਛਿੜਦੀ।
ਸਾਹਿਤ ਫਿਰ ਤੋਂ ਸਬਜ਼ ਮੰਦਰਾਂ ਦੇ ਹੇਠ ਵਸਣ ਲੱਗਾ। ਮਹਾਬਲੀ ਰੇਤਿਆਂ ਦੇ ਪਈਆਂ ਜਨੌਰਾਂ ਦੀਆਂ ਪੈੜਾਂ ਅੱਖਰਾਂ 'ਚ ਦਮਕਣ ਲੱਗੀਆਂ। ਪ੍ਰਾਚੀਨ ਪਹਾੜਾਂ ਤੇ ਜੰਗਲਾਂ ਦੀ ਟਕਸਾਲੀ ਮਹਿਕ ਸ਼ਬਦਾਂ ਵਿੱਚੋਂ ਜਾਗ ਉੱਠੀ। ਤਾਜ਼ਗੀ ਪਸਰਾਈ ਵੱਡਿਆਂ ਗ੍ਰੰਥਾਂ ਦੇ ਡੂੰਘੇ ਤੇ ਸੌਖੇ ਅਲੱਥੇ ਹੋਣ ਲੱਗੇ। ਦਿਲਾਵਰ ਸੁਖਨ ਕੁਦਰਤੇ ਨਜ਼ਰ ਦਾ ਜਨਮ ਕੁਦਰਤੇ। ਫਿਰ ਇੱਕ ਦਿਨ ਉਸ ਦੀ ਕਿਰਪਾਨ ਦਾ ਚਾਨਣ ਵਰਸਿਆ। ਤਹਿਜ਼ੀਬ ਨਿਖਰ ਆਈ, ਜ਼ਿਕਾਰਿਆਂ ਨੂੰ ਸੇਧ ਮਿਲ ਗਈ। 5 ਦਮਦਾਰ ਤਖਤ ਛਾਤੀਆਂ 'ਚੋਂ ਆਪ ਵੀ ਉਤਰ ਗਿਆ ਤੇ ਫੈਲਦਾ ਗਿਆ। ਪਿਛਲੇ ਅਨੇਕਾਂ ਸਾਲਾਂ ਦੀ ਗਰਦ ਮਿੱਟੀ ਉੱਤੇ ਹਵਾ ਤੇ ਜੋ ਰਾਸ ਸੀ ਸਮਾਜਿਕ ਤੇ ਧਾਰਮਿਕ ਘਟਨਾਵਾਂ ਦਰਜ ਹੋਈਆਂ, ਉਹ ਇਸੇ ਦਾ ਨਤੀਜਾ ਸੀ। ਉਹਨਾਂ ਹੀ ਭਾਂਤ ਦੇ ਕਣਾਂ 'ਚ ਹੁਣ ਇੱਕ ਨਵਾਂ ਤੇ ਠੋਸ ਆਕਾਰ ਲੈ ਲਿਆ। ਇਸ ਆਕਾਰ ਨੂੰ ਉਹਨੇ ਆਪ ਆਪਣੇ ਤਵੀਬ ਹੱਥਾਂ ਨਾਲ ਗੁੰਨਿਆ। ਤੇੜਾਂ ਲਿਪੀਆਂ ਗਈਆਂ ਤੇ ਖਾਲਸਾ ਪੰਥ ਨੇ ਸਿਰੀ ਚੁੱਕੀ। ਪੱਗ ਕੱਲੀ ਵੀ, ਪੱਗ ਫੌਜ ਵੀ, ਪੱਗ ਨਿਤਰੇ ਮਨ ਦੀ ਮੌਜ ਵੀ ਹੈ। ਪੱਗ ਸਫਰ ਹੈ, ਜ਼ਫਰ ਹੈ, ਗੀਤ ਵੀ ਹੈ। ਪੱਗ ਨਜ਼ਰ ਵੀ ਹੈ, ਪੱਗ ਨੀਤ ਵੀ ਹੈ। ਪੱਗ ਤਿੜਕਦੇ ਥਿੜਕਦੇ ਨੇਤਰਾਂ 'ਚ ਉੱਟੀ ਇੱਕ ਰੂਹਾਨੀ ਤਾਨ ਵੀ ਹੈ। ਪੱਗ ਦੇਗ ਵੀ ਹੈ, ਪੱਗ ਤੇਗ ਵੀ ਹੈ। ਪੱਗ ਧਰਤ ਵੀ, ਅਸਮਾਨ ਵੀ ਹੈ। ਸ਼ੀਸ਼ੀਆਂ ਵੀ ਕਦੇ ਧੁੱਪਾਂ ਨੂੰ ਭਰ ਸਕੀਆਂ। ਹਵਾ ਦੀਆਂ ਬੈਠਕਾਂ 'ਚ ਚਾਨਣ ਦੇ ਸ਼ਮਲੇ ਲਹਿਰਾਏ। ਉਹਦੀਆਂ ਨਿਸਰੀ ਤਬੀਅਤਾਂ ਨੇ ਉਹਨੂੰ ਸਾਰੀ ਮਨੁੱਖਤਾ ਦਾ ਹਮਦਰਦ ਬਣਾ ਦਿੱਤਾ ਤੇ ਗੀਤਾਂ ਪਾਲੀ ਇਸ ਧਰਤੀ ਦਾ ਸਰਬ ਸਾਂਝਾ ਗੁਰੂ। ਜਦੋਂ ਇਸ਼ਕ ਜਨਮ ਲੈਂਦਾ ਤਾਂ ਕਿਵੇਂ ਅੰਗਾਂ ਨੇ ਨਕਸ਼ੇ ਬਦਲੇ ਨੇ ਤੇ ਕਿਵੇਂ ਕੰਗਰੋੜਾ ਬਾਗੀ ਹੋ ਕੇ ਮਿੱਥੇ ਕਾਰਜ ਨੇਪਰੇ ਚਾੜ੍ਹਦੀਆਂ ਨੇ। ਇਹ ਸਭ ਉਸ ਦੌਰ ਦੇ ਲੋਕਾਂ ਨੇ ਆਪਣੀਆਂ ਅੱਖਾਂ ਨਾਲ ਵੇਖਿਆ। ਉਹ ਆਪਣੇ ਸਾਧਾਂ ਜਿਹੇ ਤੀਰਾਂ ਨਾਲ ਕਾਗਦਾਂ ਤੇ ਨਮਸਤੰ ਬਾਉਂਦਾ ਰਿਹਾ। ਇਹੀ ਸ਼ਬਦ ਕਾਗਜ਼ਾਂ ਤੋਂ ਉੱਠ ਕੇ ਟਿੱਬੀਆਂ ਤੇ ਚੜ੍ਹ ਕੇ ਕੌਮ ਦੀ ਰਹਿਨਮਾਈ ਕਰਦੇ ਰਹੇ। ਤਾੜੀਆਂ ਮਾਰਦੇ ਨਿਰਭਉ ਹੋ ਕੇ ਗੜੀਆਂ 'ਚੋਂ ਨਿਕਲਦੇ ਰਹੇ। ਮਰਦੇ ਮੈਦਾਨ ਬਣ ਕੇ ਫਤਿਹ ਹਾਸਲ ਕਰਦੇ ਰਹੇ। ਜੂਹਾਂ ਕਿਲੇ ਨਗਰ ਖੇੜੇ ਟੱਬਰ ਗੱਦੀਆਂ ਬੁੰਗਿਆਂ ਨੂੰ ਪਿੱਛੇ ਛੱਡਦੇ ਰਹੇ। ਓਏ ਕੰਜ ਲਾਉਂਦੇ ਗਏ, ਭਾਣਾ ਮੰਨਦੇ ਰਹੇ। ਇਹ ਸ਼ਬਦ ਮਾਛੀਵਾੜੀ ਦੀਆਂ ਵਲਗਣਾਂ 'ਚ ਵੀ ਨੱਚਦੇ ਰਹੇ ਤੇ ਫੇਰ ਆ ਕੇ ਪੰਕਤੀਆਂ ਵਿੱਚ ਸਜ ਗਏ। ਪੁਰਖਿਆਂ ਦੇ ਲਹੂ ਨੂੰ ਤੱਕਦਾ ਰਿਹਾ, ਹੈਰਾਨ ਵੀ ਹੁੰਦਾ ਰਿਹਾ। ਵਾਤਨ ਫਕੀਰੀ, ਜ਼ਾਹਿਰ ਅਮੀਰੀ ਦੇ ਬੋਲ ਹਵਾ ਦੀਆਂ ਤਹਿਆਂ 'ਚ ਗੂੰਜਦੇ ਰਹੇ। ਚਾਰੇ ਪੁੱਤਰਾਂ ਨੂੰ ਚਾਰੇ ਦਿਸ਼ਾਵਾਂ ਦੇ ਹਵਾਲੇ ਕਰਕੇ ਉਹ ਜ਼ਫਰਨਾਮੇ ਉਸਾਰਦਾ ਰਿਹਾ। ਧਮਕ ਐਸੀ ਪਈ ਕਿ ਸ਼ਾਹੀ ਪਿਆਲੇ ਟੁੱਟ ਗਏ। ਮੁਗਲਾਂ ਦੇ ਤੰਬੂ ਕਨਾਤਾਂ ਹਵਾ 'ਚ ਉੱਡਣ ਲੱਗੇ। ਸਰਗੀਆਂ ਦੇ ਨਿਖਰੇ ਸੂਰਜ ਨੇ ਪੈਲ ਪਾਈ। ਅੰਬਰਾਂ ਦੀ ਚਾਦਰ ਤੇ ਸ਼ਾਹ ਫਕੀਰੀਆਂ ਦੇ ਤੋਪੇ ਭਰਦਾ ਪਰਮਪੁਰਖਾ ਦਾ ਸਰਵਰੇ ਕਾਇਨਾਤ ਧੁੱਪਾਂ 'ਚ ਘੁਲ ਗਿਆ। ਸਰਸਾ ਦੇ ਪਾਣੀ ਹੁਣ ਵੀ ਉੱਠ ਕੇ ਉਹਨੂੰ ਤੱਕਦੇ ਨੇ। ਉਹ ਹੁਣ ਵੀ ਉੱਚੇ ਹਾਸੇ ਹੱਸਦਾ ਆਪਣੀ ਮਾਂ ਨੂੰ ਮਿੱਠੀਆਂ ਕਰਦਾ। ਡੂੰਘੀਆਂ ਨਲੱਤਣਾ ਵੱਲੀ ਵੇਖਦਾ। ਤੀਰਾਂ ਤਲਵਾਰਾਂ ਨੂੰ ਕਸ ਕੇ ਪਕੜਦਾ। ਘੋੜਿਆਂ ਨਾਲ ਦੌੜਾਂ ਲਗਾਉਂਦਾ। ਨਾ ਤਾਂ ਪਾਣੀਆਂ ਦੀ ਲਿਸ਼ਕ ਘਟੀ, ਨਾ ਪਹਾੜੀਆਂ ਦਾ ਰੰਗ ਉਤਰਿਆ, ਨਾ ਹੀ ਧਰਤੀ ਦੇ ਪਿੰਡੇ ਤੋਂ ਉਹਦੀਆਂ ਬੇਪਰਵਾਹਾਂ ਪੈੜਾਂ ਮਿਟ ਸਕੀਆਂ। ਉਹਦੇ ਤੀਰਾਂ ਦੀਆਂ ਚੁੰਝਾਂ ਅੱਜ ਵੀ ਖਾਕ ਬਣ ਕੇ ਹਵਾ 'ਚ ਉੱਡਦੀਆਂ। ਕਲੰਗੀਆਂ ਲਹਿਰਾਉਂਦੀਆਂ ਨੇ। ਵਾਜ ਧਰਤੀ ਤੇ ਉਤਰਦੇ ਨੇ। ਹੁਣ ਵੀ ਡੂੰਘੇ ਜੰਗਲ 'ਚੋਂ ਅਕਾਲ ਉਸਦੇ ਦੇ ਆਵਾਜ਼ੇ ਉੱਠਦੇ ਨੇ। ਤੂੰ ਹੀ 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 ਜੋ ਗੋਬਿੰਦ ਕੀਆ ਭਲਾ ਕੀਆ। ਮੈਂ ਕੋਸ਼ਿਸ਼ ਕੀਤੀ ਹੈ ਉਸ ਸਾਹਿਬ ਆਲਮ ਦੀ ਉਸਤਤ ਦੇ ਵਿੱਚ ਕੁਝ ਸ਼ਬਦ ਬੋਲ ਸਕਾਂ। ਲਿਖਿਆ ਬਹੁਤ ਸੋਹਣਾ ਹੈ, ਮੈਂ ਬੋਲਣ ਦੀ ਕੋਸ਼ਿਸ਼ ਕੀਤੀ ਹੈ। ਬਹੁਤ ਵਾਰ ਤੁਹਾਨੂੰ ਸੁਣਾਇਆ। ਜਿੰਨੀ ਵਾਰ ਇਸ ਨੂੰ ਪੜ੍ਹੋ ਤੁਸੀਂ ਮਹਿਸੂਸ ਕਰਦੇ ਹੋ ਕਿ ਸਾਹਿਬ ਦੇ ਬਾਜ ਹਲੇ ਵੀ ਅਨੰਦਪੁਰ ਸਾਹਿਬ ਉੱਡਦੇ ਆ। ਉਹਦੇ ਨੀਲੇ ਦੇ ਜਿਹੜੇ ਸੁੰਬ ਹਲੇ ਵੀ ਖੜਕਦੇ ਆ। ਬਾਜਾਂ ਨੇ ਦਰਸ਼ਨ ਦਿੱਤੇ ਸੀ 84 ਦੇ ਵੇਲੇ। ਮਹਿਲਾਂ ਤੇ ਬਹਿ ਗਏ ਬਾਜ, ਮੁੜ ਕੇ ਯੋਧਿਆਂ ਦੇ ਮੋਢਿਆਂ ਤੇ ਬਹਿ ਗਏ ਬਾਜ। ਜਗਦੀਪ ਖੰਗੂੜਾ ਜੀ, ਲਾਈਨ ਨੰਬਰ 1। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ ਬਾਈ ਜੀ, ਪਹਿਲਾਂ ਤਾਂ ਮੈਂ ਕਹਿਣਾ ਸੀ ਨਾ ਵੀ 2020 ਦੇ ਵਿੱਚ ਆਪਾਂ ਨੂੰ ਲੱਗਦਾ ਵੀ ਬਹੁਤ ਚੀਜ਼ਾਂ ਮਾੜੀਆਂ ਹੋਈਆਂ, ਪਰ ਔਨ ਦਾ ਪੋਜ਼ਿਟਿਵ ਨੋਟ ਵੀ ਜਿੱਥੇ ਕੁਦਰਤੀ ਆਫਤਾਂ ਆਉਂਦੀਆਂ ਰਹਿੰਦੀਆਂ ਨੇ ਬਹੁਤ ਕੋਨਿਆਂ 'ਚ ਦੁਨੀਆ ਦੇ, I think we still have the infrastructure, we still have everything intact. ਵੀ ਆਪਣਾ ਸਿਰਫ ਥੋੜੀ ਜਿਹੀ ਲਾਈਫ ਜ਼ਰੂਰ ਥੋੜੀ ਜਿਹੀ ਪ੍ਰਭਾਵਿਤ ਹੋਈ ਆ, ਪਰ we will get on the track. ਤੋ ਇਹ ਮਤਲਬ ਆਪਾਂ ਨੂੰ ਪੋਜ਼ਿਟਿਵ ਚੀਜ਼ ਲੈਣੀ ਚਾਹੀਦੀ ਆ। ਬਾਕੀ ਇੱਕ ਫੰਡ ਰੇਜ਼ਿੰਗ ਲਈ ਮੈਂ ਗੱਲ ਕਰਨੀ ਸੀ ਬਾਈ ਜੀ, ਜਿਹੜਾ ਆਪਣਾ 4 ਲੱਖ ਇਕੱਠਾ ਹੋਇਆ ਨਾ, ਇਹ 8 ਲੱਖ ਵਰਗਾ, ਕਿਉਂਕਿ ਦਾ ਕਾਜ਼ ਵੀ ਵਰ ਡੂਇੰਗ ਇਟ ਫॉर, ਕਿਉਂਕਿ ਉੱਥੇ ਹੋਰ ਬਹੁਤ ਸੰਸਥਾਵਾਂ ਨੂੰ ਹਨਾ ਲੋਕ ਡੋਨੇਟ ਕਰ ਰਹੇ ਨੇ। ਅਸੀਂ ਕਿੰਨਿਆਂ ਨੂੰ ਰੀਚ ਕੀਤਾ, ਬਹੁਤ ਜਣੇ ਪਹਿਲਾਂ ਵੀ ਡੋਨੇਟ ਕਰ ਚੁੱਕੇ ਸੀਗੇ, ਕਿਉਂਕਿ ਉੱਥੇ ਬਹੁਤ ਜ਼ਿਆਦਾ ਜਿਵੇਂ ਜਿਹੜੀਆਂ NGOs ਵਰਕ ਕਰ ਰਹੀਆਂ ਨੇ। ਜੇ ਆਪਾਂ ਕੋਈ ਲੋਕਲ ਕਾਜ਼ ਲਈ ਕਰਨਾ ਹੁੰਦਾ ਜਿੱਥੇ ਸਿਰਫ ਇੱਕ ਅਦਾਰਾ ਮਤਲਬ ਪੈਸੇ ਇਕੱਠੇ ਕਰਦਾ,
ਤੇ it would have been lot bigger amount than this. ਤੇ ਆਪਾਂ ਇਹਨੂੰ ਮੇਰੇ ਖਿਆਲ ਨਾਲ 4 ਲੱਖ ਦੀ ਬਜਾਏ ਇਹਨੂੰ ਮਿਲੀਅਨ ਹੀ ਲੈ ਕੇ ਚੱਲੀਏ ਬਈ ਜਿੰਨਾ ਮਤਲਬ ਇਹ ਕਾਜ਼ ਲਈ ਜਿਹੜਾ ਕਾਜ਼ ਸੀਗਾ ਪਾਰਟਿਕੂਲਰਲੀ ਵੀ ਜਿੰਨਾ ਆਪਾਂ ਨੂੰ ਹੰਗਾਰਾ ਮਿਲਿਆ ਬਿਲਕੁਲ ਥੈਂਕ ਯੂ ਸ਼ੁਡ ਤੇ ਬਾਕੀ ਹੈਪੀ ਨਿਊ ਈਅਰ ਟੂ ਐਵਰੀਬਾਡੀ ਬਾਈ ਜੀ ਥੈਂਕ ਯੂ ਜਿਹਦੇ ਵਾਸਤੇ ਰਹੋ ਵੈਰੀ ਮਚ ਥੈਂਕ ਯੂ ਹੁਣ ਸਾਰਾ ਸਾਲ ਜਦ ਉਡੀਕਦੇ ਰਹਿੰਦੇ ਨੇ ਵੱਡੇ ਨਾਂ ਉਹ ਅਖੀਰਲੇ ਦਿਨ ਆ ਕੇ 50-50 ਹਜ਼ਾਰ 20 ਬੰਦੇ ਦੇ ਗਏ 40 ਬੰਦੇ ਦੇ ਗਏ ਜਾਂ 50-50 ਹਜ਼ਾਰ ਤਾਂ ਬਹੁਤ ਪੈਸੇ ਹੋ ਜਾਂਦੇ ਨੇ 20-20 ਹਜ਼ਾਰ ਵਾਲੇ 20-30 ਇਕੱਠੇ ਕਰ ਲਓ 6 ਲੱਖ ਹੋ ਗਿਆ 2 ਲੱਖ ਲੋਕਾਂ ਤੋਂ 6 ਲੱਖ ਇਕੱਠੇ ਜਦ ਪਾਉਣਾ ਤਾਂ 8 ਲੱਖ ਹੋ ਗਿਆ ਇਕੱਠਾ ਤੇ ਕਾਲਰ ਨੂੰ ਮੈਂ ਬੇਨਤੀ ਹੈ ਜੀ ਹੁਣ ਸਮਾਂ ਥੋੜ੍ਹਾ ਹੈ ਛੇਤੀ ਪਲੀਜ਼ ਗੱਲ ਕਰਿਓ ਮੇਰੇ ਨਾਲ ਮੈਂ ਇੱਕ ਗੀਤ ਅਖੀਰ ਸੁਣਾਉਣਾ ਚਾਹੁੰਦਾ ਤੂਰ ਸਾਹਿਬ ਲਾਈਨ ਨੰਬਰ 2 ਗੱਲ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਪਿਛਲੇ ਸਾਲ ਦੀਆਂ 2020 ਦੀਆਂ ਮੋਦੀ ਨੂੰ ਵਧਾਈਆਂ ਤੁਸੀਂ ਪੁੱਛੋ ਕਿਉਂ ਜਿਹਨੇ ਸਿੱਖ ਕੌਮ ਨੂੰ ਜਗਾਤਾ ਸ਼ੇਰਾਂ ਨੂੰ ਖੜੇ ਕਰਤਾ ਤੇ ਸਿੱਖਾਂ ਨੂੰ ਮੁੜ ਕੇ ਅਣਖ ਦੇ ਇੱਜ਼ਤ ਦਵਾਤੀ ਉਸ ਦਿੱਲੀ ਦਾ ਵੱਟ ਪਹਿਲੀ ਗੱਲ ਜੀ ਦੂਜੀ ਗੱਲ 21 ਦੀਆਂ ਵਧਾਈਆਂ ਉਦੋਂ ਦੇਵਾਂਗੇ ਜਦੋਂ ਕਿਸਾਨ ਮੋਰਚੇ ਦੀ ਜਿੱਤ ਹੋਊਗੀ ਤੀਜੀ ਗੱਲ ਜਿਹੜੀ ਇੱਥੋਂ ਕੱਲ ਪਰਸੋਂ ਅਨਾਉਂਸ ਕੀਤੀ ਨਾ ਮੇਰੇ ਸੀਟ ਨੂੰ ਜਿਵੇਂ ਕਹਿੰਦੇ ਮੈਨੂੰ ਬਹੁਤ ਦੁੱਖ ਹੋ ਰਿਹਾ ਪਾਟਣਾ ਹੋਇਆ ਜਿਹੜੇ ਕਹਿੰਦੇ ਉੱਥੋਂ ਆ ਫੰਡ ਬਾਰੇ ਗੱਲ ਚੱਲੀ ਸੀ ਬਈ ਉਹ ਲੋਕ ਮਰਿਆ ਹੋਏ ਨੂੰ ਘਰੋਂ ਚੱਕ ਕੇ ਲਿਆ ਕੇ ਇੱਥੇ ਸ਼ਹੀਦ ਬਣਾਈ ਜਾਂਦੇ ਆ ਉਸ ਕਾਲਰ ਦਾ ਉਹਦਾ ਪਤਾ ਕਰੋ ਕਿਹੜਾ ਉਹਨੂੰ ਉਹ ਤੋਂ ਪ੍ਰੂਫ ਲਵੋ ਕਿਹੜੇ ਆ ਤੇਰੇ ਕੋਲ ਕੀ ਸਬੂਤ ਆ ਕੋਈ ਨਾ ਬਾਈ ਜੀ ਤੂਰ ਸਾਹਿਬ ਕੋਈ ਨਾ ਥੈਂਕ ਯੂ ਅਟਵਾਲ ਸਾਹਿਬ ਲਾਈਨ ਨੰਬਰ 1 ਹਾਂਜੀ ਸਤਿ ਸ੍ਰੀ ਅਕਾਲ ਜੀ ਹਰਜੀਤ ਸਿੰਘ ਜੀ ਮੈਂ ਵੀ ਥੋੜਾ ਛੇਤੀ ਮੁਕਾਉਣ ਦੀ ਕੋਸ਼ਿਸ਼ ਕਰੂੰਗਾ ਜੀ ਬਾਈ ਜੀ ਸਭ ਤੋਂ ਪਹਿਲਾਂ ਤਾਂ ਸਾਰੇ ਸਿੱਖ ਜਗਤ ਨੂੰ ਔਰ ਕੁੱਲ ਜਹਾਨ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਤੇ ਪਰਮਾਤਮਾ ਕਰੇ ਨਵਾਂ ਸਾਲ ਸਾਰੀ ਦੁਨੀਆ ਤੇ ਸੁੱਖਾਂ ਸ਼ਾਂਤੀਆਂ ਲੈ ਕੇ ਆਵੇ ਤੇ ਆ ਜਿਹੜਾ ਮਹਾਮਾਰੀਆਂ ਫੈਲਦੀਆਂ ਇਹਨਾਂ ਤੋਂ ਵੀ ਪਰਮਾਤਮਾ ਲੁਕਾਈ ਨੂੰ ਮਿਹਰ ਦੇਵੇ ਜੀ ਬਾਈ ਦੂਸਰੀ ਗੱਲ ਹੈ ਜਿੱਦਾਂ ਪਹਿਲੇ ਕਾਲਰ ਨੇ ਕਿਹਾ ਮੈਂ ਵੀ ਸੋਚਦਾ ਵੀ ਕੁਝ ਵਰਤਾਰੇ ਹੁੰਦੇ ਆ ਸਮਿਆਂ ਦੇ ਵਿੱਚ ਜਿਹੜੇ ਇੱਕਦਮ ਕੌਮਾਂ ਨੂੰ ਪਲਟ ਕੇ ਰੱਖ ਦਿੰਦੇ ਆ ਸੋ ਮੋਦੀ ਦਾ ਇੱਕ ਫੈਸਲਾ ਸਾਡੀ ਸਾਰੀ ਕੌਮ ਨੂੰ ਇਕਮੁੱਠ ਕਰ ਗਿਆ ਐਟ ਦਿਸ ਟਾਈਮ ਜਿਹੜੀ ਸਾਰੀ ਕੌਮ ਨੂੰ ਇਕਮੁੱਠ ਕੀਤਾ ਕੌਮ ਨੂੰ ਇੱਕ ਹਲੂਣਾ ਦਿੱਤਾ ਜਗਾਇਆ ਸੋ ਇਹ ਵੀ ਇੱਕ ਵਰਤਾਰਾ ਹੀ ਵਰਤ ਰਿਹਾ ਆ ਕਿਸੇ ਦੇ ਕਹਿੰਦੇ ਹੁੰਦੇ ਆ ਚੰਗੇ ਮਾੜੇ ਦੇ ਨਾਲ ਕਈ ਵਾਰੀ ਉਹ ਭਲਾ ਵੀ ਹੋ ਜਾਂਦਾ ਆ ਬੰਦਾ ਗਲਤ ਸੋਚਦਾ ਤੇ ਦੂਜੇ ਦਾ ਭਲਾ ਹੋ ਜਾਂਦਾ ਮੈਂ ਤਾਂ ਇਹਨੂੰ ਏਦਾਂ ਸਮਝਦਾ ਤੀਸਰੀ ਗੱਲ ਮੈਂ ਇਹ ਸੋਚਦਾ ਵੀ ਜਿੱਦਾਂ ਨਾ ਇੱਕ ਪੰਜਾਬ ਦੇ ਵਿੱਚੋਂ ਸਿੱਖਾਂ ਦਾ ਜਿਹੜਾ ਕੌਨਸੈਪਟ ਸੀਗਾ ਸਿੱਖੀ ਦਾ ਕੌਨਸੈਪਟ ਸੀ ਉਹ ਤੇ ਉੱਤੇ ਬੜੀ ਇੱਕ ਤਰ੍ਹਾਂ ਦੀ ਨਾ ਲੇਪਾਪੋਚੀ ਕੀਤੀ ਜਾ ਰਹੀ ਸੀ ਔਰ ਉਹਨੂੰ ਬੜਾ ਢੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਇਹ ਨਾ ਕਿਤੇ ਸਾਹਮਣੇ ਆ ਜਾਵੇ ਇਸ ਸੰਘਰਸ਼ ਨੇ ਉਹ ਵੀ ਸਾਹਮਣੇ ਲਿਆਂਦਾ ਕੋਸ਼ਿਸ਼ਾਂ ਬਹੁਤ ਹੋਈਆਂ ਇਹਦੇ ਵਿੱਚ ਪਹਿਲਾਂ ਵੀ ਮਤਲਬ ਹੋਈਆਂ ਜਥੇਬੰਦੀਆਂ ਬਾਅਦ ਵੇਲੇ ਨਾ ਇਹ ਹੋ ਜਾਂਦਾ ਘਮੰਡ ਹੋ ਜਾਂਦਾ ਵੀ ਖਰਿਆ ਸਾਡੀ ਵਿਚਾਰਧਾਰਾ ਮਗਰ ਲੋਕ ਜ਼ਿਆਦੇ ਆ ਦੂਜਿਆਂ ਦੇ ਘੱਟ ਆ ਪਰ ਜਿਹੜੀ ਸਿੱਖੀ ਦੀ ਵਿਚਾਰਧਾਰਾ ਆ ਆਪਣੇ ਲਿਖ ਗਏ ਆ ਵੀ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਉਹਨੂੰ ਇੱਕ ਵਾਰੀ ਫੇਰ ਉਹਨਾਂ ਨੇ ਉਜਾਗਰ ਕਰ ਦਿੱਤਾ ਦੇਖੋ ਤੁਹਾਨੂੰ ਪਤਾ ਹੀ ਆ ਵੀ ਵਿਰੋਧ ਹੋਇਆ ਨਿਹੰਗ ਸਿੰਘਾਂ ਬਾਰੇ ਵੀ ਬੋਲ ਦਿੱਤਾ ਜਕਾਰਿਆਂ ਤੇ ਵੀ ਵਿਰੋਧ ਹੋਇਆ ਔਰ ਉਹਨਾਂ ਹੀ ਬੰਦਿਆਂ ਨੂੰ ਦੂਜੇ ਦਿਨ ਮਾਫੀਆਂ ਮੰਗਣੀਆਂ ਪਈਆਂ ਔਰ ਸ਼ਹੀਦੀ ਹਫ਼ਤਾ ਇੱਕ ਹਫ਼ਤਾ ਪੂਰਾ ਨਿੱਠ ਕੇ ਉਹਨਾਂ ਨੂੰ ਮਨਾਉਣਾ ਪਿਆ ਔਰ ਮਨਾਇਆ ਉਹਨਾਂ ਨੇ ਆਪਣੀ ਮਰਜ਼ੀ ਨਾਲ ਨਹੀਂ ਮਨਾਇਆ ਉਹਨਾਂ ਨੇ ਭਾਵਨਾ ਪੜ੍ਹ ਲਈ ਲੋਕਾਂ ਦੀ ਵੀ ਕਿੱਥੇ ਆ ਔਰ ਇਹ ਇੱਕ ਪ੍ਰਾਪਤੀ ਆ ਮੈਂ ਸੋਚਦਾ ਵੀ ਜਿਹੜਾ ਸਿੱਖੀ ਦੇ ਉੱਤੇ ਨੌਜਵਾਨੀ ਦੇ ਉੱਤੇ ਨਸ਼ਿਆਂ ਦਾ ਇਲਜ਼ਾਮ ਸੀ ਜਾਂ ਹੋਰ ਸੀ ਉਹ ਵੀ ਧੋਣੇ ਧੋਤੇ ਗਏ ਇੱਥੇ ਪਤਾ ਲੱਗ ਗਿਆ ਵੀ ਕਿੱਥੇ ਆ ਮੈਂ ਜੀ ਧੰਨਵਾਦ ਅਟਵਾਲ ਸਾਹਿਬ ਮੇਰੇ ਕੋਲ ਸਮਾਂ ਘੱਟ ਹੈ ਮਾਫੀ ਮੰਗਦਾ ਇਹ ਸੀ 2020 ਦਾ ਆਖਰੀ ਪ੍ਰੋਗਰਾਮ ਹੈਰੀਜ਼ ਫਰਨੀਚਰ ਗਰੇਵਾਲ ਸਾਹਿਬ ਦਾ ਸੁਨੇਹਾ ਰਹੇਗਾ 604 503 38 61 78 ਤੇ 128 ਤੇ 4 ਮੇਜਰ ਬ੍ਰਾਂਡ ਗੱਲ ਕਹਿਤੀ ਤਾਂ ਗੱਲ ਹੋ ਗਈ ਤੇ ਫਰਨੀਚਰ ਪਹੁੰਚਦਾ ਹੋ ਗਿਆ ਜੁੰਬਸ ਫਰਨੀਚਰ ਤੁਹਾਡੇ ਘਰ ਤੱਕ ਪਹੁੰਚਾਉਂਦੇ ਨੇ ਫਾਈਨੈਂਸ ਵੀ ਅਵੇਲੇਬਲ ਹੈ 604 503 38 61 ਸਾਰਿਆਂ ਦਾ ਧੰਨਵਾਦ ਕਿਸੇ ਦੀ ਸ਼ਾਨ ਦੇ ਖਿਲਾਫ ਕਿਸੇ ਦਾ ਦਿਲ ਦਿਖਾਇਆ ਹੋਵੇ ਮਾਫੀ ਕੌਮੀਅਤ ਦੇ ਨਾਲ ਕੌਮ ਦੇ ਨਾਲ ਜੇ ਰੜਖਿਸ ਜਿਨ੍ਹਾਂ ਨੇ ਨਾਲ ਟਸਲ ਦੇ ਨਾਲ ਜਿਹੜੀਆਂ ਗੱਲਾਂ ਕਰਦੀਆਂ ਜੇ ਉਹਨਾਂ ਨੂੰ ਕੋਈ ਗੱਲ ਕਹੀ ਤਾਂ ਕੋਈ ਇਸ ਗੱਲ ਦੀ ਮਾਫੀ ਨਹੀਂ ਆਮ ਸੰਗਤ ਦੇ ਪੈਰਾਂ ਦੇ ਚਰਨਾਂ ਦੀ ਧੂੜ ਆ ਮੈਂ ਅਰਦਾਸ ਕਰਿਓ ਕਿ ਇਹ ਸੇਧ ਮਿਲਦੀ ਰਹੇ ਤੇ ਅਸੀਂ ਸਰਬੱਤ ਦੇ ਇਸ ਗਾਡੀ ਰਾਹ ਤੇ ਚੱਲਦੇ ਰਹੀਏ ਸੋਮਵਾਰ ਨੂੰ ਸੇਵਾ 'ਚ ਹਾਜ਼ਰ ਹੋਣਾ 9 ਵਜੇ ਰੱਬ ਰਾਖਾ।